about last, but sometimes I generally don't like to cancel classes no matter what's going on, unless it's like really bad or something. Then I generally speaking, मैंने नहीं पसंद cancel classes cancel करनी है बिल्कुल. I don't believe in casual stuff, but last week was I just waited until 6 in the morning to see how I felt, So I got up at 5:30, 5:45, and then I said, no, aaj nahi hoga. So then I sent a message out because if I feel better, then I'll do it though. But when your throat is hurting and everything, is very hard to speak. So last time, feeling better? Yeah, much. I'm completely fine. Yeah, no issue. Yeah. So it just ran its course for 2-3 days and it was fine. So, but last time, which is 2 weeks ago, Vaisakhi de din te discussion kiti si and everything, and ਸਾਡੀ ਕਲਗੀਧਰ ਚਮਤਕਾਰ ਦੀ ਕਲਾਸ ਵਿੱਚ ਹੁਣ ਕਲਗੀਧਰ ਦੀ ਚਮਤਕਾਰ ਦੀ ਜਿਹੜੀ book ਜਿਹੜੀ ਹੈ is towards the end now, is going to finish that pretty soon. ਤੋ ਉਹ ਲਾਸਟ ਵਾਲੇ ਚੈਪਟਰ ਜਿਹੜੇ ਹਨ ਹੁਣ ਚੱਲਦੇ ਪਏ ਨੇ ਇਸ ਵੇਲੇ and everything, ਤੇ ਉਸ book ਵਿੱਚੋਂ ਮੈਂ ਕੋਟੇਸ਼ਨ ਕੁਝ ਦਿੱਤੀਆਂ ਸਨ ਵਿਸਾਖੀ ਬਾਰੇ. ਸੇ ਅਗਰ ਕੋਈ ਕਿਸੇ ਨੂੰ ਕੋਈ ਕੁਐਸਚਨ ਹੋਵੇ ਵਿਸਾਖੀ ਬਾਰੇ, ਹਾਲੇ ਵੀ ਕੋਈ ਇਸ਼ੂ ਹੋਵਣ ਤੇ ਮੈਨੂੰ ਦੱਸ ਦਿਓ, ਨਹੀਂ ਤੇ I'm going to continue with until we find a new topic that I'm still thinking about what to do. मैं जपजी ਦੀ ਪੌੜੀ number 6 ਵਿੱਚ continuation ਕਰਾਂਗਾ ਅੱਜ ਦੁਬਾਰਾ. I'm going to continue with that though. So if anybody has any questions, you can ask me, and otherwise I'm going to continue with the Japji di thought process. So Japji di, as I said before, I was saying in the class though कि परमात्मा तक पहुंचने ਦੇ ਤਰੀਕੇ ਹਰ ਇੱਕ ਦੇ ਅਲੱਗ-ਅਲੱਗ ਹਨ ਸਭ ਦੇ. ਕੋਈ ਕਿਸ ਤਰੀਕੇ ਨਾਲ ਪਹੁੰਚਦਾ ਹੈ, ਕੋਈ ਕਿਸ ਤਰੀਕੇ ਨਾਲ ਪਹੁੰਚਦਾ ਹੈ. ਕਈ ਧਰਮਾਂ ਵਿੱਚ ਕੁਝ ਅਲੱਗ ਦਿੱਤਾ ਜਾਂਦਾ ਹੈ, ਕਿਹੜੀ ਦਿੱਤੀ ਜਾਂਦੀ ਹੈ ਐਮਫੈਸਿਸ ਕਿਹਦੇ ਉੱਤੇ. ਪੁਰਾਤਨ ਹਿੰਦੂਇਜ਼ਮ ਵਿੱਚ, ਈਸਟਰਨ ਰਿਲੀਜਨ ਵਿੱਚ ਬੜਾ ਕਾਮਨ ਸੀ ਘਰ-ਬਾਰ ਛੋੜਨਾ, ਜਾਣਾ ਜੰਗਲਾਂ ਤਪ ਕਰਨੇ ਜਾ ਕੇ. ਬਿਲੀਫ ਇਹ ਸੀ ਕਿ ਘਰ ਰਹਿ ਕੇ ਪਰਮਾਤਮਾ ਨੂੰ ਯਾਦ ਕਰਨਾ ਔਖਾ ਹੈ, which is partly maybe true also, because ਬੜੀਆਂ distractions ਹੁੰਦੀਆਂ. ਹੁਣ ਦੇਖੋ ਆਫਿਸ ਬੰਦਾ ਜਾਂਦਾ ਤੇ ਘਰ ਛੋੜ ਕੇ, ਹੁਣ ਤੇ ਖੈਰ ਘਰੋਂ ਹੀ ਸਾਰੇ ਕੰਮ ਕਰਦੇ ਪਏ, ਬਟ ਜੇ ਬੰਦੇ ਬਹੁਤ ਡਿਸਟਰੈਕਸ਼ਨਸ ਹੋਵਣ ਆਸ-ਪਾਸ ਤੇ ਫਿਰ ਮੁਸ਼ਕਿਲ ਹੁੰਦੀ ਹੈ ਕਨਸੈਂਟਰੇਟ ਕਰਨ ਵਿੱਚ. ਤਾਂ ਉਹਨਾਂ ਦਾ ਖਿਆਲ ਇਹ ਸੀ ਵੀ ਜੇ ਛੋੜ ਕੇ ਚਲੇ ਜਾਵਾਂਗੇ ਕਿਤੇ ਤੀਰਥਾਂ ਤੇ ਚਲੇ ਜਾਈਏ, ਕਿਸੇ ਐਸੀ ਇਕਾਂਤ ਜਗ੍ਹਾ ਤੇ ਚਲੇ ਜਾਈਏ ਜਿੱਥੇ ਘਰ ਵਾਲੇ ਨਾ ਸਤਾਵਣ. ਲੇਕਿਨ ਹੁੰਦਾ ਨਹੀਂ ਸੀ ਉਸ ਤਰ੍ਹਾਂ, ਬਿਕਾਜ਼ ਪ੍ਰੋਬਲਮ ਆਪਣੀਆਂ ਨਾਲ ਲੈ ਕੇ ਜਾਂਦਾ ਬੰਦਾ ਜਿੱਥੇ ਵੀ ਜਾਂਦਾ. ਹਾਂਜੀ, ਤੇ ਜੇ ਘਰੋਂ ਪਰੇਸ਼ਾਨ ਹੋਵੇ ਜਾਂ ਘਰ ਵਾਲਿਆਂ ਦੀ ਇਸ਼ੂਜ਼ ਹੋਵਣ ਜਾਂ ਵਟਐਵਰ ਇਟ ਇਜ਼, ਅਦਰ ਇਸ਼ੂਜ਼ ਹੋਵਣ, ਤੇ ਉਹ ਬੰਦੇ ਦੀ ਇਹ ਨਹੀਂ ਹੈ ਕਿ ਬੰਦਾ ਜਸਟ ਬਿਕਾਜ਼ ਫਿਜ਼ੀਕਲੀ ਤੁਸੀਂ ਕੱਟ ਆਫ ਹੋ ਜਾਂਦੇ ਆਪਣੀ ਫੈਮਿਲੀ ਤੋਂ ਤੇ ਤੁਹਾਡਾ ਸਡਨਲੀ ਧਿਆਨ ਜਿਹੜਾ ਉਧਰ ਚਲਾ ਜਾਂਦਾ. ਐਨੀਵੇ ਉਹਨਾਂ ਦੇ ਆਪਣੇ ਤਰੀਕੇ, ਸਾਡਾ ਤਰੀਕਾ ਨਾਮ ਦਾ ਹੈ, ਤੇ ਇਸ ਨਾਮ ਦੀ ਤਰੀਕੇ ਦੇ ਉੱਤੇ ਪਹਿਲੀਆਂ 5 ਪੌੜੀਆਂ ਦੀ ਡੈਫੀਨੇਸ਼ਨ ਆਈ ਹੈ. ਕਿਹੜੀਆਂ ਇੰਪੋਰਟੈਂਟ ਗੱਲਾਂ ਆਈਆਂ ਹੁਣ ਤੱਕ. ਪਹਿਲੀ ਗੱਲ ਤੇ ਮੂਲ ਮੰਤਰ ਵਿੱਚ ਉਸ ਪ੍ਰਮਾਤਮਾ ਦੀ ਨਿਰਗੁਣ ਤੇ ਸਰਗੁਣ ਰੂਪ ਬਾਰੇ ਡਿਸਕਸ਼ਨ ਆਈ ਹੈ. ਹਾਂਜੀ, ਬੜੀ ਜ਼ਬਰਦਸਤ ਡਿਸਕਸ਼ਨ ਆਈ ਹੈ. ਉਹਨਾਂ ਨੇ ਇੱਕ ਓਂਕਾਰ ਦੇ ਵਿੱਚ ਸਤ ਦੀ, ਕਰਤਾ ਦੀ, ਪੁਰਖ ਦੀ, ਨਿਰਭਉ ਦੀ, ਨਿਰਵੈਰ ਦੀ, ਅਕਾਲ ਦੀ, ਅਜੂਨੀ ਦੀ, ਦੋਨੋਂ ਤਰ੍ਹਾਂ ਦੀਆਂ ਡਿਸਕਸ਼ਨ, ਨਿਰਗੁਣ ਰੂਪ ਵਾਲੀ ਤੇ ਸਰਗੁਣ ਰੂਪ ਵਾਲੀ, ਦੋਨੋਂ ਡਿਸਕਸ਼ਨ ਦੇ ਉੱਤੇ ਫੋਕਸ ਕੀਤਾ ਉਹਨਾਂ ਨੇ. ਫਿਰ ਇਹ ਕਿਹਾ ਕਿ ਇਹ ਜਿਹੜੀਆਂ ਇੰਪੋਰਟੈਂਟ ਕੁਆਲਿਟੀਆਂ ਜਿਹੜੀਆਂ ਹਨ ਪ੍ਰਮਾਤਮਾ ਦੀਆਂ, ਇਹ ਗੁਰੂ ਦੀ ਕਿਰਪਾ ਤੋਂ ਮਿਲਦੀਆਂ ਹਨ, ਗੁਰ ਪ੍ਰਸਾਦ ਤੋਂ ਮਿਲਦੀਆਂ ਹਨ. ਤੇ ਉਹ ਪ੍ਰਮਾਤਮਾ ਹਮੇਸ਼ਾ ਜੀਣ ਵਾਲਾ ਹੈ, ਹਮੇਸ਼ਾ ਰਹਿਣ ਵਾਲਾ ਹੈ, ਕਿਧਰੇ ਜਾਣ ਵਾਲਾ ਨਹੀਂ ਹੈ. ਉਸ ਤੋਂ ਬਾਅਦ ਡਿਸਕਸ਼ਨ ਆਈ ਕਿ ਤੁਸੀਂ ਕਿਸ ਤਰ੍ਹਾਂ ਉੱਥੇ ਤੱਕ ਪਹੁੰਚ ਸਕਦੇ ਹੋ. ਤੇ ਪਹਿਲੀ ਸ਼ਰਤ ਲਗਾਈ ਜਾਂ ਪਹਿਲੀ ਕੰਡੀਸ਼ਨ ਇਹ ਲਗਾਈ ਕਿ ਉਹਦੀ ਮਰਜ਼ੀ ਨੂੰ ਜਾਣੋ, ਹੈ ਨਾ, ਉਹਦੀ ਮਰਜ਼ੀ ਨੂੰ ਪਹਿਚਾਣੋ. ਉਹਦੀ ਮਰਜ਼ੀ ਨੂੰ ਪਹਿਚਾਣ ਕੇ ਉਹਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਨੂੰ ਮਿਲਾ ਲਓ, ਜਾਂ ਇਹ ਕਹੋ ਕਿ ਉਹਦੀ ਮਰਜ਼ੀ ਨੂੰ ਖੁਸ਼ੀ ਨਾਲ ਅਪਣਾ ਲਏ ਬੰਦਾ. ਜੋ ਚਾਹੁੰਦਾ ਹੈ ਉਸ ਤਰ੍ਹਾਂ ਕਰੇ, ਆਪਣਾ ਕੰਮ ਜੀਵਨ ਉਸ ਤਰ੍ਹਾਂ ਬਿਤਾਏ ਜਿਸ ਤਰ੍ਹਾਂ ਉਹ ਪ੍ਰਮਾਤਮਾ ਚਾਹੁੰਦਾ ਹੈ. ਫਿਰ ਅੱਗੇ ਦੱਸਿਆ ਨੇ ਕਿ ਇਹ ਤਾਂ ਹੋ ਸਕਦਾ ਹੈ ਜੇ ਬੰਦੇ ਦੀ ਸੋਚਣੀ ਵਿੱਚ ਇਹ ਸੋਚਣੀ ਨਿਕਲ ਜਾਏ ਅਹੰਗ ਵਾਲੀ ਜਾਂ ਅਹੰਕਾਰ ਵਾਲੀ, ਜਾਂ ਸਾਡੇ ਕੇਸ ਵਿੱਚ ਹਉਮੈ ਵਾਲੀ ਬਿਰਤੀ ਬਦਲ ਜਾਏ. ਉਹ ਇਹ ਹੈ ਕਿ ਬੰਦਾ ਸੋਚੇ ਨਾ ਕਿ ਮੈਂ ਕਰਨ ਕਰਾਉਣ ਵਾਲਾ ਉਹ ਹੈ, ਮੈਂ ਨਹੀਂ ਹੈ.
ਉਹ ਬੇਪਰਵਾਹ ਹੈ। ਤੇ ਇਹ ਚੀਜ਼ਾਂ ਦੀ ਡਿਸਕਸ਼ਨ ਜਦੋਂ ਨਾਲ ਚੱਲੀ ਤੇ ਨਾਲ ਇਹ ਵੀ ਦੱਸਿਆ ਨੇ ਕਿ ਗੁਣ ਗਾਇਨ ਸਭ ਤੋਂ ਇੰਪੋਰਟੈਂਟ ਹੈ। ਫਿਰ ਇਹ ਵੀ ਦੱਸਿਆ ਨੇ ਉਹਨਾਂ 5 ਪੌੜੀਆਂ ਵਿੱਚ ਕਿ ਉਹਨੂੰ ਦੇ ਤੁਸੀਂ ਕੁਝ ਸਕਦੇ ਨਹੀਂ, ਉਹ ਤੋਂ ਲੈਂਦੇ ਹੀ ਆਏ ਹੋ ਹਮੇਸ਼ਾ, ਉਸਨੂੰ ਕੁਝ ਦੇ ਨਹੀਂ ਸਕਦੇ। ਜਿਸ ਨੂੰ ਕੁਝ ਦੇ ਨਹੀਂ ਸਕਦੇ, ਜਦੋਂ ਤੋਂ ਹਮੇਸ਼ਾ ਤੁਸੀਂ ਲਿੱਤਾ ਹੈ ਔਰ ਉਹ ਦੇ ਕੇ ਤੁਸੀਂ ਲੈਂਦੇ ਥੱਕ ਜਾਂਦੇ ਹੋ, ਉਹ ਦੇ ਕੇ ਥੱਕਦਾ ਨਹੀਂ ਹੈ। ਇਹੋ ਜਿਹੇ ਅਨੰਤ ਅਕਾਲ ਪੁਰਖ ਵਾਸਤੇ ਤੁਸੀਂ ਕੀ ਕਰ ਸਕਦੇ ਹੋ, ਕੀ ਦੇ ਸਕਦੇ ਹੋ ਉਸਨੂੰ, ਕੀ ਤੁਸੀਂ ਕੀ ਵਾਪਸ ਕਰ ਸਕਦੇ ਹੋ ਉਸਨੂੰ। ਤੇ ਉੱਥੇ ਫਿਰ ਗੱਲ ਇਹ ਆਈ ਸੀ ਕਿ ਉਹਦੀ ਵਡਿਆਈਆਂ ਨੂੰ ਵਿਚਾਰ ਕੇ ਭਾਵ ਗੁਣ ਗਾਇਨ ਕਰੇ ਬੰਦਾ। ਤੇ ਗੁਣ ਗਾਇਨ ਕਿਸ ਤਰ੍ਹਾਂ ਕਰੇ? ਗੁਣ ਗਾਇਨ ਇਸ ਤਰ੍ਹਾਂ ਕਰੇ ਕਿ ਉਹਦੇ ਜਿਹੜੇ ਗੁਣ ਹਨ, ਜਿਹੜੇ ਗੁਣ ਮੂਲ ਮੰਤਰ ਵਿੱਚ ਵੀ ਆਏ ਹਨ ਤੇ ਅੱਗੇ ਵੀ ਬਾਣੀ ਵਿੱਚ ਆਏ ਹਨ, ਉਹਨਾਂ ਗੁਣਾਂ ਨੂੰ ਅਪਣਾਏ, ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਲੈ ਕੇ ਆਏ ਤੇ ਉਸ ਸ੍ਰਿਸ਼ਟੀ ਨੂੰ ਸਾਰਿਆਂ ਵਿੱਚ ਪ੍ਰਮਾਤਮਾ ਵਿੱਚ ਦੇਖੇ ਉਸਨੂੰ, ਤੇ ਉਹਨਾਂ ਗੁਣਾਂ ਨੂੰ ਗਾਇਨ ਕਰੇ। ਤੇ ਉਹਨਾਂ ਨੂੰ ਗੁਣਾਂ ਨੂੰ ਗਾਇਨ ਕਿੰਜ ਕਰੇ? ਉਹਨਾਂ ਗੁਣਾਂ ਨੂੰ ਬਾਰ-ਬਾਰ ਦੁਹਰਾਏ। ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਧਿਆਨ ਕਰੇ ਉਹਦਾ, ਤੇ ਉਹ ਪਾਰਸ਼ਲ ਹੈ। 10-15 ਮਿੰਟ ਦਾ ਧਿਆਨ, 20 ਮਿੰਟ ਦਾ ਧਿਆਨ ਇਜ਼ ਗੁੱਡ, ਅੱਧੇ ਘੰਟੇ ਦਾ, whatever you want to do, ਕਿਸੇ ਦੀ ਚੀਜ਼ ਦੇ ਉੱਤੇ। ਅਸਲੀ ਗੱਲ ਇਹ ਹੈ ਕਿ ਪ੍ਰਮਾਤਮਾ ਨਾਲ ਪਿਆਰ ਪਵੇ ਤੁਹਾਡਾ। ਪਿਆਰ ਕਿਵੇਂ ਪਵੇ ਤੁਹਾਡਾ? ਪਿਆਰ ਪਏਗਾ ਬਾਣੀ ਦੇ ਰਾਹੀਂ। ਮੈਂ ਪੂਰੀਆਂ ਤੁਹਾਨੂੰ ਪੜ੍ਹ ਕੇ ਸੁਣਾਈਆਂ ਸਨ, ਕਿਸ ਤਰ੍ਹਾਂ ਗੁਰਬਾਣੀ ਹੈਲਪ ਕਰਦੀ ਹੈ ਉਸ ਪਿਆਰ ਦੇ ਮੰਜ਼ਿਲ ਵਿੱਚ, ਕਿਸ ਤਰ੍ਹਾਂ ਹੈਲਪ ਕਰਦੀ ਹੈ। ਮੈਂ ਪੂਰੀਆਂ ਤੁਹਾਨੂੰ ਲਾਈਨਾਂ ਸੰਥਿਆ ਤੋਂ ਪੜ੍ਹ ਕੇ ਸੁਣਾਈਆਂ ਸਨ ਕਿ ਗੁਰਬਾਣੀ ਦੇ ਥਰੂ ਗੁਣ ਵਿਚਾਰ ਕਰੇ। ਉਹਦੇ ਨਾਲ ਕੀ ਹੋਏਗਾ? ਉਹਦੇ ਨਾਲ ਉਹ ਗੁਣ ਤੁਹਾਡੇ 'ਚ ਆਉਣਗੇ। ਗੁਣਾਂ ਨਾਲ ਆਉਣ ਨਾਲ ਕੀ ਹੋਏਗਾ? ਤੁਹਾਡੇ ਜੀਵਨ ਵਿੱਚ ਸੇਵਾ ਆਏਗੀ, ਤੁਹਾਡੇ ਜੀਵਨ ਵਿੱਚ ਸ਼ਾਂਤੀ ਆਏਗੀ। ਉਹਦੇ ਨਾਲ ਕੀ ਹੋਏਗਾ? ਤੁਸੀਂ ਹਰ ਇੱਕ ਵਿੱਚ ਪ੍ਰਮਾਤਮਾ ਨੂੰ ਦੇਖ ਪਾਓਗੇ। ਉਹਦੇ ਨਾਲ ਕੀ ਹੋਏਗਾ? ਉਸ ਸ੍ਰਿਸ਼ਟੀ ਦੀ ਸੇਵਾ ਤੁਹਾਡੇ ਅੰਦਰ ਪੈਦਾ ਹੋ ਜਾਏਗੀ ਤੇ ਕਰਦਿਆਂ ਉਸ ਕ੍ਰੀਏਟਰ ਨਾਲ ਰਿਲੇਸ਼ਨਸ਼ਿਪ ਐਸਟੈਬਲਿਸ਼ ਹੋ ਜਾਏਗੀ। ਜੇ ਕ੍ਰੀਏਟਰ ਨਾਲ ਇਸ ਰਿਲੇਸ਼ਨਸ਼ਿਪ ਜਦੋਂ ਐਸਟੈਬਲਿਸ਼ ਹੋ ਜਾਏਗੀ ਤੇ ਉਹਦੇ ਨਾਲ ਪਿਆਰ ਵਧੇਗਾ। ਜਦੋਂ ਪਿਆਰ ਵਧੇਗਾ ਤੇ ਫਿਰ ਪ੍ਰਮਾਤਮਾ ਰਸਤਾ ਅੱਗੇ ਦਿਖਾਏਗਾ ਆਪਣੇ ਆਪ। ਇਹ ਇੱਕ ਪ੍ਰੋਸੈਸ ਹੈ ਜਿਹੜਾ ਜਪਜੀ ਦੀਆਂ ਇਹਨਾਂ ਪਹਿਲੀਆਂ 5 ਪੌੜੀਆਂ ਵਿੱਚ ਬੜੀ ਖੂਬਸੂਰਤੀ ਨਾਲ ਮਹਾਰਾਜ ਨੇ ਡਿਸਕ੍ਰਾਈਬ ਕੀਤੇ ਨੇ। ਇਸ ਪ੍ਰੋਸੈਸ ਨੂੰ ਬੜੀ ਵਾਰੀ ਕਹਿ ਚੁੱਕੇ ਹਾਂ। ਤੇ ਇਸ ਤੋਂ ਪਿਛਲੀ ਪੌੜੀ ਵਿੱਚ ਥਾਪੇ ਨਾ ਜਾਏ ਕੀਤਾ ਨਾ ਹੋਵੇ ਵਿੱਚ ਇੱਕ ਉੱਥੇ ਦਿੱਤੀ ਸੀ, ਉੱਥੇ ਮੂਰਤੀ ਪੂਜਾ ਦੀ ਤਰਫ ਇਸ਼ਾਰਾ ਸੀ ਕਿ ਉਸਨੂੰ ਉਹਦੀ ਮੂਰਤ ਬਣਾ ਕੇ ਕਿਧਰੇ ਸਥਾਪਿਤ ਨਹੀਂ ਕਰ ਸਕਦੇ ਤੁਸੀਂ, ਕਿਉਂਕਿ ਉਹ ਅਨੰਤ ਹੈ। ਹਾਂਜੀ, ਉਹਦੀਆਂ ਹੱਦਾਂ ਨਹੀਂ ਹਨ ਕੋਈ ਵੀ। ਤੇ ਦੂਸਰਾ ਹੁਣ ਹਿੰਦੂਇਜ਼ਮ ਦਾ ਟੌਪਿਕ ਲੈਂਦੇ ਹਨ ਜਿਹੜਾ ਉਸ ਵੇਲੇ ਬੜਾ ਇੰਪੋਰਟੈਂਟ ਸੀ ਤੇ ਹੁਣ ਵੀ ਹੈ। ਉਹ ਹੈ ਤੀਰਥਾਂ ਤੇ ਜਾਣਾ ਤੇ ਇਸ਼ਨਾਨ ਕਰਨੇ ਤੇ ਤੀਰਥਾਂ ਦੇ ਥਰੂ ਕੁਝ ਸਟੈਬਲਿਸ਼ ਕਰਨਾ, ਮੰਗਣਾ। ਮੈਂ ਇਹ ਗੱਲ ਬਿਲਕੁਲ ਕਲੀਅਰ ਕਰ ਦਿਆਂ ਇੱਥੇ, ਆਈ ਵਾਂਟ ਟੂ ਮੇਕ ਸ਼ੋਰ ਕਿ ਦਿਸ ਇਜ਼ ਗੋਜ਼ ਇਨ ਕ੍ਰਿਸਟਲ ਕਲੀਅਰ ਕਿ ਗੁਰੂਆਂ ਨੇ ਕਦੀ ਤੀਰਥਾਂ ਨੂੰ ਕ੍ਰਿਟਿਸਾਈਜ਼ ਨਹੀਂ ਕੀਤਾ। ਗੁਰਬਾਣੀ ਕਦੀ ਤੀਰਥਾਂ ਨੂੰ ਕ੍ਰਿਟਿਸਾਈਜ਼ ਨਹੀਂ ਕਰਦੀ। ਗੁਰਬਾਣੀ ਇਹ ਨਹੀਂ ਕਹਿੰਦੀ ਕਿ ਤੀਰਥਾਂ ਤੇ ਨਾ ਜਾਓ। ਗੁਰਬਾਣੀ ਇਹ ਨਹੀਂ ਕਹਿੰਦੀ ਕਿ ਗੁਰੂ ਅਸਥਾਨਾਂ ਦੀ ਸੇਵਾ ਨਾ ਕਰੋ। ਗੁਰਬਾਣੀ ਇਹ ਨਹੀਂ ਕਹਿੰਦੀ ਕਿ ਹਰਮੰਦਰ ਸਾਹਿਬ ਦੇ ਦਰਸ਼ਨ ਨਾ ਕਰੋ। ਇਨਫੈਕਟ ਅਰਦਾਸ ਵਿੱਚ ਵਰਡ ਆਏ ਹਨ, श्री दरबार साहब जी के, अमृतसर साहब जी के दर्शन इशनान की सेवा इंपॉर्टेंट है बड़ी। और पर गल ये आई है कि सिर्फ इशनान करन नाल या सिर्फ दर्शन करन नाल मुक्ति नहीं है। ये इंपॉर्टेंट है बड़ा समझना। उत्थे दा ते साडे दा तो उन्हां च फर्क ये है कि सनातनी धर्म विच 4 धाम दे दर्शन करने, एंड एवरीबडी नु 4 धाम जिहड़े हैं नॉर्थ साउथ ईस्ट वैस्ट वाले जिहड़े 4 धाम जिहड़े हैं, जिहड़े 4 धामां दे दर्शन करने, दर्शन करन नाल दर्शन दे विच बड़ा कुछ मिल जांदा है। दर्शन करन नाल मुक्ति है, इत्थे दर्शन करन नाल मुक्ति नहीं। लेकिन दर्शन नु डिस्करेज नहीं किया गया। ये नहीं किया गया कि ना जाओ। क्यों नहीं डिस्करेज किया गया? क्योंकि उत्थे जाण दे फायदे बड़े हैं। क्यों की फायदे हैं उत्थे? उत्थे फायदे ये हैं कि उत्थे वड्डे दे चरण पे हैं, उत्थे साधु संतां दे चरण पे हैं, उत्थे वड्डे वड्डे बैठे हैं, उत्थे आके उत्थे होर गुरु के प्यारे आंदे हैं, मेरे वर्गे तुहाडे वर्गे जिन्हां नूं प्यार है इस पासे। सो उस जगह की अपनी इंपॉर्टेंस। पर जे कोई कहे कि उत्थे जाण नाल ही मेरा काम सर जाएगा, खाली उत्थे इशनान करन नाल ही मेरा काम सर जाएगा, वो गलत है गल। इत्थे आई वांट टू मेक श्योर कि इत्थे ऐ ना समझे कि तीर्थां ते जाण ते मनाही है। मनाही नहीं है तीर्थां ते जाण, क्रिटिसिज्म नहीं है तीर्थां। क्रिटिसिज्म उन्हां वास्ते है जेड़े कहंदे हैं कि तीर्थां ते जाण नाल ही बस हो गई मेरी गल, बन गई मेरी। उत्थे क्रिटिसिज्म ना उत्थे।
ਸੋ ਤੀਰਥ ਮਾੜੇ ਨਹੀਂ, ਤੀਰਥ ਆਪਸ ਵਿੱਚ ਮਾੜੇ ਨਹੀਂ ਹਨ, ਲੇਕਿਨ ਇਹ ਸੋਚਣੀ ਕਿ ਤੀਰਥ ਤੇ ਜਾ ਕੇ ਹੀ ਮੇਰਾ ਕੰਮ ਜਿਹੜਾ ਵੈ ਸਰ ਜਾਏਗਾ ਮੇਰਾ ਕੰਮ। ਅਨਫੋਰਚੂਨੇਟਲੀ ਜੇ ਇਸ ਤਰ੍ਹਾਂ ਹੁੰਦਾ ਤੇ ਕਈ ਦਰਬਾਰ ਸਾਹਿਬ ਹਰ ਸਾਲ ਦਰਸ਼ਨ ਕਰਨ ਜਾਂਦੇ ਹਨ, ਕਈ ਉੱਥੇ ਜਿਹੜੇ ਲੋਕਲ ਰਹਿੰਦੇ ਹਨ ਉਹ ਰੋਜ਼ ਜਾਂਦੇ ਹਨ, ਕਈਆਂ ਦੀ ਤੇ ਰੋਜ਼ ਜਾਣ ਵਾਲਿਆਂ ਕੋਲ ਪੁੱਛੋ ਕਿ ਤੁਹਾਨੂੰ ਨਾਮ ਦੀ ਪ੍ਰਾਪਤੀ ਹੋ ਗਈ ਹੈ, ਹੁਣ ਹੋ ਗਿਆ, ਵਿਰਾਗ ਨਹੀਂ ਰਿਹਾ ਜਾਂਦਾ ਤੁਹਾਨੂੰ ਪ੍ਰਮਾਤਮਾ ਬਿਨਾਂ, ਅੱਖਾਂ ਰੋ ਰੋ ਕੇ ਥੱਕ ਗਈਆਂ ਤੁਹਾਡੀਆਂ ਹੁਣ ਪ੍ਰਭੂ ਮਿਲਾਪ ਦੇ ਇਸ ਵਿਛੋੜੇ ਨਾਲ, ਕਿ ਵਿਛੋੜਾ ਤੁਹਾਡੇ ਕੋਲ ਹੁਣ ਸਿਆ ਨਹੀਂ ਜਾਂਦਾ, ਵਿਛੋੜਾ, ਰਾਤ ਨੀਂਦ ਨਹੀਂ ਆਉਂਦੀ, ਕੁਝ ਖਾਣ ਦਾ ਮਨ ਨਹੀਂ ਕਰਦਾ, ਹੁਣ ਗੁਰੂ ਤੋਂ ਬਿਨਾਂ ਜੀਣ ਦਾ ਮਨ ਨਹੀਂ ਕਰਦਾ, ਕਿ ਤੁਹਾਡੇ ਅੰਦਰ ਵਿਛੋੜੇ ਦੀ ਇਹ ਹਾਲਤ ਹੋ ਗਈ ਹੈ ਹੁਣ ਕਿ ਸੁੱਧ-ਬੁੱਧ ਤੁਹਾਡੀ ਖੁੱਦ ਗਈ ਹੈ ਹੁਣ। ਤੇ ਬੜੇ ਲੋਕਾਂ ਦੇ ਆਨਸਰ ਨਹੀਂ ਹੋਣਗੇ ਉਹ ਜੇ, ਬੜੇ ਲੋਕਾਂ ਦੇ ਆਨਸਰ ਉਸ ਤਰ੍ਹਾਂ ਦੇ ਨਹੀਂ ਹੋਣਗੇ, ਉਹ ਕਹਿਣਗੇ ਨਹੀਂ ਇਹੋ ਜੀ ਫੀਲਿੰਗ ਨਹੀਂ ਅੰਦਰ ਸਾਨੂੰ। ਕੋਈ ਪੁੱਛੇ ਉਹਨਾਂ ਨੂੰ ਕਿ ਤੁਹਾਡੀ ਕ੍ਰੋਧ ਚਲਾ ਗਿਆ, ਸਾਰਾ ਕ੍ਰੋਧ ਤੇ ਕੰਟਰੋਲ ਆ ਗਿਆ ਹੈ, ਲੋਭ ਤੇ ਕੰਟਰੋਲ ਆ ਗਿਆ ਹੈ, ਕਾਮ ਤੇ ਕੰਟਰੋਲ ਆ ਗਿਆ ਹੈ, ਅਹੰਕਾਰੀ ਨਹੀਂ ਰਹੇ, ਹੁਣ ਹੋਮੇ ਵਾਲੀ ਫੀਲਿੰਗ ਚਲੀ ਗਈ ਹੈ ਸਾਰੀ। ਤੇ ਸ਼ਾਇਦ ਤੁਹਾਨੂੰ ਨਿਰਾਸ਼ਾ ਹੋਏ ਸੁਣ ਕੇ ਉਹਨਾਂ ਤੋਂ ਕਿ ਨਹੀਂ ਇਹ ਨਹੀਂ ਹੋਇਆ ਕੰਮ ਸਾਡੇ ਨਾਲ ਪੂਰੀ ਤਰ੍ਹਾਂ। ਤੇ ਉੱਥੇ ਤੀਰਥਾਂ ਦਾ ਕਸੂਰ ਨਹੀਂ ਹੈ, ਉੱਥੇ ਇਹ ਨਹੀਂ ਕਿ ਦਰਬਾਰ ਸਾਹਿਬ ਜਾਣ ਦੇ, ਦਰਬਾਰ ਸਾਹਿਬ ਦੇ ਅੰਦਰਲੇ ਜਾਂ ਕਿਸੇ ਤੀਰਥ ਦੇ, ਚਾਹੇ ਹਿੰਦੂਆਂ ਦੇ ਤੀਰਥ ਹੋਣ, ਚਾਹੇ ਇਸਲਾਮ ਦੇ ਵਿੱਚ ਕਾਬਾ ਦੇ ਦਰਸ਼ਨ ਹੋਣ ਉਹਨਾਂ ਨੂੰ। ਤੇ ਕਈ ਹੁਣ ਹੱਜ ਕਰਕੇ ਆਏ ਨੇ ਕਾਬਾ ਤੋਂ, ਤੇ ਕਾਬਾ ਤੋਂ ਹੱਜ ਕਰਨ ਤੋਂ ਬਾਅਦ ਪਾਪ ਜੇ ਮਿਟ ਗਏ ਨੇ ਉਹਨਾਂ ਦੇ, ਭਾਵ ਜੇ ਅੰਦਰ ਆ ਕੇ ਜੇ ਉਸ ਇੱਕ ਅਕਾਲ ਪੁਰਖ ਅੱਲਾਹ ਨਾਲ ਜਾਂ ਅੱਲਾਹ ਨਾਲ ਉਹਨਾਂ ਦਾ ਪਿਆਰ ਵੱਧ ਗਿਆ ਹੈ, ਨਹੀਂ ਰਹਿ ਸਕਦੇ ਉਹਦੇ ਬਿਨਾਂ, ਹਰ ਚੀਜ਼ ਉਸ ਤੋਂ ਪੁੱਛ ਕੇ ਕਰਦੇ ਹਨ, ਤੇ ਫਿਰ ਵਾਹ ਹੈ ਉਸ ਮੁਸਲਮਾਨ, ਫਿਰ ਵਾਹ ਹੈ ਉਹਨਾਂ ਤੇ ਜਾਣ ਵਾਲੇ ਹੱਜ ਕਰਨ ਵਾਲੇ, ਵਾਹ ਹੈ ਫਿਰ ਉਹ ਚਾਰ ਧਾਮ ਦੇ ਦਰਸ਼ਨ ਕਰਨ ਵਾਲਿਆਂ ਨੂੰ। ਪਰ ਜੇ ਵਾਪਸ ਆ ਕੇ ਫਿਰ ਉਹੀ ਹਾਲਤ ਹੈ, ਅਗਰ ਵਾਪਸ ਆ ਕੇ ਵੀ ਕੋਈ ਬਦਲਿਆ ਨਹੀਂ ਖਾਸ, ਉੱਥੇ ਗੁਰੂ ਨਾਨਕ ਦੇਵ ਜੀ ਦਾ ਫੋਕਸ ਹੈ। ਸੋ ਇਸ ਪੌੜੀ ਵਿੱਚ, ਪਹਿਲੀ ਪੌੜੀ ਵਿੱਚ ਥਾਪਿਆ ਨਾ ਜਾਏ, ਕੀਤਾ ਨਾ ਹੋਵੇ, ਉੱਥੇ ਮੂਰਤੀ ਪੂਜਾ ਦੇ ਉੱਤੇ ਕਰਕੇ ਤੇ ਗੁਰੂ ਦੇ ਉੱਤੇ ਸੰਦੇਸ਼ ਦਿੱਤਾ ਸੀ ਨੇ, ਤੇ ਇੱਥੇ ਵੀ ਉਹੀ ਸੰਦੇਸ਼ ਹੈ। ਸੰਦੇਸ਼ ਇਹ ਹੈ ਕਿ ਤੀਰਥਾਂ ਤੇ ਜਾਣ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਗਾਰੰਟੀ ਨਹੀਂ ਹੈ। ਅਸੀਂ ਨਹੀਂ ਕਹਿੰਦੇ ਤੁਸੀਂ ਨਾ ਜਾਓ, ਪਰ ਜੇ ਤੈਨੂੰ ਚੰਗਾ ਲੱਗਦਾ ਹੈ ਤੇ ਮੈਂ ਚਲਾ ਵੀ ਜਾਵਾਂਗਾ ਉੱਥੇ ਜਾ ਕੇ, ਪਰ ਜੇ ਤੈਨੂੰ ਨਹੀਂ ਚੰਗਾ ਲੱਗਦਾ ਤੇ ਮੈਂ ਜਾ ਕੇ ਕੀ ਕਰਾਂ ਮੈਂ, ਜਾਂ ਮੈਂ ਜੇ ਤੈਨੂੰ ਨਹੀਂ ਚੰਗਾ ਲੱਗਦਾ, ਜੇ ਉੱਥੋਂ ਨਾ ਮਿਲਿਆ ਤੋਂ, ਤੇ ਮੈਂ ਕੀ ਕਰਾਂਗਾ ਜਾ ਕੇ। ਮਹਾਰਾਜ ਆਪ ਤੀਰਥਾਂ ਤੇ ਗਏ ਹਨ, ਗੁਰੂ ਨਾਨਕ ਦੇਵ ਜੀ ਬੜੀਆਂ ਫੇਰੀਆਂ ਵਿੱਚ, ਲੇਕਿਨ ਸਮਝਾਉਣ ਵਾਸਤੇ ਗਏ ਹਨ, ਉਹ ਪ੍ਰਮਾਤਮਾ ਪ੍ਰਾਪਤੀ ਆਲਰੇਡੀ ਹੋਈ ਸੀ ਉਹਨਾਂ। ਸੋ ਇੱਥੇ ਉਸ ਗੱਲ ਨੂੰ ਭੁੱਲਿਓ ਨਾ, ਮਤਲਬ ਕਿ ਇਹਨਾਂ ਪੌੜੀਆਂ ਦਾ ਗਲਤ ਮਤਲਬ ਨਹੀਂ ਕੱਢਣਾ ਤੁਸੀਂ ਕਿ ਤੀਰਥਾਂ ਦੇ ਜਾਣ ਤੇ ਮਨਾਹੀ ਕਰ ਦਿੱਤੀ ਉਹਨਾਂ ਨੇ, ਮਨਾਹੀ ਨਹੀਂ ਕੀਤੀ। ਗੁਰਮੁਖ ਨਾਮ ਦਾ ਇਸ਼ਨਾਨ ਹੈ। ਸੋ ਇੱਥੇ ਨਾਮ ਦਾ ਇਸ਼ਨਾਨ ਦੇ ਉੱਤੇ ਕਈਆਂ ਦੇ ਇਸ਼ਨਾਨ ਦੇ ਮੀਨਿੰਗ ਨੂੰ ਡਿਫਰੈਂਟ ਕਰ ਲੈਤੇ ਹਨ, ਪਰ ਇਸ਼ਨਾਨ ਦੀ ਵੀ ਆਪਣੀ ਇੰਪੋਰਟੈਂਸ ਹੈ। ਉਸ ਪਾਣੀ ਵਿੱਚ ਦਰਬਾਰ ਸਾਹਿਬ ਦੇ ਜਾ ਕੇ ਇਸ਼ਨਾਨ ਕਰਨ ਦੀ ਇੱਕ ਆਪਣੀ ਇੰਪੋਰਟੈਂਸ। ਇਹਦਾ ਮਤਲਬ ਨਹੀਂ ਕਿ ਇਸ਼ਨਾਨ ਕਰਨ ਦੇ ਨਾਲ ਪਾਪ ਮਿਟ ਜਾਂਦੇ ਹਨ, ਤੇ ਇਸ਼ਨਾਨ ਕਰਨ ਦੇ ਨਾਲ ਸਾਰੇ ਦੇ ਸਾਰੇ ਪਾਪ ਮਿਟ ਜਾਂਦੇ ਹਨ, ਤੇ ਇਸ਼ਨਾਨ ਕਰਨ ਦੇ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਉਸੇ ਵੇਲੇ ਉਸ ਬੰਦੇ ਨੂੰ ਹੋ ਜਾਂਦੀ ਹੈ, ਇਹੋ ਜਿਹੀ ਗੱਲ ਨਹੀਂ ਹੈ। ਪਰ ਫਿਰ ਵੀ ਉੱਥੇ ਜਾਣ ਨਾਲ ਮਨ 'ਚ ਨਿਮਰਤਾ ਆਉਂਦੀ ਹੈ, ਮਨ ਵਿੱਚ ਭਗਤੀ ਭਾਵਨਾ ਪੈਦਾ ਹੁੰਦੀ ਹੈ। ਅੰਦਰ ਜਦੋਂ ਐਂਟਰ ਕਰਦੇ ਹੋ ਉਸ ਸਥਾਨਾਂ ਤੇ ਅੰਦਰ ਇੱਕ ਪ੍ਰਮਾਤਮਾ ਦੀ ਰੋਹ ਅੰਦਰ ਪੈਦਾ ਹੁੰਦੀ ਹੈ। ਥੋੜੀ ਦੇਰ ਵਾਸਤੇ ਵੀ ਆਏ, ਪਰ ਉੱਥੇ ਗੁਰੂ ਰਾਮਦਾਸ ਪਾਤਸ਼ਾਹ ਦੀ ਛੋਹ ਹੈ, ਉੱਥੇ ਬਾਬਾ ਬੁੱਢਾ ਜੀ ਦੀ ਛੋਹ ਹੈ, ਉੱਥੇ ਜੱਸਾ ਸਿੰਘ ਆਹਲੂਵਾਲੀਆ ਵਰਗੇ ਵੱਡੇ ਬੈਠੇ ਹਨ, ਜਿਹੜੇ ਰਹੇ ਹਨ ਅੰਦਰ, ਉੱਥੇ ਦਰਸ਼ਨ ਕੀਤੇ ਹਨ, ਉਹਨਾਂ ਦੀ ਆਤਮਾਵਾਂ ਦੇ ਦਰਸ਼ਨ ਉੱਥੇ ਹੁੰਦੇ ਹਨ। ਇਸ ਵਾਸਤੇ ਉੱਥੇ ਪ੍ਰੋਬੇਬਿਲਿਟੀ ਜ਼ਿਆਦਾ ਹੈ ਸ਼ਾਇਦ ਪਹੁੰਚਣ ਦੀ, ਉੱਥੇ ਪ੍ਰੋਬੇਬਿਲਿਟੀ ਤੁਹਾਡੇ ਇਸ ਪਾਸੇ ਅਟਰੈਕਟ ਹੋਣ ਦੀ ਜ਼ਿਆਦਾ। So ਇੱਥੇ ਮੈਂ ਰੁਕ ਜਾ ਇੱਕ ਸੈਕਿੰਡ ਵਾਸਤੇ, see if you have anybody has any questions before I move forward though on the podi itself though, and the crux of the podi ਜਿਹੜੀ ਹੈ number 6. Any questions so far? Any issues though what I've spoken so far? Otherwise I'll continue talk. So ਤੀਰਥਾਂ ਦੇ ਉੱਤੇ important ਸੀ ਆ ਵਾਲਾ discussion, you know, so the ਗਲਤ meaning ਨਹੀਂ ਕਰਨੀ ਅਸੀਂ। So ਪਹਿਲੀ no questions I guess? Okay ਜੀ। ਸੋ ਤੀਰਥ ਨਾਵਾਂ ਜੇ ਤਿਸ ਪਾਵਾਂ ਵੇੜ ਭਾਣੇ ਕੇ, ਮਤਲਬ ਕਿ ਜੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਕਰ ਲਾਂਗੇ ਜੇ ਤੈਨੂੰ ਚੰਗਾ ਲੱਗਦਾ, ਤੇ ਜੇ ਤੇਰੇ ਹੁਕਮ ਵਿੱਚ ਹੈ, ਤੇ ਭਾਵ ਜੇ ਤੂੰ ਯਾਦ ਆਇਆ ਤੇ ਫਿਰ ਮੈਂ ਜਾ ਕੇ ਤੀਰਥਾਂ ਤੇ ਇਸ਼ਨਾਨ ਕਰਾਂ। ਹਾਂਜੀ, ਜੇ ਤੂੰ ਯਾਦ ਨਹੀਂ ਆਇਆ ਤੇ ਮੈਂ ਤੀਰਥਾਂ ਤੇ ਜਾ ਕੇ ਕੀ ਕਰਾਂ। ਵਿਣ ਭਾਣੇ ਕੇ ਨਾ ਹੀ ਕਰੀ, ਮਤਲਬ ਕਿ ਜੇ ਤੈਨੂੰ ਨਹੀਂ ਚੰਗਾ ਲੱਗਦਾ, ਤੇ ਤੇਰੇ ਭਾਣੇ 'ਚ ਨਹੀਂ ਹੈ, ਤੇ ਮੈਂ ਕੀ ਕਰਾਂਗਾ ਜਾ ਕੇ ਉੱਥੇ, ਜੇ ਤੈਨੂੰ ਨਹੀਂ ਚੰਗਾ ਲੱਗਦਾ। ਤੇ ਜੇ ਤੈਨੂੰ ਚੰਗਾ ਲੱਗਦਾ ਹੈ, ਭਾਵ ਇਹਦਾ ਮਤਲਬ ਇਹ ਨਹੀਂ ਕਿ ਤੀਰਥਾਂ ਤੇ ਨਾ ਜਾਵਾਂ, ਇਹਦਾ ਮਤਲਬ ਕਿ ਤੀਰਥਾਂ ਤੇ ਜਾ ਕੇ ਤੈਨੂੰ ਯਾਦ ਕਰਾਂ,
जे उत्थे जावां या ना जावां तेरी याद मेरे अंदर होवे। हाँ, उत्थे जाके होर श्रद्धालुओं नूं देख के मेरे अंदर रोह पैदा होवे ते चंगी गल है। पर इत्थे ये नहीं है कि तीर्थां ते जाण ते कहते कि तीर्थां ते जाना ही नहीं है, नहीं वो गल नहीं है। इत्थे गुरु अस्थानां ते दर्शन करने, गुरु इतिहास जगह ते दर्शन करने, तख्तां ते दर्शन करने, नादेड़ दर्शन करने, पटना साहिब जाके आसा दी वार दा कीर्तन दा श्रवण करना, अनंदपुर साहब केसगढ़ जाके केसगढ़ साहब जाके दसम पिता दे आत्मा दे दर्शन करने, ये माड़ी गल नहीं। माड़ी गल ये है कि ये समझे कि अनंदपुर साहब हो आया तो मेरा काम हो गया सारा, ये माड़ी गल है। सो तीर्थ ते नहाना, तीर्थां ते नहाना, तीर्थां ते स्नान करने ताई फायदेमंद है जे उस परमात्मा दी भक्ति तुहाडे अंदर है ते जे उसनूं याद करदे हो। ते इसी वास्ते नोटिस करोगे अरदास तीर्थां ते जाण दी नहीं कीती ने लास्ट विच। अरदास ये भी नहीं, अरदास किसे गा अरदास कीती ने ना भुल्लण वाली अरदास है भी तू भुल्ले ना मैनूं कदी, तू तू हमेशा मेरे अंदर रहे। अरदास वही है जो पहले अरदास जो पहले कीती सी ने, अरदास है कि गुरा एक देह बुझाई सबना जियां का एक दाता। क्यों? क्योंकि तुसी ना विसरो किधरे मेरे, ये अरदास है बार। और मैं पहली बारी बड़ी क्लास किया सी कि गुरु नानक साहब जदों जांदे सन जिथे जिथे फेरियां ते जिथे उदासियां ते गए हैं ते जिन्हों आशीर्वाद मिलता सी ते वो आशीर्वाद यही हुंदा जदों कोई मत्था टेकदा सी ते उन्होंने यही कहते सन कि जा पुरखा तैनूं अकाल चेते आवे, तैनूं हमेशा अकाल पुरख चेते आवे, तू जा पुरखा तैनूं हमेशा परमात्मा याद रहे, तैनूं हमेशा तेरी उहदी याद तेरे अंदर समाए। ਇਹ ਅਸੀਸ ਮਿਲਦੀ ਸੀ, ਉਹ ਅਸੀਸ ਵੱਡਿਆਂ ਤੋਂ ਹੁਣ ਤੱਕ ਮਿਲਦੀ ਹੈ। ਵੱਡਿਆਂ ਦੇ ਬੁਨਿਆਦ ਬਚਪਨ ਚ ਆਪਣੇ ਗ੍ਰੈਂਡ ਪੇਰੈਂਟਸ ਦੇ ਮੱਥਾ ਤੇ ਬੰਦਾ ਟੇਕਦਾ ਸੀ ਜਾਂ ਕਿਸੇ ਅੱਗੇ ਤੇ ਅਸੀਸ ਮਿਲਦੀ ਸੀ, ਗੁਰੂ ਅੰਗ ਸੰਗ ਰਹੇ ਤੇਰੇ ਹਮੇਸ਼ਾ ਯਾਦ ਆਏ ਤੈਨੂੰ, ਜਾਂ ਤੇਰੀ ਯਾਦ ਕਦੀ ਭੁੱਲੇ ਨਾ, ਉਹਦੀ ਯਾਦ ਤੈਨੂੰ ਕਦੀ ਹਮੇਸ਼ਾ ਤੇਰੇ ਅੰਦਰ ਸਮਾ ਜਾਏ ਤੈਨੂੰ ਯਾਦ। ਤੇ ਅਰਦਾਸ ਇਸੇ ਗੱਲ ਦੀ ਹੈ। ਕਿਉਂ ਕਰਦੇ ਹਨ ਤੀਰਥਾਂ ਬਾਰੇ ਗੱਲ? ਤੀਰਥਾਂ ਬਾਰੇ ਗੱਲ ਇਸ ਵਾਸਤੇ ਕੀਤੀ ਨੇ ਕਿ ਇਹ ਆਪਣੇ ਕਰਮਾਂ ਨਾਲ ਤੁਹਾਨੂੰ ਪ੍ਰਮਾਤਮਾ ਮਿਲਣ ਦੀ ਆਪਣੇ ਉਹਦੇ ਉੱਤੇ ਫੋਕਸ ਨਾ ਕਰੋ ਕਿ ਮੈਂ ਇਹ ਕਰ ਲਾਂਗਾ, ਮੈਂ ਤੀਰਥਾਂ ਤੇ ਚਲਾ ਜਾਵਾਂਗਾ, ਮੈਂ ਕੁਝ ਕਰ ਲਾਂਗਾ ਤੇ ਮੈਨੂੰ ਤੀਰਥਾਂ ਤੇ ਜਾਣ ਨਾਲ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਜੇਤੀ ਸਿਰਟੀ ਉਪਾਈ ਵੇਖਾਂ ਵਿਣ ਕਰਮਾ ਕੇ, ਉਹ ਕਰਮ ਦੇ ਮੀਨਿੰਗ ਬੜੇ ਹਨ। ਇੱਕ ਕਰਮ ਦੇ ਮੀਨਿੰਗ ਹਨ ਡੀਡਸ, ਇੱਕ ਕਰਮ ਦੇ ਮੀਨਿੰਗ ਹਨ ਭਾਗ, ਕਰਮਾਂ ਚ ਨਹੀਂ ਲਿਖਿਆ ਮੇਰੇ। ਇੱਕ ਕਰਮ ਹੈ ਮੈਂ ਆਪਣੇ ਕਰਮ ਕਰਨੇ या मैं कुछ कर रहा हूँ डीड्स हैं, एक मेरे कर्मा च नहीं है या मेरे भागां च नहीं है, ते भागां च नहीं है ते भाग कोई रैंडमली लिखे नहीं जाते किसी जे कहते परमात्मा भाग किसी दे लिखदा है या भाग किसी दे रैंडमली नहीं डिसाइड करता कि हुण ए बैठा होया दे भाग है ते बी बैठा होया दे ए और बी दे और सी दे या डी दे ई दे ਉਹਦੀ ਜ਼ਿੰਦਗੀ ਨੂੰ ਦੇਖ ਕੇ ਉਹਦੇ ਭਾਗ ਲਿਖੇ ਜਾਂਦੇ, ਉਹਦੇ ਕਰਮਾਂ 'ਚ ਕੀ ਲਿਖਿਆ ਹੋਇਆ। ਤੇ ਇੱਕ ਕਰਮ ਫਾਰਸੀ ਦਾ ਵਰਡ ਹੈ ਜਿਹਦੇ ਮਤਲਬ ਹੈ ਬਲੇਸਿੰਗਸ, ਹੈ ਨਾ। ਸੋ ਕਰਮ ਦੇ ਆਥਰ ਨੇ ਬੜੇ ਡਿਫਰੈਂਟ ਮੀਨਿੰਗ ਇੱਥੇ ਵੀ ਅਪਲਾਈ ਕੀਤੇ ਹਨ। ਹੁਣ ਡੈਫੀਨੇਟਲੀ ਇੱਥੇ ਆਪਣੇ ਕਰਮਾਂ ਤੇ ਗੱਲ ਨਹੀਂ ਆਈ। ਹੁਣ ਕਈਆਂ ਨੇ ਭਾਗ ਲਿਖੇ ਹਨ ਤੇ ਭਾਗਾਂ ਦਾ ਫਲ ਪ੍ਰਦਾਤਾ ਪ੍ਰਮਾਤਮਾ ਨੂੰ ਲਿਖਿਆ, ਕਈਆਂ ਨੇ ਭਾਗ ਦੇ ਮੀਨਿੰਗ ਇੱਥੇ परमात्मा दी मेहर नूं लिखिया है। जेड़े पासों मर्जी ला लो, इट डजंट मैटर। ते इशू ये है कि ये लिखिया ने कि मैं सारी दुनिया घूम के देख चुकिया हाँ, देण वाला इक्को ही है, होर कोई नहीं, करण काण वाला इक्को ही है। तेरे भागां च लिखण वाला ओ है, फल प्रदाता ओ है, मेहर करण वाला ओ है। तेरे अपने कर्मां नाल कुछ नहीं होना, तेरी अपनी डीड्स नाल तू परमात्मा दी प्राप्ति नहीं कर सकता। ਕਰਮੀ ਆਵੇ ਕਪੜਾ ਨਦਰੀ ਮੋਖ ਦੁਆਰ ਦੀ ਗੱਲ ਪਹਿਲੇ ਕਰ ਆਏ ਹਨ ਆਪ। ਤੇ ਇਸ ਪੌੜੀ ਵਿੱਚ ਡਿਟੇਲ ਵਿੱਚ ਇਹੀ ਮੈਸੇਜ ਪੌੜੀ ਦਾ ਕਰਕਸ ਦਾ ਇਹ ਹੈ ਕਿ ਗੁਣ ਗਾਇਨ ਤੋਂ ਸਿਵਾਏ ਤੂੰ ਆਪਣੇ ਕਰਮਾਂ ਦੇ ਉੱਤੇ ਡਿਪੈਂਡ ਹੋ ਕੇ ਤੂੰ ਨਹੀਂ ਪਹੁੰਚ ਸਕਦਾ ਉੱਥੇ। ਨਾਮ ਹੀ ਸਹਾਇਕ ਹੈ, ਨਾਮ ਹੀ ਅਸਲੀ ਵਸਤੂ ਹੈ। ਤੇ ਨਾਮ ਇਹੋ ਜਿਹੀ ਚੀਜ਼ ਹੈ ਪ੍ਰਮਾਤਮਾ ਦਾ ਪਿਆਰ ਜਿਹੜੇ ਅੰਦਰ ਦੀਆਂ ਅੱਖਾਂ ਖੋਲ ਦਿੰਦਾ ਹੈ ਤੇ ਜਿਹੜੇ ਅੰਦਰ ਮਤ ਵਿੱਚ ਰਤਨ ਪਦਾਰਥ ਜਿਹੜੇ ਹਨ, ਜਿਹੜੇ ਸਭ ਦੇ ਅੰਦਰ ਹਨ, ਜਿਹੜੇ ਉਹ ਗੁਰੂ ਕੀ ਇੱਕ ਸਿੱਖ ਸੁਣੀ ਭਾਵ ਗੁਰੂ ਦੇ ਕਹਿਣੇ ਮੁਤਾਬਿਕ ਜ਼ਿੰਦਗੀ ਬਤੀਤ ਕਰਨ ਨਾਲ ਉਹ ਉਜਾਗਰ ਹੋ ਜਾਂਦੇ ਹਨ ਰਤਨ ਪਦਾਰਥ। ਦੇਖੋ ਮੈਂ ਐਗਜ਼ਾਮਪਲ ਦੇਣਾ ਛੋਟੀ ਜੀ ਤੁਹਾਨੂੰ, ਬੜੀਆਂ ਐਗਜ਼ਾਮਪਲਸ ਹਨ।
ਹੁਣ ਇੰਨੇ ਸਾਲ ਹੋ ਗਏ ਗੁਰਦੁਆਰੇ 'ਚ ਪੜ੍ਹਾਉਂਦਿਆਂ, ਕਈਆਂ ਨੂੰ ਦੇਖਿਆ ਵੀ ਹੋਇਆ ਛੋਟੀ ਉਮਰ ਵਿੱਚ 5-5 ਸਾਲ ਦੇ, ਕਈਆਂ ਨੂੰ ਦੇਖਿਆ 6-6 ਸਾਲ ਦੀ ਉਮਰ ਨੂੰ ਪੜ੍ਹਾਇਆ ਹੋਇਆ, ਜਿਨ੍ਹਾਂ ਨੂੰ ਜਿਹੜੇ ਹੁਣ ਵੱਡੇ ਹੋ ਕੇ ਕਾਲਜ ਚਲੇ ਗਏ ਹਨ। ਤੇ ਜਦੋਂ ਆਉਂਦੇ ਨੇ ਸਿੱਖਣ ਵਾਸਤੇ, ਕੋਈ ਤੁਹਾਡੇ ਕੋਲ ਸਿੱਖਣ ਵਾਸਤੇ ਆਉਂਦਾ ਹੈ, ਕੀਰਤਨ ਸਿੱਖਣ ਵਾਸਤੇ ਆਉਂਦੇ, ਕਿਸੇ ਨੂੰ ਕੋਈ ਬੋਧ ਨਹੀਂ ਹੁੰਦਾ। ਕੋਈ ਤਬਲਾ ਵੱਜ ਰਿਹਾ ਹੋਵੇ ਗੁਰਦੁਆਰੇ ਤੇ ਉਹਨੂੰ ਲੱਗਦਾ ਸਾਰੇ ਤਬਲੇ ਸੇਮ ਹਨ, ਹੈਨਾ। ਲੇਕਿਨ ਇਹੋ ਜਿਹੇ ਅੰਦਰ ਰਤਨ ਜਵਾਹਰ ਹਨ, ਜਦੋਂ ਮਹਾਰਾਜ ਦੀ ਕਿਰਪਾ ਹੁੰਦੀ ਹੈ ਉਹਦੇ ਉੱਤੇ, ਜਦੋਂ ਸਿੱਖਦਾ ਆਪ ਤੇ ਫਿਰ ਮਾਤਰਾ ਕਿੰਨੀਆਂ ਵੀ ਸਿੱਖ ਜਾਂਦਾ। ਫਿਰ ਜਦੋਂ ਬੈਠਦਾ ਦਰਬਾਰ ਹਾਲ ਵਿੱਚ ਤੇ ਉਹਨੂੰ ਫੌਰਨ ਪਤਾ ਲੱਗ ਜਾਂਦਾ ਕਿ 3 ਤਾਲ ਵੱਜ ਰਹੀ ਹੈ ਯਾਰ, ਇਹ ਨਹੀਂ 1 ਤਾਲ ਵੱਜ ਰਹੀ ਹੈ, ਨਹੀਂ ਰੂਪਕ ਵੱਜ ਰਿਹਾ ਹੈ। ਲਾਈਕ ਟਾਈਮ ਲੱਗਦਾ ਉਸਨੂੰ। ਤੇ ਇਹ ਰਤਨ ਜਵਾਹਰ ਅੰਦਰ ਸਨ ਨਾ ਉਹਦੇ ਬੈਠੇ ਹੋਏ। ਇਹ ਤੁਸੀਂ ਤੇ ਨਹੀਂ ਪਾਏ ਨਾ, ਤੁਸੀਂ, ਤੁਹਾਡੇ ਤੇ ਖਿਮਤਾ ਨਹੀਂ ਹੈ ਨਾ ਪਾਉਣ ਦੀ, ਇਹ ਤੇ ਅੰਦਰ ਪਾ ਕੇ ਭੇਜੇ ਗਏ ਹਨ ਅੰਦਰ। ਤੁਸੀਂ ਕੀ ਕੀਤਾ? ਤੁਸੀਂ ਗੁਰੂ ਦੀ ਕਿਰਪਾ ਲੈ ਕੇ ਉਸਨੂੰ ਉਜਾਗਰ ਕਰ ਦਿੱਤਾ ਅੰਦਰ। That's all you have done. ਸੋ ਇੱਥੇ ਸੰਦੇਸ਼ ਕੀ ਹੈ? ਸੰਦੇਸ਼ ਇਹ ਹੈ ਕਿ ਨਾਮ ਵਿੱਚ ਤਾਕਤ ਹੈ, ਪਰਮਾਤਮਾ ਦੇ ਪ੍ਰੇਮ ਵਿੱਚ ਇਹ ਤਾਕਤ ਹੈ ਜਿਹੜੀ ਕਿ ਗਿਆਨ ਨੂੰ ਉਜਾਗਰ ਅੰਦਰੋਂ ਕਰ ਦਿੰਦੀ ਹੈ। ਇਹ ਤੁਸੀਂ ਕਈ ਨਹੀਂ ਮੰਨਣਗੇ ਇਸ ਗੱਲ ਨੂੰ। ਇਹ ਹੁਣ ਤੁਹਾਡੀ, ਇਹ ਮੇਰੀ ਆਪਣੀ ਸਪਿਰਿਚੁਅਲ ਜਰਨੀ ਹੈ, ਤੁਹਾਡੀ ਆਪਣੀ ਜਰਨੀ ਹੈ। ਤੁਸੀਂ ਇਹ ਕਦੀ ਅਜ਼ਮਾ ਕੇ ਦੇਖ ਲਿਓ। ਕਈ ਵਾਰੀ ਗੱਲਾਂ ਕੋਈ ਸਮਝ ਨਹੀਂ ਆਉਂਦੀਆਂ, ਜਾਂ ਕਈ ਗੱਲ ਕੋਈ ਪੜ੍ਹੇ ਤੇ ਕੋਈ ਨਹੀਂ ਪੱਲੇ ਪੈਂਦੀ। ਇੱਕ ਵਾਰੀ ਬੰਦਾ ਅਰਦਾਸ ਕਰੇ ਤੇ ਗਿੜਗੜਾ ਜਾਵੇ ਇੱਕ ਵਾਰੀ, ਤੇ ਉਹ ਅੰਦਰ ਉਹਦੇ ਲਓ ਜਿਹੜੀ ਹੈ ਨਾਮ ਦੀ ਲਓ, ਤੁਹਾਨੂੰ ਖੁਦ ਬਖੁਦ ਰੋਸ਼ਨੀ ਦੇ ਦਿੰਦੀ ਹੈ। ਤੁਹਾਨੂੰ ਅਗਰ ਅਵਸਥਾ ਜਿਹੜਾ ਹੈ, ਰੋਸ਼ਨੀ ਆਲਰੇਡੀ ਹੈ ਪਿੱਛੇ ਉਹਦੇ, ਖਾਲੀ ਮੰਗਣ ਦੀ ਦੇਰ ਹੈ, ਖਾਲੀ ਨੇੜੇ ਟੁਕਣ ਦੀ ਦੇਰ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਇਸ ਪੁੱਤ ਦੀ ਬਹੁਤ ਖੂਬਸੂਰਤ ਵਿਆਖਿਆ ਕਰਦੇ ਹਨ ਸੰਥਿਆ ਵਿੱਚ। ਜਿਹਨਾਂ ਨੂੰ ਟਾਈਮ ਮਿਲੇ ਤੇ ਜ਼ਰੂਰ ਪੜ੍ਹਿਓ। 2-3 ਪੇਜ ਲਿਖੇ ਹਨ, ਪਰ ਬਹੁਤ ਡੀਪਰ ਐਨਾਲਿਸਿਸ ਹੈ ਇਹਨਾਂ ਪੌੜੀਆਂ ਦਾ। ਤੇ ਨਾਮ ਦੇ ਦੋ ਪਹਿਲੂ ਡਿਸਕਸ ਕੀਤੇ ਹਨ ਇੱਥੇ, ਕਿ ਨਾਮ ਦੀ ਇੱਕ ਕ੍ਰਕਸ ਇਸ ਪੌੜੀ ਦਾ ਹੈ। ਕ੍ਰਕਸ ਇਸ ਪੌੜੀ ਦਾ ਤੀਰਥਾਂ ਵਾਲਾ ਨਹੀਂ ਹੈ, ਕ੍ਰਕਸ ਇਸ ਪੌੜੀ ਦਾ ਹੈ ਕਿ ਨਾਮ ਹੀ ਇੰਪੋਰਟੈਂਟ ਹੈ, ਜੋ ਤੁਹਾਡੇ ਅੰਦਰ ਗਿਆਨ ਦਾ ਜਿਹੜਾ ਰੋਸ਼ਨੀ ਅੰਦਰ ਤੁਹਾਡੇ ਅੰਦਰ ਪਾਉਂਦਾ ਹੈ ਗੁਰੂ ਦੀ ਸਿੱਖਿਆ ਦੁਆਰਾ। ਨਾਮ ਤੋਂ ਬਿਨਾ ਹੋ ਨਹੀਂ ਸਕਦਾ, ਪ੍ਰਮਾਤਮਾ ਪਿਆਰ ਤੋਂ ਬਿਨਾ ਹੋ ਨਹੀਂ ਸਕਦਾ। तो प्यार ते एक लिखा ने कि मैं अंडर कोटेशन है वाली, नाम परमेश्वर दी प्यार रूपी आत्म दात को आकरण करता है। ते आत्म दात को आकरण करता है मतलब कि अंदरली दात जिहड़ी परमात्मा ने जिहड़े प्यार करदे हन उन्हां च खुद ब खुद रोशनी जिहड़ी है, नॉलेज जिहड़ी है अंदर आ जाती है। तीर्थां तो बगैर जाए भी आ जाती है, पर इसका मतलब नहीं तीर्थां ते ना जाओ। मैं अगेन आई वांट टू बी वेरी केयरफुल व्हाट आई से हियर, यू नो। नाम च ये ताकत है, नाम च ये ताकत है कि जेड़ी चीज तुसी कदी सोची भी नहीं सी कि तुसी नॉलेजेबल हो जाओगे, कदी सोचा भी नहीं सी कि 31 राग मैं सीख लवांगी या 31 रागां दा ज्ञान मेरे अंदर आ जाएगा। कदी सोचा भी नहीं सी कि जपजी दे असली भाव मेरे अंदर अंतर्गत हो जाएंगे। ये कदी सोचा भी नहीं सी कि मैं इस जिंदगी दे इस मुकाम च पहुंच जाऊंगा। नाम च ताकत है उन्हां च पहुंचाण दी, नाम च ताकत है कल्याण ते माली गोड़ा दे डिफरेंसेस तुहाडे अंदर सामने रखण दी, एक एक सुरां दी पहचान कराण दी। नाम च ताकत है कि उन्हां दी वार्मथ, गुरबाणी दी वार्मथ तुहाडे तक पहुंच जाए। ये परमात्मा दे प्रेम दी जादू हैं सारे। ये वड्डियां नूं पढ़न नाल, वड्डियां दी संगत करन नाल, ये उत्थे जाण नाल, गुरा एक देह बुझाई तो पहले जिहड़े वर्ड आए हैं, जे एक गुर की सिख सुनी, गुर की सिख सुनी मने गुरु दी सिक्ख्या दे हिसाब नाल जीवन बतीत करना। ते गुरु दी सिक्ख्या की है? गुरु दी सिक्ख्या शब्द है। शब्द नूं अगे रखना, अपने आप नूं पिछे कर लेना, शब्द दे हिसाब दे नाल जीवन नूं बतीत करना। ते जे शब्द प्रमुख हो गया ते सारी दी सारी नॉलेज खुद ब खुद तुहाडे अंदर आ जाएगी। नहीं ते जे मैं कितनी बारी पहले भी दस चुकिया हूं, कदी टाइम मिले तुहानूं, कदी कबीर साहब दे श्लोक हैं टुवर्ड्स द एंड ऑफ गुरु ग्रंथ साहिब महाराज दी बाणी विच, टुवर्ड्स द एंड लास्ट 100 पेजेस विच 12 ਤੋਂ ਵਧੇਕ सीरीज दे अंदर उन्हां दे श्लोक आंदे हैं। कदी पढ़े हो उन्हां श्लोकां नूं? मेरे हिसाब नाल वन ऑफ द मोस्ट कॉम्प्लेक्स और वन ऑफ द मोस्ट इंट्रीगिंग थॉट प्रोसेस है फ्रॉम अ फिलोसॉफिकल एंगल तो उन्हां श्लोकां दा। ते कोई पढ़े, कोई दसे, कोई कित्थों लैके आए ज्ञान। कबीर साहब तो गए नहीं स्कूल कदी, गुरु नानक भी स्कूल नहीं गए कदी, तो इथों कित्थों मिल गया सारा कुछ, इथों ज्ञान तो सारा कित्थों कुछ प्रकट हो गया सारा।
ਇਹ ਯਾਦ ਰੱਖਿਓ ਮੇਰੀ ਗੱਲ, ਸਾਇੰਸ ਦੀਆਂ ਹੱਦਾਂ ਜਿੱਥੇ ਖਤਮ ਹੁੰਦੀਆਂ ਨਾ, ਜਿੱਥੇ ਹਿਊਮਨ ਲੌਜਿਕ ਦੀ ਹਾਈਐਸਟ ਪੁਆਇੰਟ ਤੇ ਹਿਊਮਨ ਲੌਜਿਕ ਜਿੱਥੇ ਖਤਮ ਹੁੰਦਾ ਨਾ, ਜਿੱਥੇ ਉੱਥੇ ਪਰਮਾਤਮਾ ਦਾ ਰਸਤਾ ਸ਼ੁਰੂ ਹੁੰਦਾ। ਜਿੱਥੇ ਆਇਨਸਟਾਈਨ ਵਰਗੇ ਸਭ ਤੋਂ ਸਿਆਣਿਆਂ ਦੀ ਸਮਝ ਜਿੱਥੇ ਖਤਮ ਹੁੰਦੀ ਹੈ ਨਾ, ਜਿੱਥੇ ਉਹ ਐਂਡਿੰਗ ਜਿੱਥੇ ਹੈ ਨਾ, ਮਨੇ ਚਰਮ ਸੀਮਾ ਦੀ ਸਮਝ ਮੈਂ ਕਹਿ ਰਿਹਾ, ਉੱਥੋਂ ਨਾਮ ਦੀ ਤਾਕਤ ਉੱਥੋਂ ਸ਼ੁਰੂ ਹੁੰਦੀ ਹੈ। ਤੇ ਇਹ ਕਦੀ, ਇਹਦਾ ਮਤਲਬ ਨਹੀਂ ਕਿ ਸਕੂਲ ਨਹੀਂ ਜਾਣਾ, ਇਹਦਾ ਮਤਲਬ ਇਹ ਨਹੀਂ ਕਿ ਆਪਣੇ ਆਪ ਨੂੰ ਨੌਲੇਜੇਬਲ ਨਹੀਂ ਰੱਖਣਾ, ਇਹਦਾ ਮਤਲਬ ਨਹੀਂ ਕਿ ਡਾਕਟਰ ਜਾਂ ਲਾਇਰ ਜਾਂ ਬਿਜ਼ਨਸਮੈਨ ਨਹੀਂ ਬਣਨੇ, ਨਹੀਂ, ਇਹ ਮੇਰਾ ਮਤਲਬ ਨਹੀਂ ਹੈ ਕਹਿਣ ਦਾ। ਉਹ ਜ਼ਰੂਰੀ ਹੈ ਆਪਣੀ ਜਗ੍ਹਾ ਤੇ, ਜੀਵਨ ਚ ਕਮਾਈ ਕਰਨ ਦੀ, ਆਪਣੇ ਜੀਵਨ ਦੀ ਪ੍ਰਤਪਾਲਨਾ ਕਰਨ ਦੀ, ਕਿਰਤ ਕਰਨ ਦੀ। ਪਰ ਇਹ ਨਾ ਸੋਚੇ ਕਿ ਉਹਨਾਂ ਹੱਦਾਂ ਨੂੰ ਮੈਂ ਪਾਰ ਕਰ ਲਿੱਤਾ ਹੈ, ਜਾਂ ਉਹਨਾਂ ਹੱਦਾਂ ਦੀ ਚੀਮਾ ਸ਼ਰਮ ਕਰਨ ਮੈਂ ਉਸ ਪਰਮਾਤਮਾ ਬਾਰੇ ਨੌਲੇਜ ਲੈ ਲਿੱਤੀ ਹੈ ਮੈਂ, ਤਾਂ I am now knowledgeable enough to talk about God। ਹਾਂਜੀ, ਕੀ ਕਰ ਰਿਹਾ ਪਰਮਾਤਮਾ, ਇਹ ਠੀਕ ਨਹੀਂ ਕਰ ਰਿਹਾ, ਇਹ ਫਲਾਣੇ ਨਾਲ ਠੀਕ ਨਹੀਂ ਹੋ ਰਿਹਾ, ਮੇਰੇ ਨਾਲ ਠੀਕ ਨਹੀਂ ਹੋ ਰਿਹਾ, ਉਹਦੇ ਨਾਲ ਕਿਉਂ ਹੋਇਆ ਇੰਜ, ਮੈਂ ਕਿਉਂ ਬਿਮਾਰ ਹੋ ਗਿਆ, ਇਹ ਮੈਨੂੰ ਕਿਉਂ ਨਹੀਂ ਮਿਲੀ ਗੱਲ, ਉਹਦੀਆਂ ਇੱਕ ਅੱਖ ਕਿਉਂ ਨਹੀਂ ਹੈ, ਉੱਥੇ ਇੰਨੇ ਬੰਦੇ ਮਰ ਕਿਉਂ ਗਏ, ਉਹ ਠੀਕ ਨਹੀਂ ਹੋ ਰਿਹਾ, ਇਹ ਇਨਜਸਟਿਸ ਹੋ ਰਿਹਾ ਬੜਾ, ਇਹ ਗੱਲਾਂ ਉਹੀ ਕਰਦੇ ਹਨ ਜਿਹੜੇ ਹਾਲੇ ਪਹੁੰਚੇ ਨਹੀਂ, ਜਿਹੜਾ ਵਿਸ਼ਵਾਸ ਨਹੀਂ ਜਿਨ੍ਹਾਂ ਦੇ ਅੰਦਰ। ਕਿਉਂਕਿ ਆਪਣੇ ਹਿਊਮਨ ਜਿਹੜੀ ਤੁਹਾਡੇ ਅੰਦਰ ਜਿਹੜੀ ਥਿੰਕਿੰਗ ਜਿਹੜੀ ਪਾਵਰ ਜਿਹੜੀ ਹੈ, ਉਹ ਲਿਮਿਟਡ ਥਿੰਕਿੰਗ ਪਾਵਰ ਹੈ ਕਿਸੇ ਹੱਦ ਤੱਕ, ਉਸ ਤੋਂ ਪਰੇ ਹੈ ਨਾਮ ਦੀ ਤਾਕਤ। ਸੋ ਇੱਕ ਤੇ ਨਾਮ ਦਾ ਪਿਆਰ ਰੂਪੀ ਹੈ ਜੋ ਆਤਮ ਦਾਤ ਨੂੰ ਆਕਰਣ ਕਰਦੀ ਹੈ, ਤੇ ਦੂਸਰਾ ਹੈ ਨਾਮ ਹੀ ਬੁੱਧੀ ਨੂੰ ਉਜਲ ਕਰਕੇ ਆਤਮ ਦਾਤ ਤੇ ਗ੍ਰਹਿਣ ਕਰਨ ਯੋਗ ਬਣਾ ਦਿੰਦੀ। ਤੇ ਕਈਆਂ ਦੀ ਇਹ ਹੁੰਦੀ ਹੈ ਕਿ ਮੈਂ ਜੀ ਅੰਮ੍ਰਿਤ ਨਹੀਂ ਛਕਿਆ ਬਿਕਾਜ਼ ਮੈਂ ਹਲੇ ਅੰਮ੍ਰਿਤ ਛਕਣ ਦੇ ਕਾਬਿਲ ਨਹੀਂ ਹੈ ਜੀ, ਮੈਂ ਹਲੇ ਮੇਰਾ ਮਨ ਸੱਚਾ ਨਹੀਂ ਹੋਇਆ, ਮੇਰੇ ਮਨ ਚ ਝੂਠ ਹੈ ਬੜਾ। ਅੰਮ੍ਰਿਤ ਛਕੇਗਾ ਤੇ ਬਾਣੀ ਪੜ੍ਹੇਗਾ ਤੇ ਤੇਰਾ ਮਨ ਸੱਚਾ ਹੋਏਗਾ ਨਾ, ਤੇਰਾ ਉਲਟਾ ਤੇ ਨਹੀਂ ਹੈ ਨਾ ਕਿਧਰੇ, ਤੂੰ ਤੇ ਆਪਣੇ ਆਪ ਤੋਂ ਜ਼ਿਆਦਾ ਜ਼ੋਰ ਦਿੱਤਾ, ਤੂੰ ਬਾਣੀ ਪੜ੍ਹੇਗਾ, ਬਾਣੀ ਪੜ੍ਹਨ ਨਾਲ ਮਨ ਨਿਰਮਲ ਹੋਏਗਾ। ਨਾਮ ਚ ਤਾਕਤ ਹੈ, ਤੁਹਾਡੇ ਚ ਨਿਰਮਲਤਾ ਲੈਣ ਆਉਣ ਦੀ, ਖੁਦ ਬ ਖੁਦ ਨਿਰਮਲਤਾ ਤੁਹਾਡੇ ਅੰਦਰ ਆ ਜਾਏਗੀ ਤੇ ਪਵਿੱਤਰ ਹੋ ਜਾਓਗੇ ਤੁਸੀਂ ਅੰਦਰ। ਸੋ ਇਸ ਪੌੜੀ ਦਾ ਕਰਕਸ ਇਹ ਹੈ ਕਿ ਆਪਣੇ ਕਰਮਾਂ ਦੇ ਵਿੱਚ, ਆਪਣੇ ਕਰਮ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ, ਚਾਹੇ ਤੀਰਥਾਂ ਦੇ ਇਸ਼ਨਾਨ ਕਿਉਂ ਨਾ ਹੋਵੇ ਵੱਡੇ ਤੋਂ ਵੱਡੇ। ਇੰਪੋਰਟੈਂਟ ਗੱਲ ਇਹ ਹੈ ਕਿ ਜੇ ਗੁਰੂ ਦੀ ਸਿੱਖਿਆ ਦੇ ਹਿਸਾਬ ਨਾਲ ਆਪਣੇ ਜੀਵਨ ਨੂੰ ਢਾਲੋਗੇ ਤੇ ਫਿਰ ਨਾਮ ਨਾਲ ਰਿਸ਼ਤਾ ਪੈਦਾ ਹੋਏਗਾ। ਜੇ ਨਾਮ ਨਾਲ ਰਿਸ਼ਤਾ ਪੈਦਾ ਹੋਏਗਾ ਤੇ ਖੁਦ ਬਖੁਦ ਜਿਹੜੇ ਰਤਨ ਜਵਾਹਰ ਜਿਸ ਪਿੱਛੇ ਅਸੀਂ ਢੂੰਡਦੇ ਹਾਂ, ਜਿਹੜੇ ਅਸਲੀ ਰਤਨ ਜਵਾਹਰ, ਉਹ ਰਤਨ ਜਵਾਹਰ ਤੁਹਾਡੇ ਆਪਣੀ ਬੁੱਧ ਦੇ ਵਿੱਚ ਖੁਦ ਬਖੁਦ ਆ ਜਾਣਗੇ ਤੁਹਾਡੇ। ਉਹ ਕਿਸੇ ਝੋਲੇ ਨਾਲ ਨਹੀਂ ਆਣਗੇ, ਉਹ ਨੈਚੁਰਲ ਪ੍ਰੋਸੈਸ ਨਾਲ ਆਣਗੇ ਸਾਰੇ। ਉਸੀ ਨੈਚੁਰਲ ਪ੍ਰੋਸੈਸ ਨਾਲ ਆਣਗੇ ਜਿਸ ਨੈਚੁਰਲ ਪ੍ਰੋਸੈਸ ਨਾਲ ਭਗਤਾਂ ਨੂੰ ਅੰਦਰਲਾ ਗਿਆਨ ਮਿਲਿਆ ਹੈ। ਉਸੀ ਨੈਚੁਰਲ ਪ੍ਰੋਸੈਸ ਨਾਲ ਆਣਗੇ ਜਿਸ ਨੈਚੁਰਲ ਪ੍ਰੋਸੈਸ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨੇ ਪੜਤਾਲਾਂ ਲਿਖੀਆਂ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਕੋਈ ਪੁੱਛੇ ਆ ਕੇ ਇਤਨੀ ਅਤ ਗਰੀਬੀ ਚ ਤੁਸੀਂ ਪੈਦਾ ਹੋਏ, ਛੋਟੇ ਉਮਰ ਚ ਮਾਂ ਚਲੀ ਗਈ, ਫਿਰ ਫਾਦਰ ਦੀ ਡੈਥ ਹੋ ਗਈ, ਫਿਰ ਤੁਸੀਂ ਆਪਣੀ ਨਾਨੀ ਨਾਲ ਆ ਗਏ ਵਾਪਸ 8 ਸਾਲ ਦੀ 7 ਸਾਲ ਦੀ ਉਮਰ ਵਿੱਚ। ਹੈ ਮੇਰੇ ਦਾਤਾ, ਤੁਸੀਂ ਤੇ ਘੁੰਗਣੀਆਂ ਵੇਚ ਕੇ ਆਪਣਾ ਪਾਲਣ ਕੀਤਾ, ਤੁਸੀਂ ਅਤ ਗਰੀਬੀ ਦੀ ਹਾਲਤ ਵਿੱਚ ਪਹੁੰਚੇ, ਤੁਹਾਨੂੰ ਇਹ ਸੰਗੀਤ ਦੀ ਦਾਤ ਕਿਹਨੇ ਦਿੱਤੀ ਤੁਹਾਨੂੰ? ਸ਼ਾਇਦ ਕਿਸੇ ਨੂੰ ਇੱਥੇ ਸੁਣਨ ਵਾਲੇ ਜੋ ਕਈਆਂ ਨੂੰ ਇਸ ਗੱਲ ਦਾ ਪਤਾ ਨਾ ਹੋਵੇ, ਟੋਟਲ 31 ਰਾਗਾਂ ਵਿੱਚੋਂ ਜਿਹੜੇ ਇੱਕ ਰਾਗ ਜਿਹੜਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਨੇ ਐਡ ਕਰਵਾਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਉਹਨਾਂ ਦੀ ਬਾਣੀ ਜਜਾਵੰਤੀ ਵਿੱਚ ਹੈ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਵਿੱਚ, ਕਰਤਾਰਪੁਰ ਵਾਲੀ ਬੀੜ ਵਿੱਚ ਸਿਰਫ 30 ਰਾਗ ਹਨ ਸਾਰੇ। ਤੇ ਉਹਨਾਂ 30 ਰਾਗਾਂ ਵਿੱਚ 11 ਰਾਗ ਜਿਹੜੇ ਆਲਮੋਸਟ ਅ ਥਰਡ, ਤੁਸੀਂ ਕਹ ਲਓ ਲਿਟਲ ਬਿਟ ਮੋਰ ਦੈਨ ਅ ਥਰਡ, ਗੁਰੂ ਰਾਮਦਾਸ ਪਾਤਸ਼ਾਹ ਨੇ ਐਡ ਕਰਵਾਏ ਰਾਗ। ਉਹਨਾਂ ਵਿੱਚੋਂ ਕਲਿਆਣ, ਉਹਨਾਂ ਵਿੱਚੋਂ ਮਾਲੀ ਗੋੜਾ, ਉਹਨਾਂ ਵਿੱਚੋਂ ਕੇਦਾਰਾ, ਉਹਨਾਂ ਵਿੱਚੋਂ ਟੋਡੀ, ਸਾਰੇ ਤਾਂ ਹੁਣ ਕਈ ਵਾਰੀ ਨਹੀਂ ਯਾਦ ਰਹਿੰਦੇ ਮੈਨੂੰ, ਉਹਨਾਂ ਵਿੱਚੋਂ ਬੈਰਾੜੀ, ਇਹ ਰਾਗ ਗੁਰੂ ਰਾਮਦਾਸ ਪਾਤਸ਼ਾਹ ਨੇ ਐਡ ਕਰਵਾਏ। ਤੇ ਕੋਈ ਪੁੱਛੇ ਇਹਨਾਂ ਕੋਲੋਂ, ਮਹਾਰਾਜ ਤੁਸੀਂ ਤੇ ਕਿਸੇ ਸਕੂਲ ਚ ਗਏ ਹੀ ਨਹੀਂ, ਤੁਸੀਂ ਕੋਈ ਮਿਊਜ਼ਿਕ ਸਕੂਲ, ਕੋਈ ਤੁਹਾਡੇ ਮਿਊਜ਼ਿਕ ਟੀਚਰ ਨਹੀਂ ਸੀ ਕੋਈ? ਸਾਡੇ ਤੇ ਸਾਰਿਆਂ ਦੇ ਮਿਊਜ਼ਿਕ ਟੀਚਰ ਹਨ, ਹੱਥ ਪਕੜ ਕੇ ਕੋਈ ਗਿਆਨ ਕਰਵਾਉਂਦਾ ਹੈ। ਮਹਾਰਾਜ ਤੁਹਾਡੇ ਤੁਸੀਂ ਕਿੱਥੋਂ ਕਰ ਲਿੱਤਾ ਸਾਰਾ ਇਹ ਬਾਣੀ? ਤੁਸੀਂ ਉਹਨਾਂ ਰਾਗਾਂ ਚ ਕਿਸ ਤਰ੍ਹਾਂ ਉਚਾਰਨ ਕੀਤੀ ਤੁਸੀਂ? ਤੇ ਇਹ ਉਹ ਜਾਣਨ ਨਾ, ਫਿਰ ਉਹਨਾਂ ਨੂੰ ਪਤਾ ਨਾ ਕਿਉਂਕਿ ਇਹ ਇੱਥੇ ਫਿਰ ਸੁਣਿਆ
धरतवल आकाश है ना, फिर ऐसे है ना, सो धरतवल आकाश, यू नो सो ए सुनिया दीप लो पाताल भी है ना, कि खाली खाली सुनने नाल खाली जो दुख पाप का नाश ते होंदा ही होंदा, सुनिया दुख पाप का नाश, पर सुनिया धरतवल आकाश ही है, ते सुनिया दीप लो पाताल भी है ना। महाराज तुसी ਇਹ ਪੜਤਾਲਾਂ ਦੀ ਨੌਲੇਜ, ਇਹ ਪੜਤਾਲਾਂ ਤੁਸੀਂ ਕਿਸ ਤਰ੍ਹਾਂ ਲਿਖਦੇ ਹੋ? ਜੇ ਕਈਆਂ ਨੂੰ ਨੌਲੇਜ ਨਹੀਂ, ਮੈਂ ਦੱਸ ਦਿਆਂ, ਕਈ ਵਾਰੀ ਦੇਖਣਾ ਖੋਜ ਕੇ, ਕੋਈ ਇਹ ਖੋਜੀ ਜਿਹੜੇ ਹਨ ਉਹ ਪਤਾ ਲੱਗੇਗਾ। ਤੇ ਪੜਤਾਲ ਦਾ ਮਤਲਬ ਹੈ ਤਾਲ ਨੂੰ ਪੜਤ ਕੇ ਗਾਣਾ। ਅਸੀਂ ਬੜੀਆਂ ਸਿੱਖੀਆਂ ਹੋਈਆਂ, ਜਿਹੜੀ ਕਿ ਅਸਥਾਈ ਜਿਹੜੀ ਹੈ, ਜਿਹੜਾ ਅਸਥਾਈ ਇੱਕ ਤਾਲ ਵਿੱਚ ਚੱਲੇਗੀ ਤੇ ਬਾਕੀ ਜਿਹੜੀਆਂ ਹਨ, ਜਿਹੜੀਆਂ ਉਹ ਅਲੱਗ ਤਾਲਾਂ 'ਚ ਗਾਈਆਂ ਜਾਂਦੀਆਂ। ਕਦੀ ਕਿਸੇ ਸ਼ਬਦ ਨੂੰ ਐਗਜ਼ਾਮਿਨ ਕਰਨਾ, ਪੜਤਾਲਾਵਾਂ ਦੇ ਸ਼ਬਦ ਨੂੰ, ਮਨ ਜਾਪੋ ਰਾਮ ਗੋਪਾਲ, ਇਸ ਸ਼ਬਦ ਨੂੰ ਦੇਖਣਾ, ਕਾਨੜਾ ਮਹੱਲਾ ਚੌਥਾ, ਮਨ ਜਾਪੋ ਰਾਮ ਗੋਪਾਲ, ਤੇ ਉੱਥੇ ਦੇਖਣਾ ਅਸਥਾਈ ਵਾਲੀ ਲਾਈਨ ਛੋਟੀ ਜਿਹੀ ਹੋਏਗੀ, 2-4 1-2 ਸੈਂਟੈਂਸਿਸ। ਫਿਰ ਜਦੋਂ ਅੰਤਰੇ ਚੱਲਣਗੇ ਤੇ ਇਤਨੇ ਲੰਬੇ ਸੈਂਟੈਂਸਿਸ ਹੋਣਗੇ, ਮਨੇ ਉਹ ਸੈਂਟੈਂਸ ਪੂਰੇ 2 ਲਾਈਨਾਂ ਦੇ 2.5 ਲਾਈਨਾਂ ਦਾ ਇੱਕ ਸੈਂਟੈਂਸ ਹੋਏਗਾ ਸਾਰਾ, ਤੇ ਉਹ ਮਿਊਜ਼ੀਕਲ ਐਂਗਲ ਤੋਂ ਲਿਖਿਆ ਗਿਆ ਨਾ ਉੱਥੇ, ਵੀ ਇਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਗਾਣਾ ਸੀ, ਉਸ ਤਰ੍ਹਾਂ ਨਹੀਂ ਗਾਣਾ। ਤੇ ਪੁੱਛੋ ਕੋਈ ਮਾਰੇ ਤੁਸੀਂ ਕਿੱਥੋਂ ਸਿੱਖਿਆ ਸਾਰਾ ਕੁਝ, ਤੇ ਜਵਾਬ ਇਹੀ ਆਏਗਾ ਕਿ ਜੋ ਇੱਥੇ ਜਪਜੀ ਵਿੱਚ ਆਏ, ਜਵਾਬ ਇਹੀ ਹੈ ਕਿ ਮਤ ਵਿੱਚ ਰਤਨ ਜਵਾਹਰ ਜੇ ਗੁਰ ਕੀ ਸੁਖ ਸੁਣੀ ਨੂੰ ਉਹਨਾਂ ਨੇ ਪੁੱਛ ਕਰਕੇ ਦਿਖਾਇਆ ਹੋਣਾ। ਉਹ ਆਪਣੇ ਗੁਰੂ ਤੋਂ ਇਹ ਸਿੱਖਿਆ ਲਿੱਤੀ ਉਹਨਾਂ ਨੇ, ਸਭ ਚਾਨਣਾ ਅੰਦਰੋਂ ਖੁਦ ਬਖੁਦ ਹੋ ਗਿਆ। ਨਾਮ 'ਚ ਤਾਕਤ ਹੈ ਕਰਨ ਦੀ, ਨਾਮ 'ਚ ਇਹ ਤਾਕਤ ਹੈ। ਮੰਨੋ ਮੇਰੀ ਗੱਲ, ਹੱਥ ਜੋੜ ਕੇ ਮੈਂ ਕਹਿੰਦਾ, ਨਾਮ ਵਿੱਚ ਬਹੁਤ ਤਾਕਤਾਂ ਹਨ, ਪ੍ਰਮਾਤਮਾ ਦੇ ਪਿਆਰ ਵਿੱਚ ਬਹੁਤ ਤਾਕਤਾਂ ਹਨ, ਤੇ ਇਹ ਤਾਕਤ ਜਦੋਂ ਤੁਹਾਡੇ ਅੰਦਰ ਆਂਦੀ ਹੈ ਤੇ ਖੁਦ ਬਖੁਦ ਨੌਲੇਜ, ਸਾਰੀ ਦੀ ਸਾਰੀ ਨੌਲੇਜ ਤੁਹਾਡੇ ਅੰਦਰ ਚਲੀ ਜਾਂਦੀ, ਤੁਹਾਨੂੰ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ। ਇਸੇ ਵਾਸਤੇ ਮਹਾਰਾਜ ਨਾਮ ਦੀ ਅਰਦਾਸ ਹੀ ਕਰਦੇ ਹਨ। ਤੇ ਨਾਮ ਦੀ ਅਰਦਾਸ ਕੀ ਹੈ? ਨਾਮ ਦੀ ਅਰਦਾਸ ਇਹ ਹੈ ਕਿ ਪ੍ਰਮਾਤਮਾ ਦੀ ਲੋ ਤੁਹਾਨੂੰ ਅੰਦਰ ਭੁੱਲੇ ਨਾ, ਤੁਹਾਡੇ ਅੰਦਰ। ਨਾਮ ਦੀ ਅਰਦਾਸ ਇਹ ਹੈ ਕਿ ਉਹ ਹਮੇਸ਼ਾ ਯਾਦ ਆਏ। ਨਾਮ ਦੀ ਅਰਦਾਸ ਇਹ ਹੈ ਕਿ ਤੁਹਾਡੇ ਅੰਦਰ ਉਹ ਇਸ ਤਰ੍ਹਾਂ ਵਸੇ ਕਿ ਤੁਹਾਨੂੰ ਕਦੀ ਭੁੱਲਣ ਦੀ, ਤੁਹਾਡੇ ਅੰਦਰ ਭੁੱਲ ਹੋਏ ਹੀ ਨਾ ਉਹਦੀ, ਹਮੇਸ਼ਾ 24 ਘੰਟੇ ਉਹਦਾ, ਤੁਹਾਡਾ ਮਨ ਉਹਦੇ ਵਿੱਚ ਰਵੇ। ਇਹ ਇੰਨੀ ਈਜ਼ੀ ਨਹੀਂ ਹੈ ਕਰਨਾ, ਪਰ ਅਰਦਾਸ ਕਰਦੇ ਹਨ ਕਿ ਗੁਰਾ ਕਿਤੇ ਹੋ ਜਾਏ, ਹੇ ਮੇਰੇ ਗੁਰੂ ਮੇਰੀ ਇੱਛਾ ਪੂਰੀ ਕਰ ਦਿਓ ਮੇਰੀ। ਬਾਕੀ ਇੱਛਾ ਪੂਰੀ ਕੀਤੀਆਂ, ਧੀਆਂ ਪੁੱਤਰ ਦਿੱਤੇ ਹਨ, ਪੈਸੇ ਦਿੱਤੇ ਹਨ, ਘਰ-ਬਾਰ ਵੱਡੇ ਦਿੱਤੇ ਹਨ, ਸਿਹਤ ਦਿੱਤੀ ਹੈ, ਇਹ ਮੇਰੀ ਇੱਛਾ ਪੂਰੀ ਕਰੋ। ਉਹ ਇੱਛਾ ਕੀ ਹੈ? ਉਹ ਨਾ ਵਿਸਰਨ ਦੀ ਦਾਤ ਹੈ। ਉਹ ਹੈ ਕਿ ਸਭਨਾ ਜੀਆਂ ਕਾ ਇੱਕ ਦਾਤਾ, ਜਿਹੜਾ ਕਰਨ ਕਰਾਉਣ ਵਾਲਾ ਇੱਕ ਹੈ, ਜਿਹੜਾ ਸਾਰਿਆਂ ਦਾ ਮੂਲ ਹੈ, ਜਿਹੜਾ ਉਸ ਦਾਤੇ ਦੀ ਜਿਹੜੀ ਅੰਦਰਲੀ ਜਿਹੜੀ ਰੋਹ ਹੈ, ਜਿਹੜੀ ਅੰਦਰਲੀ ਜਿਹੜੀ ਯਾਦ ਹੈ, ਹੇ ਮੇਰੇ ਦਾਤਾ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਟੁੱਟ ਜਾਓ ਤੁਸੀਂ, ਤੇ ਤੁਸੀਂ ਉਸ, ਹੇ ਮੇਰੇ ਗੁਰੂ, ਉਸ ਦਾਤੇ ਨੂੰ ਮੇਰੇ ਅੰਦਰੋਂ ਕਦੀ ਵਿਛੜਨ ਨਾ ਦਿਓ, ਉਸ ਦਾਤੇ ਨਾਲ ਮੇਰੀ ਪਰਮਾਨੈਂਟ ਰਿਲੇਸ਼ਨਸ਼ਿਪ ਪੈਦਾ ਕਰ ਦਿਓ। ਜੇ ਪੈਦਾ ਕਰਾਓਗੇ, ਜੇ ਪੈਦਾ ਕਰੋਗੇ, ਤੇ ਮੇਰੇ ਅੰਦਰ ਫਿਰ ਉਹ ਲੋਹ ਛੁੱਟੇਗੀ। ਜੇ ਉਹ ਲੋਹ ਛੁੱਟੇਗੀ ਮੇਰੇ ਅੰਦਰ ਨਾਮ ਦੀ, ਤੇ ਮੇਰੇ ਅੰਦਰ ਉਹ ਮਤ ਜਵਾਹਰ ਸਾਰਾ ਕੁਝ ਮਿਲ ਜਾਏਗਾ ਮੈਨੂੰ। ਤੇ ਇਸ ਮਤ ਜਵਾਹਰ ਵਾਲੋਂ ਹੇ ਮੇਰੇ ਦਾਤਾ ਮੈਂ ਤੁਹਾਡੇ ਨੇੜੇ ਆ ਜਾਵਾਂ, ਉਹ ਗੁਣ ਮੇਰੇ ਚ ਪ੍ਰਾਪਤ ਹੋ ਜਾਣਗੇ, ਜਿਹੜੇ ਗੁਣ ਹਲੇ ਮੂਲ ਮੰਤਰ ਤੁਸੀਂ ਕਹਿ ਆਏ। ਤੇ ਇਹ ਇਸ ਪੌੜੀ ਦਾ ਇੱਕ ਭਾਵ ਜਿਹੜਾ ਹੈ, ਮੂਲ ਹੈ ਨਾ ਵਿਸਰਨ ਦੀ ਦਾਤ ਵਾਲਾ। ਇਸ ਪੌੜੀ ਦੀ ਡਿਸਕਸ਼ਨ ਤੇ ਬੜੀ ਅਨੰਤ ਹੈ, ਬਟ ਤੁਸੀਂ ਦੋਨੋਂ ਪੌੜੀਆਂ ਨੂੰ ਇਕੱਠਿਆਂ ਲੈਣਾ ਹੈ, ਨੰਬਰ 5 ਤੇ ਨੰਬਰ 6 ਨੂੰ। ਥਾਪਿਆ ਨਾ ਜਾਏ, ਕੀਤਾ ਨਾ ਹੋਵੇ, ਤੇ ਇੱਥੇ ਤੀਰਥ ਨਾ ਹੋ। ਹਿੰਦੂਇਜ਼ਮ ਦੇ 2 ਵੱਡੇ ਕਨਸੈਪਟ ਜਿਹੜੇ ਹਨ, ਇੱਕ ਮੂਰਤੀ ਪੂਜਾ ਤੇ ਇਸ਼ਾਰਾ ਹੈ, ਇੱਕ ਜਗ੍ਹਾ ਤੇ ਪ੍ਰਮਾਤਮਾ ਨੂੰ ਥਾਪ ਦੇਣਾ, ਭਾਵ ਇੱਕ ਜਗ੍ਹਾ ਪ੍ਰਮਾਤਮਾ ਬੈਠਾ ਹੋਇਆ, ਦੂਸਰੀ ਜਗ੍ਹਾ ਨਹੀਂ ਬੈਠਾ ਹੋਇਆ, ਜਾਂ ਉਸ ਮੂਰਤੀ ਵਿੱਚ ਆ ਤੇ ਉੱਥੇ ਨਹੀਂ ਆ ਬਾਹਰ। ਤੇ ਇੱਕ ਤੀਰਥਾਂ ਤੇ ਇਸ਼ਨਾਨ ਕਰਨੇ, ਤੀਰਥਾਂ ਤੇ ਇਸ਼ਨਾਨ ਜ਼ਰੂਰ ਕਰੇ, ਪਰ ਇਹ ਨਾ ਸਮਝੇ ਕਿ ਤੀਰਥ ਇਸ਼ਨਾਨ ਕਰਨ ਤੋਂ ਬਾਅਦ ਮੇਰੇ ਸਾਰੇ ਪਾਪ ਧੁੱਲ ਜਾਣਗੇ। ਤੇ ਪਾਪ ਧੁੱਲਣਗੇ ਤਾਂ ਜਦੋਂ ਗੁਣ ਗਾਇਨ ਵਿੱਚ ਆਏਗਾ। ਉਹ ਹੈ ਨਾਨਕ ਗਾਵੀਏ ਸੁਣੀਏ ਮਨ ਰੱਖੀਏ ਭਾਓ, ਉਹ ਜਦ ਤੱਕ ਨਹੀਂ ਹੁੰਦਾ ਤੁਹਾਡਾ ਅੰਦਰੋਂ। ਤੇ ਜੇ ਹੋਏਗਾ ਤੇ ਫਿਰ ਸਾਰੇ ਮਤ ਵਿੱਚ ਰਤਨ ਜਵਾਹਰ ਜਿਹੜੇ ਗੁਰੂ ਨੇ ਦਿੱਤੇ ਹਨ ਸਾਰੇ ਬਾਹਰ ਪ੍ਰਗਟ ਹੋ ਜਾਣਗੇ। ਤੀਰਥਾਂ ਤੇ ਜ਼ਰੂਰ ਜਾਓ,
मूर्ति पूजा करनी है ਤੁਹਾਡੀ ਮਰਜ਼ੀ ਹੈ, करो ना करो, लेकिन ਇਹ ना समझो कि ਇੱਥੇ ਸਥਾਪਿਤ ਹੋ ਗਿਆ परमात्मा, ਉੱਥੇ ਸਥਾਪਿਤ ਨਹੀਂ ਹੋਇਆ। ਸਥਾਪਿਤ ਨਹੀਂ ਹੋਣ ਵਾਲਾ ਉਹ ਹਰ ਜਗ੍ਹਾ ਬੈਠਾ ਹੋਇਆ ਹੈ। ਤੇ ਉਹ ਗੁਰੂ ਨਾਲ ਰਿਲੇਸ਼ਨਸ਼ਿਪ ਜਦੋਂ ਐਸਟੈਬਲਿਸ਼ ਹੁੰਦੀ ਹੈ, ਜਿਹਦੇ ਮੂੰਹ ਵਿੱਚ ਸਾਰੇ ਨਾਤ ਤੇ ਸਾਰੀ ਨੌਲੇਜ ਹੈ, ਉਸ ਸੱਚੇ ਗੁਰੂ ਦੀ ਕਿਰਪਾ ਦੁਆਰਾ ਇਹ ਮਤ ਤੇ ਜਤਨ ਵਿੱਚ ਜਵਾਹਰ ਪ੍ਰਗਟ ਹੁੰਦੇ ਹਨ ਸਾਰੇ। ਇਹ ਛੇਵੀਂ ਪੌੜੀ ਦਾ ਕ੍ਰਕਸ ਹੈ ਸਾਰਾ। I'm going to stop for a second and see if anybody has any further questions on this podi though. It's a small podi, but I hope कि 5th ਤੇ 6th ਪੌੜੀਆਂ ਦਾ ਜਿਹਨਾਂ ਦੀ ending same ਹਨ ਦੋਨਾਂ ਦੇ, ਤੇ ਉਹਨਾਂ ending ਜਿਹੜੇ similar ending ਵਾਲੀਆਂ ਜਿਹੜੀਆਂ ਪੌੜੀਆਂ ਜਿਹੜੀਆਂ ਹਨ ਉਹ ਤੁਹਾਨੂੰ ਕਲੈਰਿਟੀ ਹੋ ਜਾਵੇ ਕਿਉਂ ਦੋਨੋਂ ਜਗ੍ਹਾ ਅਰਦਾਸ ਕੀਤੀ ਨੇ, ਪੌੜੀ ਨੰਬਰ 5 ਤੇ ਵੀ ਤੇ ਪੌੜੀ ਨੰਬਰ 6 ਵਿੱਚ। ਉਹ ਇਹ ਅਰਦਾਸ ਸਭ ਤੋਂ ਸਰਵੋਤਮ ਅਰਦਾਸ ਹੈ, ਬਹੁਤ ਵੱਡੀ ਅਰਦਾਸ ਹੈ, ਨਾ ਵਿਸਰਨਾ। ਮੈਂ ਕਈ ਵਾਰੀ ਪਹਿਲੇ ਵੀ ਕਿਹਾ ਹੋਇਆ, ਡਿਸਕਸ ਕੀਤਾ ਸੀ, ਮੈਨੂੰ ਯਾਦ ਹੈ ਬਚਪਨ ਚ ਕਈ ਵਾਰੀ ਅਸੀਂ ਪਟਨਾ ਜਾਂਦੇ ਸੀ, ਕਲਕੱਤਾ ਤੋਂ ਨਜ਼ਦੀਕ ਸੀ ਬੜਾ, ਤੇ ਉੱਥੇ ਦੇਖੋ ਅਚਾਨਕ ਨਾ ਹੀ ਭੁੱਲ ਗਿਆ ਮੈਨੂੰ ਉਹਨਾਂ ਦਾ, ਜਿਹੜੇ ਵੱਡੇ ਸਨ ਉੱਥੇ, ਜਿਹੜੇ ਪ੍ਰਮੁੱਖ ਜਿਹੜੇ ਸੇਵਾਦਾਰ ਜਿਹੜੇ ਸਨ ਉੱਥੇ ਅੰਦਰ, ਜਿਹੜੇ ਉਹ ਹਮੇਸ਼ਾ ਵਾਲ ਕੇਸਗੀ ਇਸ਼ਨਾਨ ਕਰਕੇ ਬਾਹਰ ਧੁੱਪੇ ਬੈਠਦੇ ਸਨ ਤੇ ਮੰਜੀ ਹੁੰਦੀ ਸੀ ਉਹਨਾਂ ਦੀ ਬਾਹਰ, ਤੇ ਮੈਂ ਜਾ ਕੇ ਕਈ ਵਾਰੀ ਛੋਟੇ, ਮੈਨੂੰ ਯਾਦ ਹੈ ਛੋਟੇ ਹੁੰਦਿਆਂ ਨਾਲ ਜਾਣਾ ਆਪਣੇ ਮਮ ਡੈਡ ਦੇ ਨਾਲ, ਤੇ ਉੱਥੇ ਜਾ ਕੇ ਮੈਂ ਮੱਥਾ ਟੇਕਦਾ ਸੀ ਉਹਨਾਂ ਨੂੰ, ਜਾ ਕੇ ਤੇ ਮੱਥਾ ਟੇਕਦਾ ਸੀ ਤੇ ਹੱਥ ਸਿਰ ਤੇ ਰੱਖਦੇ ਸਨ ਮੇਰੇ, ਮੈਨੂੰ ਯਾਦ ਹੈ। हिंदी बोलते सन क्योंकि काफी लोग थे, कहाँ से आए हो? तो जब बोले कि हाँ जी कलकत्ते से आए हैं, तो मैंने कहा बस फिर गुरु नानक हमेशा याद रहे तुमको, जाओ। वो एक कोई हिंदी गल कर जाओ, हमेशा हमेशा दिन रात उठदियां बैठदियां गुरु नानक याद आए, तो उठदियां बैठदियां गुरु नानक भुले ना तुहानू। ते ਇਹ ਦਾਤ ਜਿਹੜੀ ਹੈ ਇਹ ਬਹੁਤ ਵੱਡੀ ਇੱਕ ਜਿਸ ਨੂੰ ਪ੍ਰਾਪਤੀ ਹੈ ਉਸ ਦਾਤ ਦੀ, ਧਨ ਹਨ ਉਹ, ਬਹੁਤ ਕਿਸਮਤ ਵਾਲੇ ਹੈ, ਭਾਗ ਵੱਡਾ ਹੈ ਮੈਂ ਉਹਨਾਂ ਦੇ ਜਿਨ੍ਹਾਂ ਨੂੰ ਪਰਮਾਤਮਾ ਉੱਠਦਿਆਂ ਬੈਠਦਿਆਂ ਯਾਦ ਆਉਂਦਾ, ਜਿਨ੍ਹਾਂ ਨੂੰ ਖਾਣਾ ਪਚਦਾ ਨਹੀਂ ਅੰਦਰ, ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਜਿਨ੍ਹਾਂ ਨੂੰ ਹੋਰ ਕੁਝ ਕਰਨ ਦਾ ਮਨ ਨਹੀਂ ਕਰਦਾ ਜਦ ਤੱਕ ਉਹਦੀ ਯਾਦ ਅੰਦਰ ਨਾ ਹੋਵੇ ਜਿਹਦੀ ਅੰਦਰ। ਸੋ ਉਹ ਧੰਤਾ ਯੋਗ ਹਨ, ਬਹੁਤ ਵੱਡੇ ਭਾਗ ਹਨ ਉਹਨਾਂ ਦੇ, ਬਹੁਤ ਵੱਡੇ ਭਾਗਸ਼ਾਲੀ ਹੈ ਜਿਹੜੇ ਉਸ ਪੋਜੀਸ਼ਨ ਤੇ ਪਹੁੰਚੇ ਹਨ, ਉਹਨਾਂ ਦੇ ਭਾਗ ਬਹੁਤ ਵੱਡੇ। ਇੱਥੇ ਇਹ ਗੁਰਬਾਣੀ ਬੜੀ ਵਾਰੀ ਇਸ ਬਾਰੇ ਇਸ਼ਾਰੇ ਆਏ ਹਨ, ਇਸ ਬਾਰੇ, ਇਸ ਗੱਲ ਦੇ, ਉਹਨਾਂ ਦੇ ਭਾਗ ਬੜੇ ਉਜਵਲ ਭਾਗ ਹਨ, ਬੜੇ ਉਹਨਾਂ ਦੇ ਕਰਮ ਉਜਵਲ ਹਨ, ਬੜੇ ਉਹਨਾਂ ਤੇ ਮਿਹਰ ਬੜੀ ਉਜਵਲ ਹੈ, ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਰੋਹ ਹਮੇਸ਼ਾ 24 ਘੰਟੇ ਰਹਿੰਦੀ ਹੈ, ਜਿਨ੍ਹਾਂ ਦਾ ਜੀਵਨ ਦੂਸਰਿਆਂ ਨੂੰ ਕ੍ਰਿਟਿਸਾਈਜ਼ ਕਰਨ ਵਾਸਤੇ ਨਹੀਂ ਬਣਿਆ, ਜਿਹੜੇ ਹਮੇਸ਼ਾ ਆਪਣੇ ਆਪ ਨੂੰ ਉੱਚਾ ਨਹੀਂ ਦਿਖਾਉਂਦੇ, ਜਿਹੜਾ ਉਸ ਰੋਹ ਵਿੱਚ ਰਹਿੰਦੇ ਹਨ ਤੇ ਦੂਸਰਿਆਂ ਨੂੰ ਸੱਚੀ ਰੋਸ਼ਨੀ ਦੇਣ ਦੇ ਕਾਬਿਲ ਹੁੰਦੇ ਹਨ। ਜਿਹੜੇ ਕਈਆਂ ਦਾ ਜੀਵਨ ਇਹੋ ਜਿਹਾ ਹੁੰਦਾ ਹੈ ਜਿਹੜਾ ਕਿ ਦੂਸਰਿਆਂ ਦੇ ਜੀਵਨ ਵਿੱਚ ਉਹ ਲੋਹ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹਨਾਂ ਦਾ ਹੱਥ ਪਕੜ ਕੇ ਉਹਦੇ ਅੱਗੇ ਲੈ ਕੇ ਜਾਣਾ ਕਰਦੇ ਹਨ। ਤੇ ਇੱਥੇ ਵੀ ਗੁਰੂ ਨਾਨਕ ਦੇਵ ਜੀ ਦਾ ਮੈਸੇਜ ਇਹਨਾਂ ਦੋਨੋਂ ਪੌੜੀਆਂ ਵਿੱਚ ਅਰਦਾਸ ਕਰਕੇ ਇਹੀ ਹੈ ਕਿ ਤੀਰਥਾਂ ਤੇ ਜਾਣ ਨਾਲ ਤੇ ਮੂਰਤੀਆਂ ਦੇ ਸਥਾਪਿਤ ਕਰਨ ਨਾਲ ਪ੍ਰਮਾਤਮਾ ਨਹੀਂ, ਗੁਣ ਗਾਇਨ ਨਾਲ ਹੈ, ਤੇ ਗੁਣ ਗਾਇਨ ਤਾਂ ਹੀ ਹੋ ਸਕਦਾ ਹੈ ਜਦੋਂ ਉਹਦੀ ਯਾਦ ਤੁਹਾਡੇ ਵਿੱਚ ਹੋਵੇ, ਤੇ ਉਹਦੀ ਯਾਦ ਤਾਂ ਹੋ ਸਕਦੀ ਹੈ ਤੁਹਾਡੇ ਵਿੱਚ ਜੇ ਤੁਹਾਨੂੰ ਉਹਦੇ ਨਾਲ ਪਿਆਰ ਹੋਵੇ, ਤੇ ਜੇ ਪਿਆਰ ਤਾਂ ਹੀ ਹੋ ਸਕਦਾ ਹੈ ਜਦੋਂ ਉਹਦੀ ਰਜ਼ਾ ਵਿੱਚ ਚੱਲੇ, ਪਿਆਰ ਤਾਂ ਹੀ ਹੋ ਸਕਦਾ ਹੈ ਜਦੋਂ ਉਹਦੇ ਨਾਲ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰੇ, ਤੇ ਰਿਲੇਸ਼ਨਸ਼ਿਪ ਤਾਂ ਹੀ ਐਸਟੈਬਲਿਸ਼ ਹੋ ਸਕਦੀ ਹੈ ਜੇ ਆਦਤਾਂ ਸਿਮਿਲਰ ਹੋਣ, ਤੇ ਜਿਹਦੀਆਂ ਆਦਤਾਂ ਸਿਮਿਲਰ ਨਹੀਂ ਹਨ, ਜਿਹਦੀਆਂ ਆਦਤਾਂ ਚ ਬਾਣੀ ਦੀਆਂ ਆਦਤਾਂ ਤੇ ਤੁਹਾਡੀਆਂ ਆਦਤਾਂ ਚ ਫਰਕ ਹੈ, ਤੇ ਫਿਰ ਆਪਣੀਆਂ ਆਦਤਾਂ ਨੂੰ ਉਹਨਾਂ ਵੱਡੀਆਂ ਆਦਤਾਂ ਵਿੱਚ ਸ਼ਾਮਿਲ ਕਰ ਦਿਓ, ਤੇ ਫਿਰ ਗੱਲ ਬਣੇਗੀ। ਹਾਂਜੀ ਨਿਸ਼ਾ ਜੀ, you have a question? Wait for us. ਹਾਂਜੀ ਤੁਸੀਂ। Yeah, Veer ji, I just want clarity on this, the Jeti Shrisht Upay Vekha Vin Karma Ke Mile Lai, that second component, Vin Karma Ke, if you can just clarify. So जितनी सृष्टि देखी है मैं देख लेता है, महाराज कहते हैं कि बिना भागां तो, बिना कर्मां तो, बिना तेरी मेहर तो
ਕਿਸੇ ਨੂੰ ਕੁਝ ਨਹੀਂ ਮਿਲਿਆ, ਆਪਣੇ 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 ਜੀਵਨ ਆਪਣੇ ਕਰਮ ਕਰਕੇ ਜਾਂ ਆਪਣੀ ਮਿਹਨਤ ਨਾਲ ਨਹੀਂ ਮਿਲਿਆ, ਤੂੰ ਦਿੱਤਾ ਹੈ, ਤੂੰ ਦੇਣ ਵਾਲਾ ਹੈ, ਤੇਰੀ ਮਿਹਰ ਨਾਲ ਮਿਲਿਆ ਹੈ, ਤੇਰੇ ਕਰਮ ਫਲ ਤੋਂ ਮਿਲਿਆ ਹੈ, ਤੇਰੇ ਭਾਗਾਂ ਤੋਂ ਮਿਲਿਆ ਹੈ, ਤੂੰ ਦੇਣ ਵਾਲਾ ਹੈ। ਲੇਕਿਨ ਦੇਂਦਾ ਉਸੀ ਨੂੰ ਹੈ ਜਿਹੜਾ ਹੁਕਮ ਰਜਾਈ ਚੱਲਦਾ ਹੈ, ਜਿਹੜਾ ਗੁਰ ਕੀ ਸਿੱਖ ਸੁਣਦਾ ਹੈ। ਤੇ ਇਸ ਵਾਸਤੇ ਮੈਂ ਇੱਥੇ ਇੱਕ ਵਾਰੀ ਹੋਰ ਮੈਂ ਪਹਿਲੇ ਬੜੀ ਵਾਰੀ ਕਹਿਣ ਆਇਆ ਇਸ ਗੱਲ ਨੂੰ, ਮੈਂ ਕਹਿ ਦਿਆਂ ਇੱਕ ਵਾਰੀ ਦੁਬਾਰਾ ਕਿ ਇੱਥੇ ਨਾ ਵਿਸਰਨ ਦੀ ਦਾਤ ਨਿਰਗੁਣ ਤੇ ਸਰਗੁਣ ਰੂਪ ਦੋਨਾਂ ਚ ਅਪਣਾਣੀ ਹੈ, ਇੱਕ ਰੂਪ ਵਿੱਚ ਨਹੀਂ। ਇਹ ਨਾ ਸਮਝੋ ਕਿ ਮੈਂ ਘਰ ਬੈਠਾ ਹੋਇਆ ਹੁਣ ਤੇ ਮੈਂ ਨਿਰਗੁਣ ਰੂਪ ਪ੍ਰਮਾਤਮਾ ਨੂੰ ਯਾਦ ਕਰਦਾ ਤੇ ਮੈਂ ਬਾਰ-ਬਾਰ ਉਹਦੇ ਮਨ ਨੂੰ ਚੇਤੇ ਕਰਕੇ ਪਿਆਰ ਕਰਦਾ। ਤੇਰਾ ਪਿਆਰ ਸਰਗੁਣ ਰੂਪ ਪ੍ਰਮਾਤਮਾ ਵਿੱਚ ਹੀ ਉਤਨਾ ਹੀ ਨੇੜੇ ਆਏ। ਨਾ ਦੇਖ ਸਕੇ ਤੂੰ ਦੂਸਰਿਆਂ ਦੇ ਦੁੱਖ, ਨਾ ਸਹਾਇਆ ਜਾਏ ਤੇਰੇ ਕੋਲ ਕਿ ਕਿਸੇ ਦੂਸਰਾ ਬੱਚਾ ਨਹੀਂ ਪੜ ਸਕਿਆ, ਤੂੰ ਉਹਦੇ ਵਿੱਚ ਸ਼ਾਮਿਲ ਹੋ ਜਾਵੇਂ, ਤੂੰ ਐਕਟਿਵਿਸਟ ਹੋਵੇਂ। ਜਿੱਥੇ ਕੋਈ ਮਾੜੀ ਗੱਲ ਹੋ ਰਹੀ ਹੋਵੇ, ਖਾਲਸਾ ਅੱਗੇ ਆ ਕੇ ਲੜੇ, ਖਾਲਸੇ ਦਾ ਕੰਮ ਹੈ ਇਹ ਨਹੀਂ ਇੱਥੇ ਗਲਤ ਮਤਲਬ ਨਹੀਂ ਕੱਢਣੇ ਕਿ ਸਿਰਫ ਨਿਰਗੁਣ ਰੂਪ ਆਪਣੇ ਘਰ 'ਚ ਬੈਠੇ ਤੇ ਜੰਗਲਾਂ ਵਿੱਚ ਜਾ ਕੇ ਤੇ ਪ੍ਰਮਾਤਮਾ ਦੀ ਆਰਾਧਨਾ ਸ਼ੁਰੂ ਕਰ ਦੇਵੇ। ਇਹ ਨਹੀਂ ਹੈ ਖਾਲਸਾ, ਇੱਥੇ ਨਹੀਂ ਹੈ, ਇਹ ਮੀਨਿੰਗ ਨਹੀਂ ਹੈ ਖਾਲੀ ਇਸ ਦੇ। ਨਾ ਵਿਸਰਨ ਦੀ ਦਾਤ ਮਤਲਬ ਤੁਹਾਡੇ ਅੰਦਰ ਆਤਮਿਕ ਬਲ ਵੀ ਆਏ, ਦੂਸਰਿਆਂ ਵਿੱਚ ਪ੍ਰਮਾਤਮਾ ਰੂਪ ਦਿਖੇ ਤੁਹਾਨੂੰ। ਚਾਹੇ ਉੱਥੇ ਫਰੀਦ ਬੈਠੇ ਹੋਣ ਤਾਂ ਵੀ ਉਹਨਾਂ 'ਚ ਪ੍ਰਮਾਤਮਾ ਨਜ਼ਰ ਆਏ, ਚਾਹੇ ਉੱਥੇ ਨਾਮਦੇਵ ਬੈਠੇ ਹੋਣ ਤਾਂ ਵੀ ਪ੍ਰਮਾਤਮਾ ਨਜ਼ਰ ਆਏ, ਚਾਹੇ ਸੈਣੀ ਵਰਗੇ ਬੈਠੇ ਹੋਣ ਜਿਹੜੇ ਨਾਈ ਹਨ ਉਹਨਾਂ 'ਚ ਹੀ ਪ੍ਰਮਾਤਮਾ ਨਜ਼ਰ ਆਏ, ਚਾਹੇ ਕਿਸੇ ਧਰਮ ਦਾ ਵੀ ਹੋਵੇ, ਚਾਹੇ ਬੌਧ ਹੋਵੇ ਉਹਦੇ ਵਿੱਚ ਪ੍ਰਮਾਤਮਾ ਨਜ਼ਰ ਆਏ, ਚਾਹੇ ਕੋਈ ਜਾਨਵਰ ਹੋਵੇ ਉਹਦੇ 'ਚ ਨਜ਼ਰ ਆਏ। ਤੇ ਆਸਾ ਦੀ ਵਾਰ ਦੀਆਂ ਤੁਕਾਂ ਵਿੱਚ ਉਹ ਹੈਰਾਨ ਕਰਨ ਵਾਲੀਆਂ ਸ਼ਲੋਕ ਹਨ ਉਹ ਵਾਲੇ, ਜਿਹੜੀਆਂ ਪੌੜੀਆਂ ਜਿਹੜੀਆਂ ਹੈ, ਜਿਹੜੀਆਂ ਤੀਰਥਾਂ ਦਿਖਾਂ ਤੱਟਾਂ ਮੇਘਾਂ ਖੇਤਾਂ ਦੀਪਾਂ ਲੋਹਾ ਮੰਡਲਾਂ ਖੰਡਾਂ ਵਰ ਭੰਡਾਂ, ਕਦੀ ਪੜ੍ਹਨਾ ਉਹਨਾਂ ਨੂੰ, ਕਦੀ ਉਹਨਾਂ ਪੌੜੀਆਂ ਤੇ ਫੋਕਸ ਕਰਨਾ ਸਦੀਵਾਰ ਦੀ, ਉਹਨਾਂ ਚ ਨਜ਼ਰ ਆਏ, ਉਹਨਾਂ ਫੁੱਲਾਂ ਵਿੱਚ ਹੀ ਉਹਨਾਂ ਬੈਠਾ ਹੋਇਆ। ਤੋ ਸੇਵਾ ਦਾ ਕੰਮ ਜਿਹੜਾ ਵੈ, ਸੇਵਾ ਨਾਲ ਚੱਲਣੀ ਹੈ ਤੁਹਾਡੇ, ਤਾਂ ਹੀ ਸੇਵਾ ਦਾ ਮਹੱਤਵ ਬੜਾ ਹੈ ਸਿੱਖੀ ਵਿੱਚ। ਕਿਉਂ? ਕਿਉਂਕਿ ਸੇਵਾ ਨਾਲ ਪ੍ਰਮਾਤਮਾ ਨੂੰ ਪ੍ਰਾਪਤ ਕਰਨੀ ਹੈ। ਸ਼ਲੋਕ ਸੰਸਕ੍ਰਿਤੀ ਵਿੱਚ ਇੱਥੇ ਤੱਕ ਲਿਖਿਆ ਗਿਆ ਕਿ ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਤੇ ਇਹ ਦੱਸੋ ਗੁਰੂ ਦੀ ਸੇਵਾ ਕਰਨ ਨਾਲ ਕਿਹੜੀ ਚੀਜ਼ ਦੀ ਪ੍ਰਾਪਤੀ ਨਹੀਂ ਹੁੰਦੀ? ਨਾਮ ਦੀ ਪ੍ਰਾਪਤੀ ਵੀ ਸੇਵਾ ਦੇ ਥਰੂ ਹੋ ਜਾਂਦੀ ਹੈ। ਨਾਮ ਦੀ ਪ੍ਰਾਪਤੀ ਸੇਵਾ ਦੇ ਥਰੂ ਸ਼ੁਰੂ ਹੁੰਦੀ ਹੈ। ਸਾਰੀ ਸੇਵਾ ਦੀ ਉਤਨੀ ਹੀ ਇੰਪੋਰਟੈਂਸ ਹੈ ਕਿਉਂਕਿ ਉਹ ਸਰਗੁਣ ਰੂਪ ਵਿੱਚ ਹੈ। ਜੇ ਸਰਗੁਣ ਰੂਪ ਵਿੱਚ ਨਹੀਂ ਪਛਾਣਿਆ ਤੇ ਨਿਰਗੁਣ ਰੂਪ ਵਿੱਚ ਕਿੰਝ ਪਛਾਣੋ? ਜੇ ਸਰਗੁਣ ਰੂਪ ਵਿੱਚ ਇਹਨੂੰ ਐਕਸੈਪਟ ਨਹੀਂ ਕੀਤਾ, ਜੇ ਉਹਦੀ ਕ੍ਰੀਏਸ਼ਨ ਦੇ ਥਰੂ ਉਹਦੇ ਦੁੱਖ ਨੂੰ ਨਹੀਂ ਦੇਖਿਆ, ਉਸ ਕ੍ਰੀਏਸ਼ਨ ਦੇ, ਜੇ ਉਹਦੇ ਦੁੱਖ ਤੁਸੀਂ ਆਪਣੇ ਦੁੱਖ ਮਹਿਸੂਸ ਨਹੀਂ ਕੀਤੇ, ਜੇ ਭੁੱਖਿਆਂ ਨੂੰ ਰੋਟੀ ਤੁਸੀਂ ਖਵਾਈ ਨਹੀਂ ਤੁਸੀਂ, ਤੇ ਫਿਰ ਉਹਦੇ ਦੁੱਖ ਮਹਿਸੂਸ ਨਹੀਂ ਕਰ ਸਕੇ, ਉਸ ਸ੍ਰਿਸ਼ਟੀ ਦੇ ਦੁੱਖ ਮਹਿਸੂਸ ਨਹੀਂ ਕਰ। ਸ੍ਰਿਸ਼ਟੀ ਵਿੱਚ ਆਪ ਹੈ, ਉਹ ਕੁਦਰਤ ਵਿੱਚ ਆਪ ਹੈ, ਬਲਿਹਾਰੀ ਕੁਦਰਤ ਵਸਿਆ ਹੈ, ਹੋਰ ਕਿਧਰੇ ਨਹੀਂ ਬੈਠਾ ਹੋਇਆ। ਦੋਨੋਂ ਰੂਪ ਵਿੱਚ ਐਸਟੈਬਲਿਸ਼ ਕੀਤਾ ਹੈ। ਸੁਖਮਨੀ ਸਾਹਿਬ ਦੀਆਂ ਬੜੀਆਂ ਅਸ਼ਟਪਦੀਆਂ ਵਿੱਚ ਗੱਲ ਦੀ ਕਲੈਰਿਟੀ ਦਿੱਤੀ ਨੇ। ਨਿਰਗੁਣ ਆਪ ਸਰਗੁਣ ਵੀ ਹੋਈ, ਕਲਾ ਧਾਰ ਜਿਨ ਸਕਲੀ ਹੋਈ। ਉਹ ਸਰਗੁਣ ਨਿਰਗੁਣ ਦੋਨਾਂ ਵਿੱਚ ਹੈ। ਨਿਰਗੁਣ ਸਰਗੁਣ ਨਿਰੰਕਾਰ ਸੁਨ ਸਮਾਧੀ ਆਪ, ਦੋਨਾਂ ਰੂਪਾਂ ਵਿੱਚ, ਦੋਨਾਂ ਰੂਪਾਂ ਮੈਨੂੰ ਐਕਸੈਪਟ ਕੀਤਾ ਨਹੀਂ। ਸੋ ਇਹ ਨਾ ਕੋਈ ਸਭ ਕਿ ਇਹ ਭਗਤੀ ਵਾਲਾ ਰਸਤਾ, ਇਹ ਨਾਨਕ ਦੀ ਭਗਤੀ ਵਾਲਾ ਰਸਤਾ ਬੜਾ ਅਨੋਖਲਾ ਹੈ। ਇੱਥੇ ਚਮਕੌਰ ਦੀ ਗੜੀ ਵਿੱਚ 40 ਲੜੇ 10 ਲੱਖ ਨਾਲ, ਉਹ ਵੀ ਭਗਤੀ ਹੈ। ਉਹ ਦਿਖਾਣਾ ਸੀ ਦੁਨੀਆ ਨੂੰ ਕਿ ਸੱਚ ਇੱਥੇ ਹੈ, ਉੱਥੇ ਨਹੀਂ ਹੈ ਸੱਚ। ਉਹ 10 ਲੱਖ ਹੋ ਕੇ ਵੀ ਝੂਠੇ ਹਨ ਸਾਰੇ, ਉਹ ਝੂਠ ਨਾਲ ਖੜੇ ਹਨ, ਸਾਡੇ ਨਾਲ ਨਹੀਂ ਖੜੇ ਹੋਏ। ਤੇ ਇਸ ਵਾਸਤੇ ਡਰੇ ਨਹੀਂ ਕਿਉਂਕਿ ਆਤਮਕ ਬਲ ਸੀ ਅੰਦਰ ਉਹਨਾਂ ਦੇ, ਉਹ ਐਕਟਿਵਿਸਟ ਸਨ। ਸੋ ਇਹ ਵੀ ਗੱਲਾਂ, ਇਹ ਰਸਤਾ ਨਵੇਕਲਾ ਹੈ। ਭਗਤੀ ਵਾਲਾ ਰਸਤਾ ਹੋ ਕੇ ਵੀ ਸਰਗੁਣ ਰੂਪ ਵਾਲੇ ਭਗਤੀ ਵਾਲੀ ਵੀ ਹੈ। ਨਿਰਗੁਣ ਰੂਪ ਤੇ ਸਰਗੁਣ ਰੂਪ ਦੋਨੋਂ ਰੂਪਾਂ ਵਿੱਚ ਭੁੱਲੇ ਨਾ ਤੁਹਾਨੂੰ, ਕਿਉਂਕਿ ਜੇ ਸਰਗੁਣ ਰੂਪ ਵਾਲਾ ਕਰਤਾਰ ਭੁੱਲ ਗਿਆ ਤੇ ਫਿਰ ਤੇ ਤੁਹਾਡੇ ਅੰਦਰ ਦੂਸਰੇ ਹਿਊਮਨ ਬੀਇੰਗ ਦੀ ਤਰਫ ਹੇਟਰਡ ਆ ਜਾਏਗੀ, ਦੂਸਰੇ ਹਿਊਮਨ ਦੇ ਵਿਰੁੱਧ ਤੁਸੀਂ ਪਿਆਰ ਨਹੀਂ ਰਹੇਗਾ। ਫਿਰ ਇਹ ਸਮਝਣਾ ਸ਼ੁਰੂ ਕਰ ਦੇਗਾ ਮੁਸਲਮਾਨ ਮਾੜੇ ਨੇ, ਸਾਰੇ ਹਿੰਦੂ ਮਾੜੇ ਹਨ ਤੇ ਅਸੀਂ ਚੰਗੇ ਆ, ਉਹ ਫਲਾਣਾ ਢਿੰਗਾਣੇ ਹੈ, ਉਹ ਹੈ। ਇਸ ਗੱਲ ਦਾ ਉੱਥੇ ਇਹ ਨਹੀਂ ਲਾਣਾ, ਇਹ ਅੱਗੇ ਜਾ ਕੇ ਹੋਰ ਕਲੈਰਿਟੀ ਹੋਏਗੀ ਇਹਨਾਂ ਗੱਲਾਂ ਦੀ। ਬਟ any other questions anybody has, ਤੁਸੀਂ ਪਲੀਜ਼ ਆਪਣੇ ਆਪ ਨੂੰ ਅਨਮਿਊਟ ਕਰਕੇ ਕੁਐਸਚਨ ਪੁੱਛ ਲਓ।
ਸਰਗੁਣ ਰੂਪ ਦੀ ਕਲੈਰਿਟੀ ਕਿਹੜੀਆਂ ਪੌੜੀਆਂ 'ਚ ਤੁਸੀਂ ਕਹਿ ਰਹੇ ਹੋਏਗੀ? ਕਿਉਂਕਿ ਤੁਸੀਂ ਸਰਗੁਣ ਰੂਪ ਦੀ ਕਲੈਰਿਟੀ ਤੇ ਪਹਿਲੇ ਵੀ ਆ ਚੁੱਕੀ ਹੈ। ਫਿਰ ਕਿੰਨੀ ਵੱਡੀ ਡਿਸਕਸ਼ਨ ਕੀਤੀ ਸੀ ਮੈਂ, ਜਦੋਂ ਮੂਲ ਮੰਤਰ ਦੀ ਡਿਸਕਸ਼ਨ ਕੀਤੀ ਸੀ ਉਹਨਾਂ 'ਚ ਆ ਚੁੱਕੀ ਹੈ, ਨਿਰਭਉ ਨਿਰਵੈਰ 'ਚ ਆ ਚੁੱਕੀ ਹੈ ਡਿਸਕਸ਼ਨ, ਅਕਾਲ 'ਚ ਆ ਚੁੱਕੀ ਹੈ ਡਿਸਕਸ਼ਨ। ਪਹਿਲੇ ਬਹੁਤ ਇਨ ਡੈਪਥ ਇਹਦੇ ਬਾਰੇ ਗੱਲ ਕਰ ਆਏ ਹਾਂ ਕਿ ਇੱਥੇ ਨਿਰਵੈਰ ਖਾਲੀ ਉਸ ਨੂੰ ਡਿਸਕ੍ਰਾਈਬ ਕਰਨ ਵਾਸਤੇ ਨਿਰਵੈਰ ਨਹੀਂ ਲਿਖਿਆ ਗਿਆ, ਇਸ ਨਿਰਵੈਰ ਤਾਂ ਲਿਖਿਆ ਗਿਆ ਕਿ ਉਹ ਨਿਰਵੈਰ ਹੈ ਤੇ ਹੁਕਮ ਹੈ ਉਹਦਾ ਨਿਰਵੈਰ ਹੋਣਾ, ਹੈ ਨਾ, ਹੁਕਮ ਹੈ ਉਸਦਾ ਨਿਰਵੈਰ, ਤੁਸੀਂ ਵੀ ਨਿਰਵੈਰ ਹੋਣਾ ਹੈ। ਇਸੇ ਵਾਸਤੇ ਗੁਰਪ੍ਰਸਾਦ ਵਰਡ ਐਡ ਕੀਤੇ ਗਏ ਲਾਸਟ ਵਿੱਚ। ਨਹੀਂ ਤੇ ਜੇ ਉਹਦੇ ਗੁਣ ਹੀ ਡਿਫਾਈਨ ਕਰਨੇ ਹੁੰਦੇ ਤੇ ਖਾਲੀ ਉਹ ਤੇ ਫਿਰ ਐਸੇ ਲਿਖ ਦਿੰਦੇ ਉੱਤੇ ਕਿ ਇਹ ਗੁਣ ਹਨ ਪ੍ਰਮਾਤਮਾ ਦੇ, ਉਸ ਵਾਸਤੇ ਨਹੀਂ ਕੀਤਾ ਗਿਆ। ਕੀਤਾ ਇਸ ਵਾਸਤੇ ਗਿਆ ਹੈ ਕਿ ਤੁਸੀਂ ਵੀ ਉਸ ਵਰਗੇ ਬਣੋ, ਗੁਰੂ ਦੀ ਕਿਰਪਾ ਨਾਲ ਇਹ ਗੁਣ ਆਪਣੇ ਚ ਪ੍ਰਗਟ ਕਰੇ। तो सरगुण रूप ते सारे तत्सब लक्षण ਜਿਹੜੇ ਆਏ ਹਨ ਸਾਰੇ ਸਰਗੁਣ ਰੂਪ ਵਾਲੇ ਆਏ ਹਨ, ਸਾਰੇ ਅੱਗੇ ਜਾ ਕੇ ਵੀ ਆਉਣਗੇ। ਜਪਜੀ ਦੀਆਂ ਹੋਰ ਪੌੜੀਆਂ 'ਚ ਇਸ ਬਾਰੇ ਡਿਸਕਸ਼ਨ ਆਏਗੀ। ਹਾਂਜੀ, ਸੋ ਸੇਵਾ ਸਾਰੀ ਸਰਗੁਣ ਰੂਪ ਵਿੱਚ ਹੀ ਆ ਗਈ ਨਾ, ਬਿਲਕੁਲ ਕਿਸੇ ਵੀ ਕਿਸਮ ਦੀ ਸੇਵਾ। ਬਿਲਕੁਲ ਸੇਵਾ ਦੇ ਬਸ ਸ਼ਰਤਾਂ ਮਨਜ਼ੂਰ ਹੋਣ, ਸੇਵਾ ਦੀਆਂ ਬਸ ਸ਼ਰਤਾਂ ਇਹ ਹਨ ਕਿ ਹੋਵੇ ਕਿਸੇ ਭਾਵਨਾ ਨਾਲ ਮਨੇ ਸੇਵਾ ਨਾ ਹੋਵੇ, ਮਤਲਬ ਕਿ ਇਹ ਨਹੀਂ ਕੋਈ ਤੁਸੀਂ ਕੋਈ ਵਾਪਸ ਉਹਦੇ ਕੋਈ ਮੰਗਣਾ ਚਾਹੋ ਉਹਦੇ ਮਨੇ ਕੀ ਨਿਰਬਾਣ ਹੋਵੇ ਸੇਵਾ। ਜੇ ਸੇਵਾ ਨਿਰਬਾਣ ਨਹੀਂ ਹੈ ਤੇ ਐਕਸੈਪਟੇਬਲ, ਇੱਕ ਗੱਲ ਯਾਦ ਰੱਖਿਓ। ਨਿਰਬਾਣ ਉਹ ਹੈ ਜਿਹਦੇ ਕੋਈ ਪਿੱਛੇ ਉਹਦੇ ਕੋਈ ਐਕਸਪੈਕਟੇਸ਼ਨ ਨਾ ਹੋਵੇ ਸੇਵਾ ਦੀ, ਕੋਈ ਇਹ ਨਹੀਂ ਕੋਈ ਦੇਖੇ ਮੈਨੂੰ ਜਾਂ ਮੈਂ ਵਾਹ ਕਰੇ ਸੁਰਿੰਦਰ ਦੀ ਕੋਈ ਕਿ ਹਰ ਹਫਤੇ ਆ ਕੇ ਪੜਾਉਂਦਾ ਹੈ, ਤਾਂ ਨਾ ਕਰੇ ਕੰਮ ਪਿੱਛੋਂ ਕੋਈ ਕਿ ਇਹ ਨਾ ਹੋਵੇ ਕਿ ਨਜ਼ਰ ਆਏ ਸਾਰਿਆਂ ਨੂੰ, ਜਾਂ ਕੋਈ ਐਕਸਪੈਕਟੇਸ਼ਨ ਹੋਏ ਲੋਕ ਮੇਰੀ ਪ੍ਰਸ਼ੰਸਾ ਕਰਨੀ ਹੈ, ਮੈਨੂੰ ਗੁਰਬਾਣੀ ਦਾ ਗੁਰਦੁਆਰੇ ਦਾ ਪ੍ਰਧਾਨ ਬਣਾ ਦੇਣੀ ਹੈ, ਮੈਨੂੰ ਕੋਈ ਇਹ ਦੇ ਦੇਣੀ ਹੈ, ਮੇਰੇ ਬਾਰੇ ਇਹ ਗੱਲ ਕਰਨ ਕੋਈ। ਉਹ ਸੇਵਾ ਦੀਆਂ ਕੰਡੀਸ਼ਨਸ ਤੇ ਹੈ, ਨਿਰਮਾਣ ਹੋ ਕੇ ਕਰੇ, ਅਨਕੰਡੀਸ਼ਨਲ ਹੋਵੇ ਸੇਵਾ। ਮਤਲਬ ਕੋਈ ਇਹ ਨਹੀਂ ਹੈ ਕਿ ਮੇਰੇ ਕੋਈ ਮਿਲੇ ਮੈਨੂੰ ਇਹਦੇ ਬਦਲੇ ਕੁਝ ਦੇ ਦਿਓ ਤੁਸੀਂ ਜਾਂ ਕੁਝ, ਜਾਂ ਇਹਦੇ ਬਦਲੇ ਮੈਨੂੰ ਕੋਈ ਮਿਲਣ ਦੀ ਇੱਛਾ ਹੋਵੇ ਕੋਈ। ਉਹ ਜੀ ਉਹ ਜਿਹੜੀਆਂ ਕੰਡੀਸ਼ਨਸ ਅਗਰ ਐਕਸੈਪਟੇਬਲ ਹੋਣ ਤੇ ਫਿਰ ਸੱਚੀ ਸੇਵਾ ਹੈ ਉਸਦੀ। ਉਹ ਫਿਰ ਸੇਵਾ ਫਿਰ ਉਹ ਦਰ ਤੇ ਪ੍ਰਵਾਨ ਹੁੰਦੀ ਹੈ, ਉਹ ਵਾਲੀ ਸੇਵਾ। ਉਹ ਸੇਵਾ ਜਦੋਂ ਦਰ ਤੇ ਪ੍ਰਵਾਨ ਹੁੰਦੀ ਹੈ ਤੇ ਫਿਰ ਉਹਦੀ ਮਿਹਰ ਉੱਠਦੀ ਹੈ, ਫਿਰ ਮਿਹਰ ਦਾ ਦਰਵਾਜ਼ਾ। ਜਦੋਂ ਵੀ ਕੋਈ ਚੀਜ਼ ਬੰਦਾ ਇਹੋ ਜਿਹੀ ਕਰੇਗਾ ਜਿਹੜੀ ਹੁਕਮ ਦੀ ਰਜ਼ਾ ਵਿੱਚ ਹੈ ਜਦੋਂ, ਤੇ ਉਹ ਪ੍ਰਮਾਤਮਾ ਫਿਰ ਆਪਣਾ ਦਰਵਾਜ਼ਾ ਮਿਹਰ ਦਾ ਫਿਰ ਖੋਲਦਾ ਹੀ ਖੋਲਦਾ, ਫਿਰ ਉਹਦੇ ਉੱਤੇ ਕਿਰਪਾ ਹੁੰਦੀ ਹੈ। ਉਹਦੇ ਉੱਤੇ ਜਦੋਂ ਕਿਰਪਾ ਹੁੰਦੀ ਹੈ ਤੇ ਫਿਰ ਉਹ ਚਾਹੇ ਜਿਤਨੇ ਮਰਜ਼ੀ ਕੋਈ ਬੁਰੇ ਕੰਮ ਨਾਲ ਕੋਈ ਉਹਦਾ ਕੋਈ ਬੁਰਾਈ ਸੋਚੇ, ਉਹਦੇ ਰੋਕ ਨਹੀਂ ਸਕਦੇ ਉਸਨੂੰ। ਤੇ ਜੇ ਲੈਣੇ ਨੇ ਅੰਗਦ ਬਣਨਾ ਸੀ ਤੇ ਫਿਰ ਤੁਸੀਂ ਰੋਕ ਸਕਿਆ ਉਸਨੂੰ? ਕੌਣ ਸਨ ਉਹ? ਕਿਹਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਸਨ ਤੇ ਕਿੱਥੇ ਰੁਕੇ ਉਹ? ਕਿਹਦੇ ਨਾਲ ਮੁਲਾਕਾਤ ਹੋਈ? ਕਿਹਦੀ ਸੇਵਾ ਕੀਤੀ? ਫਿਰ ਦੇਖੋ ਕਿੱਥੇ ਦੇ ਕਿੱਥੇ ਪਹੁੰਚੇ ਉਹ। ਸਤੇ ਬਲਵੰਡ ਦੀ ਵਾਰ ਸੁਣ ਕੇ ਬੰਦਾ ਹੈਰਾਨ ਰਹਿ ਜਾਂਦਾ ਜਦੋਂ ਇਹ ਵਰਡ ਆਉਂਦੇ ਨੇ ਕਿ ਵਰਡ ਦੇ ਸਿਰ ਤੇ ਦੇਖੋ ਕਿਹੜੇ ਛਤਰ ਝੁੱਲੇ ਹਨ। ਦੇਖੋ ਕੋਈ ਰੋਕ ਸਕਦਾ ਸੀ ਇਹਨਾਂ ਨੂੰ, ਇਹਨਾਂ ਛਤਰਾਂ ਨੂੰ ਚਲਾਉਣ ਵਾਸਤੇ? ਆ ਲੈਣੇ ਨੇ ਅੰਗਦ ਨੂੰ ਬਣਨਾ ਸੀ ਨਾ, ਲੈਣੇ ਨੇ। ਤੇ ਇਹ ਸਾਡੇ ਵਿੱਚ ਅਸੀਂ ਵੀ ਉਸ ਅਵਸਥਾ ਨੂੰ ਪ੍ਰਾਪਤ, ਗੁਰੂ ਦੀ ਅਵਸਥਾ ਦੀ ਗੱਲ ਨਹੀਂ ਕਰ ਰਿਹਾ, ਪਰ ਅਸੀਂ ਵੀ ਉਹਨਾਂ ਵਰਗੇ ਬਣ ਸਕਦੇ ਹਾਂ, ਉਹਨਾਂ ਦੇ ਪ੍ਰਤੀਬੰਬ ਬਣ ਸਕਦੇ ਹਾਂ, ਉਹਨਾਂ ਵਰਗਿਆਂ ਵਿੱਚ ਲਿਸਟ ਵਿੱਚ ਸ਼ਾਮਿਲ ਹੋ ਸਕਦੇ ਹਾਂ ਅਸੀਂ, ਜੇ ਅਸੀਂ ਚਾਹੀਏ। ਉਹਨਾਂ ਨੇ ਕੀਤਾ ਤਾਂ ਸੇਵਾ ਰਾਹੀਂ ਖਟਿਆ ਸਾਰਾ ਕੁਝ, ਸਿਮਰਨ ਰਾਹੀਂ ਤੇ ਸੇਵਾ ਰਾਹੀਂ ਦੋਨਾਂ ਨਾਲ ਖਟਿਆ ਸੀ। ਇਸੇ ਵਾਸਤੇ ਦੋਨੋਂ ਵਰਡ ਨਾਲ ਚੱਲਦੇ ਹਨ। ਹਾਂਜੀ, ਸੇਵਾ ਤੇ ਸਿਮਰਨ। ਹਾਂਜੀ। Anybody else has any concerns or questions though? Otherwise, we'll end the class a little sooner than normal. Sat Shri Akal, Veer ji. Thank you for the discussion. Very interesting. And I was trying to reconcile some of the discussion with the concept of kirat karna and apni duties nu nibhana, including making a living, making the efforts, jade relationships nibhane hain again. And so it seems to me one way to reconcile this ਜਿਹੜੀ ਤੁਸੀਂ ਗੱਲਾਂ ਸਾਨੂੰ ਸਮਝਾਈਆਂ ਹਨ is to do the efforts not with the feeling of I am doing it and so which basically increases the sense of pride, but on the other hand, if one can do those efforts with a sense of gratitude that I am being given the opportunity to participate
in this system, ਇਹ ਜਿਹੜਾ amazingly complex system ਹੈਗਾ, I've been given a teeny role here to do something. And then I guess another way to look at this is to approach it more from a collective point of view rather than an individual point of view, क्योंकि सबना जिया का एक दाता, ते अगर वो feeling याद होवे हर एक effort दे विच कि the source is one, everybody is connected, सबना जिया दा एक दाता है. So from that bigger perspective, we are, जो भी ਆਪਾਂ effort कर रहे हैं, it should be in the best interest of everybody concerned, not just in my best interest. So अगर इस किस्म दी feeling दे नाल अगर effort होवे, so क्योंकि ਜਿਹੜੀ line है विन कर्मा कै मिले लई, ਉਹਦਾ ਇੱਕ ਇਹ ਵੀ meaning ਨਿਕਲਦਾ ਹੈਗਾ ਕਿ without effort you get nothing, which is so evident when you look in the nature. कोई पशु पक्षी, every creature has to gather their food and make efforts. The energy has to be expended. We eat and we expend the energy in the right direction to survive. So but then if those efforts are expended more with a collective point of view, that this is participating in the system of this world and trying to sort of help the system rather than doing it from an individual point of view. So perhaps that's one way to reconcile it. I was just sharing some thoughts. Yeah, नहीं इथे reconciling दी कोई नहीं है विजी, किरत करनी ਤੁਹਾਡਾ ਫਰਜ਼ ਹੈ, ਤੁਹਾਡਾ ਇੱਥੇ ਬੈਲੈਂਸ ਵਿੱਚ ਆਪਣੀ ਜ਼ਿੰਦਗੀ ਨੂੰ ਬਿਤਾਉਣਾ ਹੀ ਗੁਰਮਤ ਹੈ. ਇੱਥੇ reconcile ਕਿਸੇ ਨਾਲ ਨਹੀਂ ਕਰਨਾ, ਤੁਸੀਂ ਕਿਰਤ ਕਰਨੀ ਹੈ, ਬਟ ਇਹ ਨਾ ਹੋਵੇ ਕਿ ਕਿਰਤ ਕਰਦਿਆਂ ਬੰਦਾ ਕਿਰਤ ਵਿੱਚ ਉਲਝ ਜਾਏ ਬਿਲਕੁਲ ਤੇ ਅੱਗੇ ਕਰ ਨਾ ਸਕੇ ਕੰਮ ਜਿਹੜੇ ਕਰਨ ਆਇਆ ਹੈ ਕੰਮ. ਉੱਥੇ criticism ਹੈ ਕਿਰਤ ਦੀ ਕਿਰਤ in itself is nothing bad in that, but ਕਿਰਤ in itself ਕੀ ਬੰਦਾ ਕਿਰਤ ਤੇ ਹੀ ਫੋਕਸ ਕਰਕੇ ਰਹਿ ਜਾਵੇ, ਖਾਲੀ ਅੱਗੇ ਨਾ ਕਰ ਸਕੇ ਕੁਝ. ਤੇ ਕਰਮ ਮਾਰਗ ਨੂੰ ਗੁਰਮਤ ਵਿੱਚ ਇੰਪੋਰਟੈਂਸ ਦਿੱਤੀ ਨਹੀਂ ਗਈ, ਸ਼ੁਭ ਕਰਮਾਂ ਨੂੰ ਕਰਨ ਦੀ ਇਨਕਰੇਜਮੈਂਟ ਦਿੱਤੀ ਗਈ ਹੈ. ਉੱਥੇ ਬੜਾ ਵੱਡਾ ਫਰਕ ਹੈ ਵੇ ਜੀ, ਪਲੀਜ਼ ਟਰਾਈ ਟੂ ਅੰਡਰਸਟੈਂਡ ਦਿਸ. ਸ਼ੁਭ ਕਰਮਾਂ ਨੂੰ ਕਰਨ ਦੀ ਪ੍ਰੋਤਸਾਹਨ ਦਿੱਤਾ ਗਿਆ, ਸ਼ੁਭ ਕਰਮਾਂ ਨੂੰ ਕਰਨ ਦੀ ਇਨਕਰੇਜਮੈਂਟ ਦਿੱਤੀ ਗਈ ਹੈ, ਪਰ ਸ਼ੁਭ ਕਰਮ ਕਰਨ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ ਉਹ ਨਹੀਂ ਕਿਹਾ ਗਿਆ. ਇਹ ਇੱਥੇ ਫਰਕ ਹੈ ਬੜਾ. ਸੋ ਇੱਥੇ ਮਤਲਬ ਨਹੀਂ ਹੈ ਕਿ ਇੱਥੇ ਤਾਂ ਹੀ ਕਿਸੇ ਆਥਰ ਨੇ ਕਰਮ ਦਾ ਮਤਲਬ deeds ਨਹੀਂ ਲਿਖਿਆ. ਇਹਨਾਂ most authors have not written. I don't know of anybody that has done that. And the reason is ਕਿ ਗੁਰਮਤ ਕਰਮ ਦਾ ਮਾਰਗ ਨਹੀਂ ਹੈ. ਇੱਥੇ ਮਾਰਗ ਇੱਥੇ ਇਨਕਰੇਜ ਦਿੱਤਾ ਗਿਆ ਕਿ ਤੁਸੀਂ ਝੂਠ ਨਾ ਬੋਲੋ, ਸੱਚੇ ਕੰਮ ਕਰੋ, ਅੱਛੀ ਗੱਲ ਕਰੋ, ਪਰ ਇਹ ਵੀ ਸਿਖਾਇਆ ਗਿਆ ਨਾਲ ਜੇ ਕਰਦੇ ਹੋ ਤੇ ਕ੍ਰੈਡਿਟ ਪ੍ਰਮਾਤਮਾ ਨੂੰ ਦਿਓ ਤੇ ਇਹ ਨਾ ਸੋਚੋ ਕਿ ਮੈਂ ਕੀਤਾ ਕੰਮ ਇਸ ਵਾਸਤੇ I deserve this. ਉਹ ਥਿੰਕਿੰਗ ਨਾ ਹੋਵੇ ਤੁਹਾਡੇ ਵਿੱਚ. ਇਸ ਵਾਸਤੇ ਗੁਰਮਤ ਨੇ ਵਰਜਿਆ ਹੈ ਉਸ ਥਾਟ ਪ੍ਰੋਸੈਸ ਤੋਂ. ਇਹ ਜ਼ਰੂਰ ਇਨਕਰੇਜ ਕੀਤਾ ਗਿਆ ਹੈ, ਸੱਚੇ ਕੰਮ ਕਰੋ, ਝੂਠ ਨਾ ਬੋਲੋ, ਪਰਮਾਤਮਾ ਨੂੰ ਯਾਦ ਕਰੋ, ਸੇਵਾ ਵਿੱਚ ਜੁੜੋ, ਪਰ ਨਾਲ ਇਹ ਵੀ ਕਿਹਾ ਗਿਆ ਕਿ ਜਦੋਂ ਕਰਦੇ ਪਿਓ ਇਹ ਕਰਕੇ ਇਹ ਨਾ ਆਪਣੇ ਮਨ ਚ ਧਾਰੋ ਕਿ ਮੈਂ ਇਹ ਸੇਵਾ ਕੀਤੀ ਹੈ ਜਾਂ ਮੈਂ ਫਲਾਣੀ ਚੀਜ਼ ਕੀਤੀ ਹੈ ਤੇ ਉਹਦੀ ਵਜ੍ਹਾ ਨਾਲ I deserve to get this, ਉਹ ਨਾ ਬੰਦਾ ਮਨ ਚ ਧਾਰੇ. ਦੇਣ ਵਾਲਾ ਉਹ ਹੈ. ਰਿਮੈਂਬਰ ਇਹ ਸਪਿਰਿਚੁਅਲ ਦਾ ਰਿਸ਼ਤਾ ਕਿ ਇਹ ਹੈ ਹੀ ਇਹੋ ਜਿਹਾ ਰਸਤਾ ਵੀਰ ਜੀ, ਕਿਉਂਕਿ ਇਹਦੇ ਵਿੱਚ ਕਿਸੇ ਕੋਲ ਹੋਰ ਨਹੀਂ ਇਹ ਚੀਜ਼ਾਂ ਦੇ, ਉਹ ਹੀ ਦੇਣ ਵਾਲਾ ਹੈ ਜੋ ਦਵੇ ਕਿਸੇ ਨੂੰ. ਜਦੋਂ ਖੁਸ਼ ਹੋ ਜਾਂਦਾ ਹੈ ਤੇ ਦਿੰਦਾ ਹੈ, ਤੇ ਖੁਸ਼ ਉਸੇ ਤੇ ਹੁੰਦਾ ਹੈ ਜਿਹਦੇ ਉੱਤੇ ਉਹਦੀ ਨਜ਼ਰ ਹੁੰਦੀ ਹੈ. ਨਜ਼ਰ ਉਸੇ ਤੇ ਉੱਤੇ ਹੁੰਦੀ ਹੈ ਜਿਹੜਾ ਡਿਜ਼ਰਵਿੰਗ ਹੋਵੇ. ਡਿਜ਼ਰਵਿੰਗ ਉਹੀ ਹੁੰਦਾ ਹੈ ਜਿਹੜਾ ਉਹਦੀ ਹੁਕਮ ਦੀ ਰਜ਼ਾ ਵਿੱਚ ਚੱਲੇ, ਜਿਹਦੀ ਉਹਦੀ ਮਰਜ਼ੀ ਨੂੰ ਪਛਾਣ ਕੇ ਆਪਣੀ ਮਰਜ਼ੀ ਨਾਲ ਜੀਏ ਨਾ. ਹਰ ਚੀਜ਼ ਜਪਜੀ ਕੋਲ ਪੁੱਛ ਕੇ ਕਰੇ, ਪਰ ਹੁਣ ਜਪਜੀ ਕੋਲ ਜੇ ਹਰ ਚੀਜ਼ ਪੁੱਛ ਕੇ ਕਰੇਗਾ ਤੇ ਫਿਰ ਤੇ ਬੜਾ ਮੁਸ਼ਕਿਲ ਹੈ ਉਹਦੇ ਵਾਸਤੇ ਕੋਈ ਬੁਰੇ ਕੰਮ ਕਰਨੇ ਨਾ. ਬੜਾ ਜੇ ਹਰ ਚੀਜ਼ ਉਹਨੇ ਜਪਜੀ ਕੋਲ ਪੁੱਛ ਕੇ ਕਰਨੀ ਹੈ ਤੇ ਫਿਰ ਹੁਣ ਬੜਾ ਮੁਸ਼ਕਿਲ ਹੈ ਵੈਰ ਵਿਰੋਧ ਵੀ ਕਰਨਾ ਕਿਸੇ ਨਾਲ, ਹੈ ਨਾ. ਤੇ ਵੈਰ ਵਿਰੋਧ ਕਰੇਗਾ, ਜੇ ਵੈਰ ਵਿਰੋਧ ਕਰਦਾ ਪਿਆ, ਇੱਕ ਵੈਰ ਵਿਰੋਧ ਹੈ ਔਰ ਇੱਕ ਸੱਚੀ ਕ੍ਰਿਟਿਸਿਜ਼ਮ ਹੈ ਕਿਉਂਕਿ somebody is doing that is not ਵੈਰ ਵਿਰੋਧ. ਹੁਣ ਇੱਕ ਬੰਦਾ ਇੱਕ ਬਾੜਾ ਕੰਮ ਕਰਦਾ ਪਿਆ, ਤੁਹਾਨੂੰ ਜਾ ਕੇ ਬੰਦਾ ਸਮਝਾਏ ਵੀ ਇਹ ਨਾ ਕਰ, ਭੁੱਖਾ ਠੀਕ ਨਹੀਂ ਕੰਮ ਤੇਰੇ ਹੈ, ਤੇ ਜੇ ਤਾਂ ਵੀ ਨਾ ਮੰਨੇ ਤੇ ਜੇ ਉਹ ਦੂਸਰਿਆਂ ਨੂੰ ਨੁਕਸਾਨ ਪਹੁੰਚਾਈ ਜਾਏ ਤੇ ਫਿਰ ਉਹ ਕੋਈ ਹੋਰ ਤਰੀਕਾ ਵੀ ਕੱਢੇ ਫਿਰ ਉਹਨੂੰ ਸਮਝਾਉਣ ਵਾਸਤੇ, ਉਹ ਵੈਰ ਵਿਰੋਧ ਨਹੀਂ ਹੈ ਜੀ. ਪਰ
ਕਿਸੇ ਨਾਲ ਵੈਸੇ ਵੈਰ ਵਿਰੋਧ ਕਰਨਾ, ਵੈਸੇ ਕ੍ਰਿਟਿਸਾਈਜ਼ ਕਰਨਾ ਕਿਸੇ ਨੂੰ, ਕਿਸੇ ਦੇ ਹਮੇਸ਼ਾ ਅਗੇਂਸਟ ਬੋਲਣਾ, ਨਿੰਦਿਆ ਕਰਨੀ ਕਿਸੇ ਦੀ, ਇਹਨਾਂ ਚੀਜ਼ਾਂ ਤੋਂ ਵਰਜਿਆ ਗਿਆ ਹੈ, ਇਹਨਾਂ ਚੀਜ਼ਾਂ ਤੋਂ ਦੂਰ ਕੀਤਾ ਗਿਆ ਹੈ। ਪਰ ਇੱਥੇ ਕ੍ਰਿਟੀਕਲ ਵੀਰ ਜੀ ਗੱਲ ਇਹ ਹੈ ਕਿ ਆਪਣੀ ਜ਼ਿੰਦਗੀ ਨੂੰ ਬੈਲੈਂਸ 'ਚ ਲੈ ਕੇ ਆਏ, ਕਿਰਤ ਵੀ ਕਰੇ। ਇੱਥੇ ਰੈਕਨਸਾਈਲ ਦੀ ਕੋਈ ਮਤਲਬ ਹੀ ਨਹੀਂ ਹੈ। ਬੱਚਿਆਂ ਨਾਲ ਵੀ ਪਿਆਰ ਕਰੇ, ਸਭ ਨਾਲ ਕਰੇ, ਲੇਕਿਨ ਪ੍ਰਮਾਤਮਾ ਨੂੰ ਭੁੱਲੇ ਨਾ। ਸਮਹਾਉ ਬਾਣੀ ਦੀ ਜਗ੍ਹਾ ਅਲੱਗ ਬਣਾਏ ਉਹਦੇ ਵਿੱਚ। ਤੇ ਤੁਸੀਂ ਦੇਖੋਗੇ ਜਿਨ੍ਹਾਂ ਨੇ ਬਣਾਈ ਹੈ ਨਾ ਵੀਰ ਜੀ ਜਗ੍ਹਾ, ਉਹ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਫਿਰ ਦੁਨੀਆ ਨਾਲ ਆਪਣੇ ਮਾਪਿਓ ਦਾ ਖਿਆਲ ਨਹੀਂ ਕਰਦੇ ਜਾਂ ਆਪਣੇ ਬੱਚਿਆਂ ਨਾਲ ਰਿਸ਼ਤਾ ਟੁੱਟ ਜਾਂਦਾ ਉਹਨਾਂ ਨਾਲ। ਇਹੋ ਜਿਹੀ ਕੋਈ ਕਹਾਣੀ ਨਹੀਂ। ਔਰ ਇਹ ਵੀ ਨਾ ਗਲਤ ਸਮਝਿਓ ਕਿ ਜਿਹੜੇ ਬਹੁਤ ਇਸ ਪਾਸੇ ਲੱਗਦੇ ਹਨ ਕਿ ਉਹ ਕੋਈ ਪੈਸੇ ਦੀ ਘਾਟ ਆ ਜਾਂਦੀ ਉਹਨਾਂ ਨੂੰ, ਜਾਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ, ਬੜੇ ਉਹ ਅਨਪੜ੍ਹ ਗੰਵਾਰ ਹੋ ਜਾਂਦੇ ਨੇ ਬੜੇ, ਜਾਂ ਇਸ ਪਾਸੇ ਜਾਂਦੇ ਨਹੀਂ, ਇਹ ਵੀ ਨਾ ਗੱਲ ਸਮਝਿਓ ਤੁਸੀਂ। ਸੋ ਇਹ ਇੱਕ ਬੈਲੈਂਸ ਵਾਲੀ ਜ਼ਿੰਦਗੀ ਦਾ ਇੱਕ ਜੀਣ ਦਾ ਇੱਕ ਹੱਕ ਗੁਰਮਤ ਹੈ, ਜਿਹਦੇ ਵਿੱਚ ਕੀਰਤਨ ਦੀ ਆਪਣੀ ਜਗ੍ਹਾ ਹੈ, ਕਿਰਤ ਦੀ ਆਪਣੀ ਜਗ੍ਹਾ ਹੈ, ਵਾਈਫ ਦੀ ਆਪਣੀ ਜਗ੍ਹਾ ਹੈ, ਬੱਚਿਆਂ ਦੀ ਆਪਣੀ ਜਗ੍ਹਾ ਹੈ, ਐਜੂਕੇਸ਼ਨ ਦੀ ਆਪਣੀ ਜਗ੍ਹਾ ਹੈ, ਜੌਬ ਦੀ ਆਪਣੀ ਜਗ੍ਹਾ ਹੈ। ਇਨ ਮੇਰੇ ਕੇਸ ਵਿੱਚ ਵਕੇਸ਼ਨ ਦੀ ਆਪਣੀ ਜਗ੍ਹਾ ਹੈ। ਹਰ ਇੱਕ ਦੀ ਆਪਣੀਆਂ ਥਾਵਾਂ ਸਭ ਨੇ ਹਨ। ਓਵਰ ਪਾਵਰ ਨਾ ਹੋਵੇ ਕਿਤੇ ਕੁਝ, ਉੱਥੇ ਮੁਸ਼ਕਿਲ ਹੈ ਬੜੀ। ਪਰ ਜੇ ਇੱਕ ਗੱਲ ਬਕੀ ਹੈ ਕਿ ਜੇ ਬਗੈਰ ਨਾਮ ਤੋਂ ਸਭ ਚੀਜ਼ਾਂ ਜਿਹੜੀਆਂ ਉਹ ਨਿਹਫਲ ਹਨ, ਇਹ ਅਨਫੋਰਚੂਨੇਟਲੀ ਦੈਟ ਪਾਰਟ ਇਜ਼ ਆਲਸੋ ਟਰੂ। ਜਿੰਨੀ ਮਰਜ਼ੀ ਕੁਝ ਕਰ ਲਵੇ, ਜੇ ਉਹ ਨਹੀਂ ਮਿਲਿਆ ਤੇ ਫਿਰ ਕੁਝ ਨਹੀਂ ਮਿਲਿਆ, ਫਿਰ ਕੱਖ ਨਹੀਂ ਬਣਿਆ ਉਹਦਾ। ਫਿਰ ਉਹ ਸੁਖਮਨੀ ਦੀਆਂ ਉਹ ਲਾਈਨਾਂ ਫਿਰ ਯਾਦ ਕਰ ਲਵੇ ਕਿ ਬਿਰਥੀ ਸਾਖਤ ਕੀ ਆਰਜਾ, ਸਾਚ ਬਿਨਾ ਕੋ ਹੋਵਤ ਸੁਚਾ, ਬਿਰਥਾ ਨਾਮ ਬਿਨਾ ਤਨ ਅੰਧ। ਕਿਉਂਕਿ ਮੁਖ ਆਵਤ ਤਾਂ ਕਿ ਦੁਰਗੰਧ, ਕਿਉਂਕਿ ਇਹ ਦੁਰਗੰਧ ਨਾਮ ਤੋਂ ਬਿਨਾ ਦੁਰਗੰਧ ਹੈ ਜਿਹੜੀ, ਉਹ ਆਏਗੀ ਤੇ ਸਭ ਕੁਝ ਸਰੇ ਜਾਏਗਾ, ਸਾਰਾ ਕੰਮ, ਸਾਰਾ ਕੁਝ। ਹਾਂਜੀ, ਸੋ ਇਹ ਬੈਲੈਂਸ ਵਾਲਾ ਕੰਮ ਹੈ ਬੜਾ। ਤੇ ਇਹ ਇੱਥੋਂ ਸਾਰਾ ਕੁਝ ਪੈਦਾ ਹੁੰਦਾ। ਸਾਰਾ ਇੱਥੇ ਘਰ-ਬਾਰ ਛੋੜਨ ਦਾ, ਇੱਥੇ ਮਾਪਿਓ ਦਾ, ਬੀਵੀ ਦਾ, ਬੱਚਿਆਂ ਦਾ, ਹਸਬੈਂਡ ਦਾ ਤਿਆਗ ਕਰਨ ਦਾ। ਇੱਥੇ ਇਹ ਨਹੀਂ ਹੈ ਕਿ ਘਰ-ਬਾਰ ਰੁੱਲ ਜਾਣ ਮੇਰੇ ਤੇ ਮੈਂ ਗੁਰਦੁਆਰੇ ਜਾ ਕੇ ਬੈਠ ਜਾਵਾਂ ਤੇ ਘਰ-ਬਾਰ ਕੋਈ ਸੰਭਾਲਣ ਵਾਲਾ ਨਾ ਹੋਵੇ। ਇਹੋ ਜਿਹਾ ਸੰਦੇਸ਼ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ। ਹਾਂਜੀ, so just one little point. I've been trying to understand Siddh Ghosh recently. Oh, very so good. I'm proud to hear that. Which so there's one line. There's one line there, so I just thought it would be very appropriate. The Surat Shabad Pavasagar Tariya Nanak Naam Vakhane, which is exactly what I think Vikram Virji is trying. I think you're making that point, but I think Surat Shabad Pavasagar Tariya, apni Surat nu Shabad de naal jod lo, then everything is, then you will ये सागर तो तर जाओगे ते नाम गुरु दे नाम परमात्मा दे नाम नाल जुड़ जाओगे, या so सारे काम अपने आप ठीक हो जाएंगे। that will take care of everything. सारे ਤੁਹਾਡੇ ਕਰਮ ਚੰਗੇ ਹੋ ਜਾਣਗੇ। ਨਾਮ ਵਿੱਚ ਤਾਕਤ ਹੈ, ਨਾਮ ਵਿੱਚ ਤਾਕਤ ਹੈ, ਕਿਉਂਕਿ ਜਿਹਦੇ ਪ੍ਰਮਾਤਮਾ ਨਾਲ ਪਿਆਰ ਜਦੋਂ ਉਜਲ ਹੋ ਜਾਂਦਾ ਹੈ ਤੇ ਸੰਤ ਪੁਰਾਣੇ ਕਹਿੰਦੇ ਹੁੰਦੇ ਸਨ ਕਿ ਜਿਸ ਤਰ੍ਹਾਂ ਅੰਦਰ ਇੱਕ ਦਿਮਾਗ 'ਚ ਇੱਕ ਫਿਲਟਰ ਲੱਗ ਜਾਂਦਾ, ਜਿਤਨਾ ਸਟਰੋਂਗ ਹੁੰਦਾ ਨਾ ਨਾਮ ਨਾਲ ਪਿਆਰ, ਫਿਰ ਉਹ ਥਾਟ ਪ੍ਰੋਸੈਸ ਜਿਹੜੀ ਉਸ ਫਿਲਟਰ ਦੇ ਵਿੱਚੋਂ, ਉਹ ਫਿਲਟਰ ਜਿਹੜੇ ਨੇ ਉਹ ਬੜੇ ਫਾਈਨ ਫਿਲਟਰ ਲੱਗ ਜਾਂਦੇ ਨੇ ਅੰਦਰ। ਉਹ ਥਾਟ ਫਿਰ ਉਹ ਫਿਲਟਰ ਹੁੰਦੀ ਹੈ ਉਹਦੇ ਚੋਂ, तो जो फिल्टर होके जो बाहर निकलती है तो फिर जर्जी दी थाट ही निकलती है बाहर, फिर वो बाहर वाली थाट निकलती नहीं है। टाइम लगता है उस चीज में। पहले होल वड्डे होंदे ने बड़े, फिर होल छोटे होने शुरू हो जाते, फिर होल होर बारीक हो जाते, फिर होर बारीक हो जाते, फिर होर बारीक हो जाते, फिर बहुत अति सूक्ष्म बारीक हो जाते, फिर इतने बारीक हो जाते कि ਉਹਦੇ ਵਿੱਚੋਂ ਫਿਰ ਉਹ ਜਰਜੀ ਫੁੱਟਦੀ ਹੈ ਉਹਦੇ ਵਿੱਚੋਂ, ਹੋਰ ਕੁਝ ਫੁੱਟਦਾ ਨਹੀਂ ਉਹਦੇ ਵਿੱਚੋਂ। ਸੋ ਇਹ ਪ੍ਰੋਸੈਸ ਹੈ ਨਾ, ਲੇਕਿਨ ਵੀਰ ਜੀ ਇੱਕ ਦਿਨ ਚ ਤਾਂ ਨਹੀਂ ਹੁੰਦਾ ਨਾ, ਇੱਕ ਦਿਨ ਚ ਤਾਂ ਨਹੀਂ ਹੁੰਦਾ, ਅਰਦਾਸ ਨਾਲ ਹੁੰਦਾ ਸਾਰਾ ਕੁਝ। ਪਰ ਜੋ ਨਰਿੰਦਰ ਵੀਰ ਨੇ ਕਿਹਾ ਬਿਲਕੁਲ ਠੀਕ ਹੈ। ਵੀਰ ਜੀ ਕਿਹੜੀ ਬੁੱਕ ਪੜ੍ਹਦੇ ਪਏ ਹੋ ਸਿੱਧ ਗੋਸ਼ ਵਾਲੀ? ਲੈਟ ਮੀ ਸ਼ੇਅਰ ਵਿਦ ਮੀ, ਵਾਟ ਆਰ ਯੂ ਰੀਡਿੰਗ? The same book that by Harbans Singh ji, and then I also get some help from some speakers on the internet, so because it's hard to, this is a very difficult bani to understand.
ਪਰ ਇੱਕ ਵਾਰੀ ਜਦੋਂ ਉਹ ਪੜ੍ਹ ਲਓ ਸਾਰੀ ਤੇ ਫਿਰ ਸੰਥਿਆ ਦੀ ਜਿਹੜੀ ਅਨੇਕ ਬਾਣੀਆਂ ਜਿਹੜੀ ਹੈ ਭਾਈ ਸਾਹਿਬ ਭਾਈ ਵੀਰ ਸਿੰਘਾਂ ਦਾ ਪੜ੍ਹਨਾ ਜ਼ਰੂਰ, ਕਿਉਂਕਿ ਆਈ ਥਿੰਕ ਦੈਟ ਹੈਜ਼ ਟੂ ਮੀ ਅਕੋਰਡਿੰਗ ਟੂ ਮੀ ਮੈਂ ਜਿੰਨਾ ਪੜ੍ਹਿਆ ਜੋ ਮੇਰੀ ਸਮਝ ਜੋ ਆਇਆ ਮੈਨੂੰ ਕਿ ਆਈ ਥਿੰਕ ਸਿੱਧ ਗੋਸ਼ ਦੀ ਸਭ ਤੋਂ ਜ਼ਿਆਦਾ ਇਨ ਡੈਪਥ ਡਿਸਕਸ਼ਨ ਜਿਹੜੀ ਹੈ ਉਹ ਸੰਥਿਆ ਵਿੱਚ ਆਈ ਹੈ ਲੇਕਿਨ ਉਹ ਹੋਰ ਕੰਪਲੈਕਸ ਹੈ ਬਹੁਤ, ਕਿਉਂਕਿ ਔਰ ਸਿੱਧ ਗੋਸ਼ ਵਿੱਚ ਜਿਹੜੀ ਹੈ ਡਿਸਕਸ਼ਨ ਨਿਰਗੁਣ ਰੂਪ 'ਚ ਜ਼ਿਆਦਾ ਫੋਕਸਡ ਹੈ ਸਰਗੁਣ ਰੂਪ ਨਾਲੋਂ, ਕਿਉਂਕਿ ਉਹ ਆਪ ਨਿਰਗੁਣ ਰੂਪ ਤੇ ਜ਼ਿਆਦਾ ਫੋਕਸ ਕਰਦੇ ਸਨ, ਇਸ ਵਾਸਤੇ ਡਿਸਕਸ਼ਨ ਥੋੜੀ ਹਾਇਰ ਲੈਵਲ ਦੀ ਹੈ, ਸੋ ਸੁਰਤ ਉੱਚੀ ਚਾਹੀਦੀ ਹੈ ਹੋਰ ਸਮਝਣ ਵਾਸਤੇ। No, it is I think when you read it, sounds very simple, but the meanings are so deep there. It's just there's so much depth in there. And every time you read it, you understand something differently. You understand, and explaining it is just impossible unless you were unless. मैं एक बार क्लास अटेम्प्ट की थी बहुत पहले सुखमनी दी 21st अष्टपदी जो डिस्कस की थी ते उहदे विच मैं सिद्ध गोश तो बड़े पोर्शन लए सन to like as a reference tool of explaining those. So yeah, it's challenging, yeah, that's okay. कई चीज़ें लाइफ में चैलेंजिंग होती हैं, that's fine. हर चीज़ सिंपल नहीं होती. So thank you, Veerji. This is really interesting discussion. Thank you both to Surinder Veerji and Narinder Veerji. No problem at all, Veerji. Anytime. मेरा तो खैर मेरी तो नौकरी है थे. So anybody else any questions on जपजी दियां on जे real class होंदी ते मैं एक रिक्वेस्ट करदा सारिਆਂ ਨੂੰ, किसने करनी तो नहीं, पर मैं कह दिंदा तां भी की है कहण जे कोई फर्क नहीं पैंदा. ਮੈਨੂੰ ਜੇ ਖੁਸ਼ੀ ਹੋਏਗੀ ਬੜੀ ਜੇ ਤੁਸੀਂ ਅਟੈਂਪਟ ਕਰੋ ਇੱਕ 2 ਜਾਂ 3 ਜਾਂ 4 ਪੈਰਾਗ੍ਰਾਫ ਲਿਖਣ ਦੀ, ਜਪਜੀ ਦੀਆਂ ਇਹ ਜਿਹੜੀਆਂ ਪਹਿਲੀਆਂ 5-6 ਜਿਹੜੀਆਂ ਪੌੜੀਆਂ ਡਿਸਕਸ ਕੀਤੀਆਂ ਹਨ, ਇਹਦਾ ਸਾਰ ਲਿਖੋ ਮੇਰੇ ਵਾਸਤੇ, ਆਪਣੇ ਵਾਸਤੇ ਲਿਖੋ. ਜੇ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਤੇ ਕਰੋ, ਬਟ ਸਾਰ ਦਾ ਮਤਲਬ ਹੈ ਕਿ ਇਹਦਾ ਨਿਚੋੜ ਕੱਢ ਦਿਓ ਇਹਨਾਂ ਪੌੜੀਆਂ ਦਾ ਮੇਰੇ ਵਾਸਤੇ. ਇਹਨਾਂ ਪੌੜੀਆਂ ਨੂੰ ਜੇ ਕੋਈ ਇਹੋ ਜਿਹਾ ਬੰਦਾ ਤੁਹਾਨੂੰ ਮਿਲੇ, ਕੋਈ let's say somebody walks up to you and says to you ਕਿ ਮੈਂ ਸਿੱਖ ਨਹੀਂ ਆ ਪਰ ਮੈਂ ਸੁਣਿਆ ਕਿ ਜਪਜੀ ਬੜੀ ਵੱਡੀ ਮਹਾਨ ਬਾਣੀ ਹੈ ਤੇ ਇਸ ਜਪਜੀ ਬਾਣੀ ਦੇ ਮੈਨੂੰ ਸਾਰਾਂਸ਼ ਲਿਖ ਕੇ ਦੇ ਦਿਓ, ਇੱਕ ਸਮਰੀ ਲਿਖ ਕੇ ਦੇ ਦਿਓ, ਇੱਕ ਨਿਚੋੜ ਮੈਨੂੰ ਦੱਸ ਦਿਓ ਇਹਨਾਂ 5-6 ਪੌੜੀਆਂ ਦਾ ਕਿ ਤੁਸੀਂ ਕੀ ਲਿਖੋਗੇ ਉੱਥੇ, ਕੀ ਕਹੋਗੇ, ਕੀ ਹੈ ਨਿਚੋੜ ਇਹਨਾਂ 5-6 ਪੌੜੀਆਂ ਦਾ. ਮੈਂ ਪਹਿਲੇ ਦਿੰਦਾ ਹੁੰਦਾ ਸੀ ਹੋਮਵਰਕ ਸਮਰ ਵੈਕੇਸ਼ਨ ਦਾ, ਜਦੋਂ ਕਲਾਸਿਸ ਐਂਡ ਹੁੰਦੀਆਂ ਸਨ ਮਈ ਵਿੱਚ, ਤੇ ਪਰ ਮੇਰੀ ਕੋਈ ਲੱਕ ਬਹੁਤ ਅੱਛੀ ਨਹੀਂ ਰਹੀ. 50 ਸਟੂਡੈਂਟਸ ਵਿੱਚੋਂ ਮੇਬੀ 6 will turn or 7 or 8 people will turn in their homework, ਇਹ ਮੇਰੇ ਵਾਸਤੇ ਨਹੀਂ ਹੈ, ਆਪਣੇ ਵਾਸਤੇ. ਕਈ ਵਾਰੀ when you focus yourself and start to write down ज्यादा 1 या 2 पेज 2-3-4 पैराग्राफ को ਵੱਡਾ ਕੋਈ ਲਿਖਣ ਦੀ, ਔਰ ਲੈਂਗੁਏਜ ਦੀ ਕੋਈ ਬੈਰੀਅਰ ਨਹੀਂ, ਇੰਗਲਿਸ਼ ਲਿਖੋ ਜਾਂ ਪੰਜਾਬੀ ਲਿਖੋ, ਤੁਹਾਡੀ ਮਰਜ਼ੀ ਹੈ. ਬਟ ਕਈ ਜੇ ਮੇਰੇ ਨਾਲ ਸ਼ੇਅਰ ਕਰੋਗੇ ਤੇ ਖੁਸ਼ੀ ਹੈ, ਜੇ ਨਹੀਂ ਸ਼ੇਅਰ ਕਰੋਗੇ ਤਾਂ ਵੀ ਖੁਸ਼ੀ ਹੈ, ਲਿਖੋਗੇ ਤੇ ਮੈਨੂੰ ਉਸ ਵਾਸਤੇ ਖੁਸ਼ੀ ਹੈ ਕਿ ਤੁਸੀਂ ਇਹ ਮੇਰੀ ਬੇਨਤੀ ਹੈ ਕਿ ਤੁਸੀਂ ਨਾ ਸਮਰ ਦੀਆਂ ਛੁੱਟੀਆਂ ਵਿੱਚ ਤੁਸੀਂ ਇਹ ਜਿਹੜੀ ਅਗਲੇ 2-3 ਮਹੀਨੇ ਆਉਣ ਵਾਲੇ ਜਿਹੜੇ ਹਨ, ਇਹਨਾਂ ਨੂੰ ਤੁਸੀਂ ਆਪਣੇ ਮਾਈਂਡ ਨੂੰ ਇਹਨਾਂ 5 ਪੌੜੀਆਂ ਦਾ ਬਾਰ-ਬਾਰ ਅਧਿਐਨ ਕਰਕੇ, ਪਾਠ ਕਰਕੇ ਇਹਨਾਂ ਦਾ, ਤੇ ਇੱਕ ਲਿਖੋ, ਇੱਕ ਸਾਰਾਂਸ਼ ਲਿਖੋ ਇਹਦਾ, ਇੱਕ ਨਿਚੋੜ ਲਿਖੋ ਇਹਨਾਂ 5 ਪੌੜੀਆਂ ਦਾ ਕਿ ਕੀ ਹੈ, ਕੀ ਹੈ ਗੱਲ ਕਰਕਸ ਕੀ ਹੈ ਮੈਟਰ ਦਾ, ਤੇ ਕੀ ਮਾਰੇ ਕੀ ਉਪਦੇਸ਼ ਦਿੰਦੇ ਪਏ ਹਨ, ਕਿਉਂ ਹੈ ਇਹ 5 ਪੌੜੀਆਂ ਦਾ, ਇਹ ਨੀਂਹ ਕਿਉਂ ਹੈ ਸਿੱਖੀ ਦੀ, ਇਹ ਕਿਉਂ ਹੈ ਫਾਊਂਡੇਸ਼ਨ ਸਟੋਨ, ਕਿਉਂ ਜਿਹਾ ਲੇ ਕੀਤਾ ਨਹੀਂ ਉੱਥੇ, ਸੱਚ ਦੀ ਨੀਂਹ ਰੱਖੀ ਹੈ ਉਹਨਾਂ ਨੇ. ਗੁਰੂ ਨਾਨਕ ਦੀ ਕਿਲਾ ਜਿਹੜਾ ਹੈ ਉਸ ਦੀ ਅੰਦਰਲੀ ਜਿਹੜੀ ਨੀਂਹ ਜਿਹੜੀ ਹੈ ਉਹ ਸੱਚ ਦੀ ਹੈ, ਸੱਚ ਦਾ ਕਿਲਾ ਹੈ, ਸੱਚ ਤੋਂ ਸਿਵਾਏ ਕੁਛ ਨਹੀਂ. ਕਿਹੜਾ ਕਿਲਾ ਰੱਖਿਆ ਨੇ ਅੰਦਰ, ਕੀ ਹੈ ਉਪਦੇਸ਼ ਜਪਜੀ ਦਾ, ਕਿਉਂ ਸਾਰੀ ਮਾਨਵਤਾ ਵਾਸਤੇ ਹੈ. ਦੇਖ ਲੈਣਾ, ਕੋਈ ਇੱਕ ਲਾਈਨ ਮਿਲੇਗੀ ਨਹੀਂ ਤੁਹਾਨੂੰ ਜਿੱਥੇ ਇਹ ਲਿਖਿਆ ਹੋਏਗਾ, ਜਾਂ ਇਹ ਕਿਧਰੇ ਨਹੀਂ ਤੁਹਾਨੂੰ ਮਿਲੇਗਾ ਤੁਹਾਨੂੰ ਕਿ ਜਪਜੀ ਸਿਰਫ ਸਾਡੇ ਵਾਸਤੇ ਹੈ. ਬੜਾ ਮੁਸ਼ਕਿਲ ਹੈ, ਖੋਜ ਕੇ ਦੇਖ ਲਓ, ਮੈਨੂੰ ਤਾਂ ਨਹੀਂ ਮਿਲੀ ਕਦੀ, ਨਾ ਕਿਸੇ ਹੋਰ ਆਥਰ ਨੂੰ ਮਿਲੀ ਹੈ. ਪ੍ਰੂਵ ਕਰਕੇ ਦੱਸ ਦਿਓ ਵੀ ਇਹ ਸਿੱਖਾਂ ਵਾਸਤੇ ਲਿਖੀ ਗਈ ਕਦੀ. ਕਿਸੇ ਧਰਮ ਵਿੱਚ ਦਾ ਬੰਦਾ ਕੋਈ ਕਿਸੇ ਯੁੱਗ ਦਾ, ਕਿਸੇ ਟਾਈਮ ਪੀਰੀਅਡ ਵਿੱਚ
ਇਹ ਵੈਲਿਡ ਹਨ ਸਾਰੀਆਂ ਚੀਜ਼ਾਂ ਉਹਨਾਂ ਦੀਆਂ। ਜਪਜੀ ਦੀ ਇੱਕ ਇੱਕ ਪੌੜੀ ਵੈਲਿਡ ਨਿਕਲੇਗੀ ਉੱਥੇ। ਸੋ ਜੇ ਕਰੋਗੇ ਤੇ ਮੈਨੂੰ ਬੜੀ ਖੁਸ਼ੀ ਹੋਏਗੀ, ਜੇ ਕਰੋਗੇ ਮੈਨੂੰ ਸ਼ੇਅਰ ਕਰੋਗੇ ਤਾਂ ਮੈਨੂੰ ਹੋਰ ਵੀ ਖੁਸ਼ੀ ਹੋਏਗੀ। ਲੈਂਗੁਏਜ ਤੁਹਾਡੀ ਆਪਣੀ ਹੈ, ਜਿੰਨਾ ਮਰਜ਼ੀ ਵੱਡੀ ਲਿਖੋ, ਪਰ 2-3 ਇਹਨਾਂ ਲਿਖ ਕੇ 2 ਵਰਡ ਨਾ ਲਿਖਣਾ, ਖਾਲੀ ਇੱਕ ਪੈਰਾਗ੍ਰਾਫ, ਖਾਲੀ 2-3 ਪੈਰਾਗ੍ਰਾਫ ਤੇ ਲਿਖੇ ਬੰਦਾ, ਐਂਡ ਪੋਰ ਯੋਰ ਹਾਰਟ ਆਊਟ, ਕਿ ਕੀ ਹੈ ਮੈਸੇਜ ਇਹਦਾ, ਸੋ ਜੇ ਲਿਖੋਗੇ ਤੇ ਖੁਸ਼ੀ ਹੈ। ਅਸਾਈਨਮੈਂਟ ਵਿਲ ਬੀ ਡਿਊ, ਲੈਟਸ ਸੇ 3 ਮਹੀਨੇ 4, let's say our Labor Day weekend, how about that? और ओपन बुक है, ਜਿਹੜੀ ਮਰਜ਼ੀ ਕਿਤਾਬ ਪੜੋ, ਜਿਹਨੂੰ ਮਰਜ਼ੀ ਸੁਣੋ, ਕੋਈ ਰਿਸਟ੍ਰਿਕਸ਼ਨ ਨਹੀਂ, ਕੋਈ ਕੁਝ ਨਹੀਂ। ਜੋ ਮੇਰੇ ਕੋਲ ਸਿੱਖਿਆ ਥੋੜਾ ਬਹੁਤ, ਉਹ ਜੇ ਕਿਸੇ ਕਿਤਾਬ ਤੋਂ ਪੜ੍ਹ ਕੇ ਕਰੋ, ਜੋ ਮਰਜ਼ੀ ਕਰੋ, ਲੇਕਿਨ ਲਿਖੋ ਜ਼ਰੂਰ। ਤੇ ਜਦੋਂ ਲਿਖੋਗੇ ਇਹਦੇ ਨਾਲ ਫਾਇਦਾ ਇਹ ਹੋਏਗਾ, ਜਦੋਂ ਲਿਖੋਗੇ ਤੁਸੀਂ ਕਿ ਤੁਹਾਨੂੰ you will be forced to listen to me again, or to read something, or to listen to somebody else, ਤੇ ਤੁਹਾਡੇ ਅੰਦਰ ਫਿਰ ਉਹਦੀ ਨੌਲੇਜ ਜਿਹੜੀ ਹੈ ਉਹ ਦ੍ਰਿੜ ਹੋ ਜਾਏਗੀ ਲਿਖਣ ਨਾਲ। ਤੁਹਾਨੂੰ ਕਦੀ ਭੁੱਲੇਗੀ ਨਹੀਂ, ਫਿਰ ਕਦੀ ਤੁਹਾਨੂੰ ਹਮੇਸ਼ਾ ਚੇਤਾ ਆਏਗੀ, ਤੁਹਾਨੂੰ ਹਮੇਸ਼ਾ ਯਾਦ ਆਏਗੀ ਉਹ ਗੱਲ। ਤੇ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਾਂਗਾ, ਜੇ ਮੇਰੇ ਨਾਲ ਸ਼ੇਅਰ ਕਰੋਗੇ ਤੇ that is between me and you, and nothing to be shared about. I don't know, ਮੇਰੇ ਦਿਮਾਗ 'ਚ ਆਈ ਮੇਰੀ ਗੱਲ ਤੇ ਮੈਂ ਕਹਿ ਦਿੱਤੀ, ਕਿਸੇ ਨੂੰ ਬੁਰਾ ਨਾ ਮਹਿਸੂਸ ਹੋਵੇ ਇਸ ਬਾਰੇ। ਔਰ ਇਹ ਕੋਈ ਆਪਸ਼ਨਲ ਹੈ, ਕੋਈ ਇਹ ਨਹੀਂ ਹੈ ਕਿ ਜੋ ਜਿਹੜਾ ਨਹੀਂ ਲਿਖੇਗਾ ਤੇ ਉਹ ਮਾੜਾ ਬੰਦਾ ਔਰ ਸਮਥਿੰਗ, no, that's not true. ਤੁਹਾਡੀ ਮਰਜ਼ੀ ਹੈ, ਤੁਸੀਂ ਕਰੋ ਨਾ ਕਰੋ। I'll be happy to get 2 or 3 or 4 or 5. I'll be very pleased if I get that. ਜੇ ਸ਼ੇਅਰ ਕੀਤੀ ਜਾਏ ਤੇ ਉਹਦਾ ਫਾਇਦਾ ਬਾਕੀਆਂ ਨੂੰ ਵੀ ਹੋ ਸਕਦਾ ਹੈ। ਜੋ ਜਿਵੇਂ ਤੁਸੀਂ ਸੋਚ ਰਹੇ ਹੋ, ਉਹ ਹੋਰ ਉਹਦਾ ਦੂਜਾ ਪਾਸਾ ਤੁਹਾਨੂੰ ਵਿਖਾਤੇ, ਬਿਲਕੁਲ ਜਿਵੇਂ ਤੁਸੀਂ ਵਿਖਾਉਂਦੇ ਹੋ। ਨਹੀਂ, ਮੈਂ ਦੂਜਾ ਪਾਸਾ ਨਹੀਂ ਵਿਖਾਉਂਦਾ, ਮੈਂ ਪਾਸਾ ਲਿਖਾਉਂਦਾ ਜਿਹੜੇ ਵੱਡੇ ਲਿਖ ਕੇ ਗਏ। ਮੈਂ ਬਾਰ-ਬਾਰ ਇਸ ਗੱਲ ਨੂੰ ਕਹਿੰਦਾ ਹੁੰਦਾ ਕਿ ਮੇਰੀ ਆਪਣੀ ਕੋਈ ਸੋਚ ਨਹੀਂ, ਮੇਰੇ 'ਚ ਇੰਨੀ ਬੁੱਧੀ ਨਹੀਂ ਹੈ ਕਿ ਮੈਂ ਆਪ ਸੋਚ ਸਕਾਂ। ਪਰਮਾਤਮਾ ਨੇ ਇੰਨਾ ਗਿਆਨ ਦਿੱਤਾ ਨਹੀਂ। ਮੈਂ ਸਿਰਫ, ਮੇਰਾ ਗਿਆਨ ਦੂਸਰਿਆਂ ਨੂੰ ਪੜ੍ਹ ਕੇ ਹੋਇਆ ਹੈ। I'm going to make sure ਮੈਂ ਐਮਫੈਸਿਸ ਕਰ ਦਿਆ ਤੇ ਮੇਰੀ ਕੋਈ ਆਪਣੀ ਇਤਨੀ ਨੌਲੇਜ ਨਹੀਂ, ਨਾ ਮੈਂ ਕਿਸੇ ਕੋਈ ਡਿਵਿਨਿਟੀ ਸਕੂਲ 'ਚ ਗਿਆ, ਨਾ ਕਿਧਰੇ ਕੁਝ ਕੀਤਾ। ਜੋ ਪੜ੍ਹਿਆ ਉਹ ਤੁਹਾਨੂੰ ਦੱਸਿਆ ਮੈਂ। ਦੂਸਰਿਆਂ ਦੀ ਨੌਲੇਜ ਸੈਕੰਡ ਹੈਂਡ ਨੌਲੇਜ ਹੈ ਮੇਰੀ ਸਾਰੀ, ਮੇਰੀ ਫਸਟ ਹੈਂਡ ਨੌਲੇਜ ਕੁਝ ਵੀ ਨਹੀਂ ਹੈ, ਇਤਨੀ ਖਮਤਾ ਨਹੀਂ ਹੈ ਮੇਰੇ 'ਚ। ਸੋ ਮੈਂ ਕਿਸੇ ਦਾ ਆਪਣਾ ਵਿਊ ਪੁਆਇੰਟ ਕਦੀ ਨਹੀਂ ਰੱਖਿਆ। ਮੈਂ ਹਮੇਸ਼ਾ ਵਿਊ ਪੁਆਇੰਟ ਉਹਨਾਂ ਦਾ ਰੱਖਿਆ ਜਿਹੜੇ ਪ੍ਰਮਾਤਮਾ ਨਾਲ ਜੁੜੇ ਹੋਏ ਨੇ, ਜਿਹੜੇ ਭਾਈ ਸਾਹਿਬ ਭਾਈ ਵੀਰ ਸਿੰਘ ਵਰਗੇ, ਨਹੀਂ, ਮੇਰਾ ਮਤਲਬ ਵਿਊ ਪੁਆਇੰਟ ਵੇਖਣ ਤੋਂ ਹੈ ਨਾ, ਜਿਵੇਂ ਮੈਂ ਪੜ੍ਹੀ ਮੈਨੂੰ ਜਿਵੇਂ ਉਹ ਸਮਝ ਆਈ ਤੇ ਜਿਵੇਂ ਤੁਸੀਂ ਦੱਸੀ, then I was able to see, oh, ਅੱਛਾ। ਪਰ ਮੈਂ ਦੱਸੀ, ਪੜ੍ਹ ਕੇ ਦੱਸੀ ਤੁਹਾਨੂੰ, ਮੈਂ ਆਪਣਾ ਖਿਆਲ ਨਹੀਂ ਕੀਤਾ, is what I'm saying. ਮੈਂ ਆਪਣੇ ਖਿਆਲ ਨਹੀਂ ਰੱਖੇ, ਮੈਂ ਉਹਨਾਂ ਦੇ ਖਿਆਲ ਤੁਹਾਨੂੰ ਪੜ੍ਹ ਕੇ ਦੱਸਾਂ। That's all I have done, and that's all I'll be doing. ਮੈਂ ਕਦੀ ਆਪਣੇ ਖਿਆਲ ਨਹੀਂ ਕਰਨਾ, ਨਾ ਮੈਂ ਆਪਣਾ ਕਦੀ ਦੱਸਦਾ ਕਿ ਮੇਰੇ ਹਿਸਾਬ ਨਾਲ ਇਹ ਹੈ। ਜਿੱਥੇ differences of opinion and ਵੱਡੇ author ਵੀ ਕਈ ਵਾਰੀ I point that out, ਉੱਤੇ ਵਿੱਚ ਮੈਂ ਕੋਈ ਆਪਣਾ ਕੋਈ ਇਹ ਨਹੀਂ ਕੋਈ ਚੂਜ਼ ਕੀਤਾ ਕਿ ਇਹ ਰਾਈਟ ਹੈ ਤੇ ਇਹ ਰੋਂਗ। ਹਰ ਇੱਕ ਬੰਦੇ ਦੀ ਬੁੱਧੀ ਹੈ ਆਪਣੀ। ਹਾਂ, ਇਹ ਗੱਲ ਜ਼ਰੂਰ ਹੈ, ਜਿਹੜਾ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ ਜ਼ਿਆਦਾ, ਜਿਹਦੇ 'ਚ ਨਾਮ ਦਾ ਰੰਗ ਹੈ, ਜਿਨ੍ਹਾਂ ਆਥਰਸ ਦੇ ਅੰਦਰ, ਉਹਨਾਂ ਦੇ ਅੰਦਰ ਰੋਸ਼ਨੀ ਜਿਹੜੀ ਹੈ ਉਹ ਅਲੱਗ ਹੈ। ਉਹਨਾਂ ਦੀ ਰੋਸ਼ਨੀ, ਉਹਨਾਂ ਦਾ ਸਮਝਾਉਣ ਦਾ ਤਰੀਕਾ ਅਲੱਗ ਹੈ। ਜਿੰਨਾ ਮਰਜੀ ਕੋਈ ਵੱਡਾ ਆਥਰ ਹੋਏ, ਉਹ ਭਾਈ ਸਾਹਿਬ ਭਾਈ ਵੀਰ ਸਿੰਘ ਵਰਗੇ ਜਾਂ ਭਾਈ ਗੁਰਦਾਸ ਵਰਗੇ ਜਾਂ ਭਾਈ ਨੰਦ ਲਾਲ ਵਰਗਿਆਂ ਦੀ ਮੁਕਾਬਲਾ ਨਹੀਂ ਕਰ ਸਕਦੇ। ਕਿਉਂ ਨਹੀਂ ਕਰ ਸਕਦੇ? ਕਿਉਂਕਿ ਇਹ ਭਗਤ ਜਨ ਸਨ, ਸਾਰੇ ਭਗਤ ਸਨ ਆਪ। ਉਹ ਭਗਤੀ ਕੀਤੀ ਹੈ ਇਹਨਾਂ ਨੇ ਪ੍ਰਮਾਤਮਾ ਨੂੰ ਪਾਇਆ ਹੈ। ਜਿਹਨਾਂ ਨੇ ਪਾਇਆ ਹੈ ਉਹਨਾਂ ਨੇ ਰਸਤਾ ਦੱਸਿਆ ਹੈ। ਰਸਤਾ ਦੱਸਣ ਵਾਲੇ ਉਹਨਾਂ ਤੋਂ ਜਦੋਂ ਸਿੱਖਿਆ ਬੰਦਾ ਲੈਂਦਾ ਹੈ ਜਦੋਂ, ਤੇ ਫਿਰ ਉਹ ਜ਼ਿਆਦਾ ਉਹਦਾ ਅਸਰ ਬਹੁਤ ਪੈਂਦਾ ਉਹਨਾਂ ਚੀਜ਼ਾਂ ਦੇ ਉੱਤੇ। ਸੋ ਮੇਰੀ ਆਪਣੀ ਕੋਈ ਨੌਲੇਜ ਨਹੀਂ, ਨਾ ਇੰਨੀ ਖਮਤਾ ਹੈ ਮੇਰੇ 'ਚ। ਮੈਂ ਤੇ ਕਿਤਾਬਾਂ ਨਾਲ ਰੱਖਦਾ ਆਪਣੀਆਂ, ਲਾਇਬ੍ਰੇਰੀ ਅੱਛੀ ਹੈ ਮੇਰੇ ਕੋਲ, ਉਹ ਮੈਂ ਹਰ ਇੱਕ ਨੂੰ ਇਨਕਰੇਜ ਕਰਦਾ ਕਿ ਆਪਣੀ ਲਾਇਬ੍ਰੇਰੀ ਜ਼ਬਰਦਸਤ ਰੱਖੋ, ਔਰ ਐਂਡ ਫਸਟ ਕਲਾਸ ਇੱਕ ਜੇ ਕਮਰੇ 'ਚ ਹੋਵੇ, ਬੈਸਟ ਹੋਵੇ, ਉਹਦਾ ਹਰ ਬੁੱਕ ਹੋਵੇ ਉਹਦੇ। ਜਦੋਂ ਐਂਟਰ ਕਰੇ, ਦੇਖੇ ਤੇ ਜੋ ਮਰਜ਼ੀ ਚਾਹੇ ਤੇ ਪੜ੍ਹੇ, ਉਹ ਜ਼ਰੂਰ ਹੋਵੇ ਜੇ ਸ਼ੌਕ ਹੈ ਪੜ੍ਹਨ ਦਾ। ਤਾਂ ਉਹ ਗੱਲ ਜ਼ਰੂਰ ਹੋਵੇ, ਲੇਕਿਨ ਨੌਲੇਜ ਜਦੋਂ ਤੁਸੀਂ ਪੜ੍ਹਦੇ ਹੋ ਕਿਤਾਬਾਂ, but you still have to resolve inside your head, right? The resolve is still
Yours, right? Yeah. It's always mine, but ਮੈਨੂੰ ਦ੍ਰਿੜ ਨਿਸ਼ਚੈ ਹੈ ਨਾ ਉਹਨਾਂ ਤੇ ਕਿ ਜੋ ਲਿਖ ਰਹੇ ਠੀਕ ਲਿਖ ਰਹੇ ਨਾ, ਇਹ ਮੇਰੇ ਅੰਦਰ ਦ੍ਰਿੜ ਨਿਸ਼ਚੈ ਹੈ, ਮੈਂ ਆਪਣੀ ਬੁੱਧੀ ਨੂੰ ਪਿੱਛੇ ਕਰ ਦਿੰਦਾ ਹਾਂ। ਜਦੋਂ ਮੈਂ ਬੈਠਦਾ ਪਹਿਲੀ ਅਰਦਾਸ ਕਰਦਾ ਹੁੰਦਾ ਕਿ ਹੇ ਮੇਰੇ ਦਾਤਾ ਮੇਰੇ ਅੰਦਰ ਇਹ ਨਿਰਮਾਣਤਾ ਦਾ ਗੁਣ ਦਿਓ ਕਿ ਮੈਨੂੰ ਮਹਿਸੂਸ ਹੋਏ ਕਿ ਮੈਨੂੰ ਕੁਝ ਨਹੀਂ ਪਤਾ, ਸਭ ਪਤਾ ਇਹਨਾਂ ਨੂੰ ਹੈ ਸਾਰਾ ਕੁਝ। ਭਾਈ ਗੁਰਦਾਸ ਨੂੰ ਪਤਾ, ਮੈਨੂੰ ਕੁਝ ਨਹੀਂ ਪਤਾ, ਜੋ ਦੱਸਣਗੇ ਠੀਕ ਦੱਸਣਗੇ। ਤਾਂ ਫਿਰ ਉਹਦੇ ਨਾਲ ਕੀ ਹੁੰਦਾ ਕਿ ਜਦੋਂ ਬੰਦਾ ਇਹ ਟ੍ਰੇਨ ਕਰਨਾ ਪੈਂਦਾ ਆਪਣੇ ਆਪ ਨੂੰ ਵੀਰ ਜੀ, ਤੇ ਆਪਣੇ ਆਪ ਨੂੰ ਬੰਦਾ ਟ੍ਰੇਨ ਕਰ ਕਰਕੇ ਫਿਰ ਟ੍ਰੇਨ ਹੋ ਜਾਂਦਾ ਬੰਦਾ, ਫਿਰ ਮਾਈਂਡ ਤੁਹਾਡਾ ਟ੍ਰੇਨ ਹੋ ਜਾਂਦਾ ਕਿ ਨਹੀਂ ਇਹ ਸਿਆਣੇ ਇਹਨਾਂ ਨੂੰ ਜ਼ਿਆਦਾ ਪਤਾ, ਤੁਸੀਂ ਆਪਣੀ ਮਤ ਪਿੱਛੇ ਰੱਖੋ। ਫਿਰ ਜਿਸ ਤਰ੍ਹਾਂ ਜਿੱਦਾਂ ਪੜ੍ਹਨਾ ਸ਼ੁਰੂ ਕਰਦਾ ਜ਼ਿਆਦਾ ਇਹਨਾਂ ਨੂੰ, ਪਹਿਲੀ ਵਾਰੀ ਜਦੋਂ ਕਵਿਤ ਪੜ੍ਹਦੇ ਹੋ ਭਾਈ ਗੁਰਦਾਸ ਦੇ ਤਾਂ ਉੱਥੋਂ ਹੀ ਕਨਵਿੰਸ ਹੋ ਜਾਂਦਾ ਬੰਦਾ ਕਿ ਯਾਰ ਇਹਨਾਂ ਤੋਂ ਵੱਡਾ ਤਾਂ ਕੋਈ ਨਹੀਂ ਹੋ ਸਕਦਾ, ਸਭ ਪਤਾ ਇਹਨਾਂ ਦਾ ਸਭ ਕੁਝ ਸਿੱਖ ਦੱਸਿਆ ਹੋਇਆ ਸਾਰਾ ਕੁਝ। ਸੋ ਫਿਰ ਆਪਣੇ ਮਾਈਂਡ ਨੂੰ ਬੰਦਾ ਫਿਰ ਸਲੋਲੀ ਟ੍ਰੇਨ ਕਰ ਲੈਂਦਾ ਵੀਰ ਜੀ। ਹੌਲੀ ਹੌਲੀ ਕਰਕੇ ਕੀ ਹੁੰਦਾ ਕਿ ਆਪਣਾ ਮਾਈਂਡ ਹੀ ਤੁਹਾਨੂੰ ਦੱਸ ਦਿੰਦਾ ਕਿ ਨਹੀਂ ਇਹ ਜੋ ਲਿਖਿਆ ਠੀਕ ਹੈ, ਤੁਸੀਂ ਤੁਹਾਡੀ ਮੱਤ ਥੋੜੀ ਹੋ ਜਾਂਦੀ ਹੈ ਉੱਤੇ, ਤੁਹਾਡੇ ਆਪਣੀ ਥਾਟ ਪ੍ਰੋਸੈਸ ਟੁੱਟ ਜਾਂਦੀ ਹੈ। ਪ੍ਰੋਸੈਸ ਹੈ ਵੀਰ ਜੀ ਇਹ ਵਾਲਾ, ਇਹ ਵੀ ਪ੍ਰੋਸੈਸ ਹੈ ਵੀਰ ਜੀ, ਇਹ ਵੀ ਇੱਕ ਦਿਨ ਚ ਨਹੀਂ ਹੋਣ ਵਾਲਾ ਪੂਰਾ, ਅਨਫੋਰਚੂਨੇਟਲੀ। ਵੀਰ ਜੀ I have a request, ਜਿਹੜਾ ਤੁਸੀਂ ਇਨਵੀਟੇਸ਼ਨ ਦਿੱਤਾ ਹੈਗਾ for the participants, the class participants to share the summary with you, it would be wonderful if that could be shared with the group, ਕਿਉਂਕਿ ਉਹਦੇ ਨਾਲ ਫਿਰ ਸਾਰਿਆਂ ਨੂੰ ਫਾਇਦਾ ਹੋਏਗਾ। And I think the discussion, personally, from my point of view, I truly enjoy all the ਜਿਹੜਾ ਤੁਸੀਂ ਨਿਚੋੜ ਦੱਸਦੇ ਹੋ from all the scholarship you've done, and then ਜਿਹੜੀ ਉਸ ਤੋਂ ਬਾਅਦ ਜਿਹੜੀ ਡਿਸਕਸ਼ਨ ਹੁੰਦੀ ਹੈਗੀ ਉਹਦੇ ਵਿੱਚ ਉਹਦਾ ਵੀ ਇੱਕ ਆਪਣਾ ਅਲੱਗ ਉਹਦਾ ਵੀ ਬਹੁਤ ਇੰਪੋਰਟੈਂਸ ਲੱਗਦੀ ਹੈਗੀ, because I get to learn a lot from the discussion. So I guess my request is that whoever is sharing, if they could just share with the whole group, that would be wonderful. It's entirely up to them, Virji. I'm not going to tell anybody to share with anybody. Main na zarur share karo, because I don't have the right, but at least manu khushi hoegi je manu dasoge, मैं पढ़ांगा, manu khushi hoegi। लेकिन जे तुसी शेयर करना चाहते हो सारे ग्रुप ना जी सदके करो, मैनू उहदे नाल कोई इशू नहीं है कोई, लेकिन मैं नहीं शेयर करांगा unless that other person is okay with that, whoever wrote it। कई बारी बड़े बंदे क्लास में आके कह देंगे कि this is for your eyes only, तो फिर मैं आप पे पढ़दा हुंदा, तो पढ़ के मेरे को सारियां पईयां होईयां, मैं सुटदा कुछ भी नहीं, मैं I keep it in a safe place। मेरे को बड़े स्टूडेंट दा लिखिया होया पिया होया, मेरे को कईयां ने पंजाबी च, कईयां ने बच्चों दा भी पिया होया मेरे को लिखिया होया। Some of them are, when I read them, I'm really like surprised to read some of the some of them people you don't know their kinna mature thought process hai kinna da, and how they put across things to you, One piece of warning though, it's not easy to write about all this stuff, so ये बोलना आसान है, क्वेश्चन पूछने आसान है, समझाना किसी ਨੂੰ आसान है, लेकिन उस थॉट प्रोसेस ਨੂੰ लिखित रूप ਵਿੱਚ लिख देना आसान नहीं, मुश्किल है। मे बी जिदा जिस तरह ना भी अपना विदाउट गिविंग द नेम, क्योंकि फॉरवर्ड करो ਆਪਾਂ ਤੇ ਫਿਰ ਨਾ ਨਹੀਂ ਨਾ ਆਂਦਾ ਜਿਸ ਬੰਦੇ ਨੇ ਲਿਖਿਆ ਮੈਂ ਕਰ ਦਿਆਂ, ਉਹ ਮੈਨੂੰ ਭੇਜ ਦਿਆ ਕਰਕੇ, ਹਾਂ ਤੁਹਾਨੂੰ ਭੇਜ ਕੇ, ਐਂਡ ਦੈਨ ਤੁਹਾਨੂੰ ਲੱਗੇ ਕਿ ਬਈ ਉਹ ਦਿਸ ਇਜ਼ ਵਾਟ ਸ਼ੇਅਰਿੰਗ ਜਾਂ ਸਮਥਿੰਗ, ਤੇ ਫਿਰ ਮਤਲਬ ਮੈਂ ਵੀ ਸ਼ੇਅਰ ਕਰ ਲਓ। Yeah, that's fine, but I will not share until the person who wrote it gives me the permission to do that. I will not do that. It's not अगर लिखोगे तो खुशी होगी। और तुम को from today until Labor Day तक तुम को 3-4 महीने, Labor Day weekend, oh by the way जेडे इंडिया तो join, when is the Labor Day weekend, कोई somebody can put up the dates किड़ी hands अगी, कहीं जेडे बाहरों join कर देना उन्होंने पता नहीं इन US की छुट्टियां बारे, sometime in September होएगा, right? जी, first Monday of September, first Monday. First Monday of September. Yeah. I don't have a date, but it's always the first Monday. So May, June, July, August. September 5th. The 5th. 5th. 4 महीने is plenty. Yeah. Actually 4 महीने is too much time. फिर बंदा भूल जाता है कहीं. So जे लिखोगे तो खुशी होगी. So
and pour your heart into it. You see, tell me what you feel though, and reference de sakde ho podiyan da bhi kithe ki sikhya hai, you know. Kisse form vich, outline form vich de diyo, paragraph likh ke de diyo, kisse form vich hi hove. Mainu convince kar diyo ki mainu acha lagega dekh ke ki samajh aa gayi hai, you know, ki dusre nu samjhan joge ho gaye hain. That's all I want to, you know. Oh, recording चल रही है, हम कर रहे हैं, continue. हाँ जी, चलो जी, मैं उन एंड करने वाला जी क्लास. I have to go to the Gurdwara now to teach the Kirtan classes. I'm going to be leaving the Gurdwara in Fateh Kantage. So normally on Saturday होनी है, तो फिर Sunday दोनों चीज़ें होंगी. So Zoom the link भेजा है. Simar is still trying to put everything together. बेचारा बड़ी मेहनत करता है. You know, it's not easy. हाले भी kings fix नहीं हुए. Hopefully in the next week or 2 or 3, which I think we'll get. मेहनत बड़ी करनी पैंदी है, बेचारे ਨੂੰ आंदा है, पहले आंदा है, सारी equipment लेके आनी पैंदी है, फिर लगानी पैंदी है equipment, you know. So we'll see how many people get benefit out of these Zoom classes on Kirtan diyan, and whether it's worth doing it in the future or not. हाले तक ते करांगे, फिर देखेंगे कि attendance होंदी है और किस तरह होंदा है, and then depending on that, then we'll decide one way or the other. हाँ जी. Virji, are the beginners supposed to bring any shabad, print out any shabad? Because we didn't. No. We, I think Simar put in the shabad Har Naam Apar Moli. उन्हें पाया हुआ है शब्द उसमें. So. Acha, because that is for the senior class or the beginners class? The beginners class. Okay, ठीक. Yeah. Thank you, Virji. No problem. Okay जी, वाहिगुरु जी का खालसा. वाहिगुरु जी का खालसा, वाहिगुरु जी की फतेह. वाहिगुरु जी का खालसा, वाहिगुरु जी की फतेह. Thank you so much. Thank you. Thank you, Virji. I'm going to stay for another 30 seconds. Virji, this is the first official assignment you're giving us in first 2 years of us group. Thank you. हाले तो एक दिमाग टिक करने लग गया. एवी डर के देती है मैं. So, you know. So, you know, some people don't want to like पकी पकाई हर चीज मिले, थोड़ा जा पे मेहनत करनी पड़ेगी. पर कोई फोर्सिंग नहीं है किसी में, सब सेल्फ सारा है. जेड़ा करेगा वो बहुत खुशी है, जो नहीं करेगा वो भी ठीक है. सब चीज ठीक है. हाँ जी. Nick, can you share the assignment with me after you write? हाँ जी. ये already teaching करने को तैयार नहीं Virji. नकल ना मारना किसी दी. किसी दी. Yeah. It's not easy. You try writing, you know, when yaad hai 1992 which 1991 which badi purani gal hai. Amrit was just born, I think, and I tried to write the annotation of the first Ashpadi Sukhmani thi. मेरा बड़ा सी कि मैं लिखा यार, लिखित रूप विच करा है मैं लिखनी शुरू की थी ते मैनू almost 9 महीने लगे, 10 महीने पूरे लिखण विच. उदी सारी उदी थल्ले उदी फुटनोट बनाने विच, सारा उदी ग्रामर ठीक करने विच उदी. तो मैं लिखी ते मैं 1-2 बंदियां नु भेजी, you know, edit कराने वास्ते. Edit होके भी आ गई. It took almost like 1 year, almost more than a year, to write and edit and annotate the first Ashpadi in Sukhmani. Just first Ashpadi. Just first Ashpadi. ਉਹ ਕਿੱਥੇ ਵੇ? ਉਹ ਤੇ ਬੜਾ ਗਿਆਨ ਹੋਏਗੀ. ਹੁਣ ਮੈਂ I will rewrite it now if I have to do it again. ਪੁਰਾਣੀਆਂ ਹੀ ਦੱਸ ਦਿਓ ਸਾਡੇ ਲਈ ਤੇ ਉਹੀ ਬੜੀ ਬਾਤ. If I had to, I mean, if I had to do it, I would rewrite the whole thing again. Every day ਤੁਹਾਡਾ, ਔਰ ਇਸ ਗੱਲ ਤੋਂ ਇੱਕ ਹੋਰ ਗੱਲ ਪ੍ਰੂਵ ਹੋ ਜਾਂਦੀ ਹੈ ਕਿ ਨੌਲੇਜ ਜਾਂ ਗਿਆਨ ਜਾਂ ਪ੍ਰਮਾਤਮਾ ਦਾ ਪਿਆਰ ਦਾ ਲੈਵਲ ਜਿਹੜਾ ਡਿਫਰੈਂਟ ਹੋ ਜਾਂਦਾ ਇਨਸਾਨ 'ਚ. Sometimes later on in life, you know, ਤੁਹਾਡੀ maturity ਪ੍ਰਮਾਤਮਾ ਜ਼ਿਆਦਾ ਦੇ ਦਿੰਦਾ ਤੁਹਾਨੂੰ, you know. So if I have to compare that, I ਉਹਨੂੰ ਪਤਾ ਵੀ ਨਹੀਂ ਕਿੱਥੇ ਪਈ. I have to find it where it is. Somewhere in my computer it is there, but it took a long time, you know. ਮੈਂ I think ਹਰਪ੍ਰੀਤ ਦੀਦੀ ਨਹੀਂ ਹਨ ਇੱਥੇ. ਸਿੱਖ ਰਿਵਿਊ ਦੇ ਕਲਕੱਤਾ ਤੋਂ ਨਿਕਲਦੀ ਸੀ, ਐਡੀਟਰ ਸਨ ਉੱਥੇ, ਤੇ ਉਹਨਾਂ ਨੂੰ ਮੈਂ ਭੇਜੀ
ਅਬ ਲਿਖ ਕੇ ਆਪਣਾ ਅੰਕਲ ਨੂੰ ਤੇ ਬੜੇ ਸਿਆਣੇ ਔਰ ਬੜੇ ਸੋਝੀ ਵਾਲੇ ਸਨ ਵਿਚਾਰੇ, ਹੁਣੇ ਦੀ ਡੈਥ ਹੋਈ ਹੈ ਹੁਣੇ, ਤੇ ਯਾਦ ਨਹੀਂ ਆ ਦੇਖੋ ਨਾ ਹੁਣੇ ਇੱਕ ਸਾਨਾ ਮੈਨੂੰ ਭੁੱਲ ਗਿਆ ਉਹਨਾਂ ਦਾ, ਕੈਲਕਟਾ ਜਾਣ ਪਛਾਣ ਸੀ ਥੋੜੀ ਬਹੁਤ, ਮੈਂ ਉਹਨਾਂ ਨੂੰ ਭੇਜੀ, ਮੈਂ ਕਿਹਾ ਅੰਕਲ ਤੁਸੀਂ ਦੇਖੋ ਕਿੱਥੇ ਠੀਕ ਹੋ ਸਕਦੀ ਹੈ ਕਿਧਰੇ, ਤੇ ਉਹਨਾਂ ਨੇ ਸੁਧਾਈ ਥੋੜੀ ਕੀਤੀ, ਮੇਰੀ ਐਡਿਟ ਇੱਕ ਦੋ ਜਗ੍ਹਾ ਕੀਤੇ, ਕਹਿੰਦੇ ਨਹੀਂ ਬਹੁਤ ਠੀਕ ਹੈ, ਇਹਨੂੰ ਸਹਾਈ ਕਰਨ ਦੀ ਲੋੜ ਨਹੀਂ ਹੈ, ਤੇ ਜੇ ਤੁਸੀਂ ਕਹੋ ਤੇ ਛਾਪ ਦਿੰਦੇ ਆ ਸਿੱਖ ਰਿਵਿਊਜ਼, ਮੈਂ ਕਿਹਾ ਨਹੀਂ ਛਾਪੋ ਨਾ, ਹਲੇ ਰਹਿਣ ਦਿਓ ਹਲੇ, ਤੇ ਕਹਿੰਦੇ ਫਿਰ ਨਹੀਂ ਛਾਪਦੇ ਤੇ ਫਿਰ ਚਲੋ ਕਈ ਵਾਰੀ ਹੋਰ ਕੁਝ ਉਹਦੇ ਪਾਰਟ ਲੈ ਕੇ ਉਹਨਾਂ ਨੇ ਕੀਤੇ ਉਹਨਾਂ ਨੇ ਐਂਡ ਐਵਰੀਥਿੰਗ, ਬਟ ਮੇਰਾ ਹੁਣ ਜਦ ਤੋਂ ਹੁਣ ਛੁੱਟੀ ਮਿਲੇਗੀ ਆਫਿਸ ਤੋਂ, ਤੇ ਮੇਰਾ ਸਭ ਤੋਂ ਵੱਡਾ ਗੋਲ ਹੈ ਕਿ ਜਪਜੀ ਦੀ ਐਨੋਟੇਸ਼ਨ ਲਿਖਣੀ ਹੈ ਮੈਨੂੰ, ਆਮ ਜਸਟ ਡਾਈਂਗ ਟੂ ਰਾਈਟ ਦੈਟ ਯੂ ਨੋ, ਸੋ ਮੈਨੂੰ ਲਿਖਣੀ ਹੈ ਜ਼ਰੂਰ, ਮੈਨੂੰ ਇੰਗਲਿਸ਼ ਵਿੱਚ ਇਹਨਾਂ ਦੀ ਟ੍ਰਾਂਸਲੇਟ ਕਰਨੇ ਬਹੁਤ ਸਾਰੇ, ਸੋ that's not a one person job, but I know it's going to take several people to do that, but I want to do it. मेरे मन च बहुत इच्छा है, बहुत प्रबल इच्छा है मेरे में लिखने, so yeah, so okay जी, so भवराज नकल ना मारना उनसे मेरी करो, नकल नहीं मार, ਭਵਰਾਜ ਇੰਨੇ ਪਿਆਰੇ ਇਨਸਾਨ ਨੇ ਨਾ, ਉਹਨਾਂ ਦੀ ਸ਼ਕਲ ਹੀ ਵੇਖ ਕੇ ਦਿਲ ਖੁਸ਼ ਹੋ ਜਾਂਦਾ। Viji is just teasing, you know, he'll write his own copy better than mine. Not everybody agrees with you. I'm just kidding. एक बंदे दी नकल जरूर मारो, जे नकल मारनी है ते ओ नकल मारो अपने गुरु, जितनी नकल मार सकते हो मार लो, you know, ओ उत्थे नकल च होना बड़ा इंपॉर्टेंट है। मैंने याद है कीर्तन जो सीखना शुरू किया ते मैंने याद है, this is before the first workshop, Viji came to me and said, "We मैं तो दसा बुरा तो नहीं मनाओगे?" मैं कहा नहीं बिल्कुल नहीं दसो। कहते देखो मैं कीर्तन पता किस तरह सीखिया, मैं किस तरह, कहना मैं अपने पिता जी की नकल मारी है सारी, अपना दिमाग बिल्कुल नहीं यूज किया, मैं अपने पिता जी को सुनिया, उत्थे विराग पैदा होया अखां च, तो उन्हां दी नकल मारी है खाली, कोई ज्ञान नहीं मेरा, इस ते मैं क्या फिर वीर जी असी तुहाडी नकल मारनी है, और कुछ नहीं करना, असी जिस तरह तुसी गाओगे असी उस ही नकल मारनी है। सो नकल जे मारनी है तो गुरु नानक दी नकल मारो, और किसी दी नकल नहीं। उथे उथे नकल प्रवान है, पर उथे कोई नकल नहीं करता उन्हां दी, उथे नकल मारन वाले घट हन मिले। ये एक अजीब दास्तान है दुनिया दी कि उन्हां दी नकल करने वाले बड़े घट हैं, उन्हां वर्गे उन्हां दी नकल नहीं कोई करता। तो कीर्तन मैं ते असी सारा मैं हुण भी कहंदा भी तुहाडी नकल मारनी खाली, all I do is whenever I have an issue and he does to the same day to this day he tells me, कहंदे पिताजी भी यही कहते सन कि उन्होंने बापू जी दी नकल मारी है। मैं भाई ज्वाला सिंह दी गल करदा पिया, नकल अपना दिमाग, जे अपना दिमाग बंदा यूज करेगा तो फिर ते गए, नकल मारनी है तुसी, सो नकल जरूर मारो भवराज, दैट्स अ गुड आइडिया, नकल मारनी खराब नहीं है काम। ओके जी, फिर जी खालसा विच जी फतेह गुरुद्वारा ना। सत श्री अकाल। वाहिगुरु जी का खालसा, वाहिगुरु Thank जी you, की Viji. फतेह। Thank you for the Thank you encouragement so also. much. Thank you Thank so you. much. Thank you.